ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ NZ 107 FM ਦੇ ਉੱਤੇ ਪ੍ਰੋਗਰਾਮ ਭਗਤ ਦੇ ਮਸਲੇ। ਅੱਜ ਐਤਵਾਰ 15 ਅਪ੍ਰੈਲ ਦੁਪਹਿਰ 1:04 ਹੋਏ ਆ ਸਾਡੇ ਕੋਲ, ਤੇ ਆਪਾਂ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ 5 ਵਜੇ ਤੱਕ ਤੁਹਾਡੇ ਨਾਲ ਰਹਾਂਗੇ। ਸਟੂਡੀਓ 'ਚ ਮੈਂ ਹਰਨੇਕ ਸਿੰਘ ਤੇ ਨਾਲ ਮੇਰੇ ਗੁਰਪ੍ਰੀਤ ਸਿੰਘ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ 4 ਘੰਟੇ ਸਟੂਡੀਓ ਦੇ ਵਿੱਚ ਹੋਈਦਾ ਜੀ, ਤੇ ਉਹਦੇ 'ਚ ਜਿੰਨਾ ਚਿਰ ਵੀ ਅਸੀਂ ਹੁੰਨੇ ਆ, ਬੇਨਤੀ ਹੁੰਦੀ ਆ ਸਰੋਤਿਆਂ ਨੂੰ, ਆਪਾਂ 2 ਹਫ਼ਤੇ ਪਹਿਲਾਂ ਇਹ ਡਿਸਾਈਡ ਕਰਿਆ ਸੀਗਾ ਵੀ ਜਿੰਨਾ ਟਾਈਮ ਵੀ ਪ੍ਰੋਗਰਾਮ ਚੱਲਦਾ ਆ, ਐਤਵਾਰ ਵਾਲਾ ਵੀ ਤੇ ਬੁੱਧਵਾਰ ਵਾਲਾ ਸਿੱਖ ਪਾਤਸ਼ਾਹੀ ਵੀ, ਉਹਦੇ ਵਿੱਚ ਸਰੋਤੇ ਕਿਸੇ ਵੀ ਟਾਈਮ ਫੋਨ ਕਰਕੇ ਆਪਣੀ ਗੱਲ ਜਿਹੜੀ ਆ ਉਹ ਕਰ ਸਕਦੇ ਆ। ਮਕਸਦ ਜਿਹੜਾ ਆ, ਹੁਣੇ ਤੁਸੀਂ ਭਾਈ ਰਣਜੀਤ ਸਿੰਘ ਹੁਣਾਂ ਨੂੰ ਸੁਣਿਆ ਆ, ਬਹੁਤ ਵਧੀਆ ਲੱਗਾ। ਵੈਸੇ ਜੀ ਉਹ ਦੀਵਾਨ ਸਾਰਾ ਹੀ ਉਹਨਾਂ ਦਾ ਸੁਣਨੇ ਵਾਲਾ ਆ, ਪਰ ਜਿਹੜੀ ਆ ਗੱਲ ਹੁਣ ਜਦੋਂ ਅਸੀਂ ਬੰਦ ਕੀਤਾ ਆ, ਉਦੋਂ ਜਿਹੜੀ ਗੱਲ ਚੱਲਦੀ ਸੀ ਉਹ ਬੜੀ ਇੰਪੋਰਟੈਂਟ ਆ। ਵੀ ਜਿਹੜੀ ਉਹ ਕਹਿੰਦੇ ਵੀ ਅਗਲੇ ਸਾਲ ਵਿਸਾਖੀ ਤੋਂ ਬਾਅਦ 1 ਸਾਲ ਵਾਸਤੇ ਸਮਾਗਮ ਆ ਜਿਹੜੇ ਬਾਹਰ ਹੁੰਦੇ, ਪਰਮੇਸ਼ਰ ਦਵਾਰ ਵਾਲੇ ਜਿਹੜੇ ਮਹੀਨਾਵਾਰ ਆ ਉਹ ਇਦਾਂ ਹੀ ਰੱਖਣੇ ਆ, ਜਿਹੜੇ ਬਾਹਰ ਹੁੰਦੇ ਆ ਉਹ ਬੰਦ ਕਰ ਲੈਣੇ ਆ, ਤੇ ਉਹਦੀ ਜਗ੍ਹਾ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣੇ। ਕਿਉਂਕਿ ਇਹ ਬਹੁਤ ਵਧੀਆ ਕਦਮ ਹੋਊਗਾ ਉਹਨਾਂ ਦਾ ਜੇ ਇਦਾਂ ਹੁੰਦੀ, ਕਿਉਂਕਿ ਜਿਹੜੇ ਕਥਾਕਾਰ, ਵਿਦਵਾਨ, ਪ੍ਰਚਾਰਕ ਜਿਹੜੀਆਂ ਗੱਲਾਂ ਕਹਿੰਦੇ ਆ, ਜਾਂ ਜਿਹੜੀਆਂ ਗੱਲਾਂ ਆਪ ਗੁਰਦੁਆਰਿਆਂ 'ਚ ਜਾ ਕੇ ਧਰਮ ਦੇ ਬਾਰੇ ਜਾਣਕਾਰੀ ਲੈ ਕੇ ਧਰਮ ਇਤਿਹਾਸ ਨੂੰ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਦੇ ਆ, ਲੋਕਾਂ ਦੇ ਮਨਾਂ ਵਿੱਚ ਜਿਹੜੇ ਸਵਾਲ ਉੱਠਦੇ ਆ। ਅਜੇ ਤਾਂ ਨਾ ਸਾਡੀ ਬਦਕਿਸਮਤੀ ਇਹ ਆ ਵੀ ਅਸੀਂ ਸਵਾਲ ਉੱਠਣ ਨਹੀਂ ਦਿੱਤੇ। ਅਸੀਂ ਧਰਮ ਦੀ ਸਿੱਖਿਆ ਇਹ ਦੇ ਰਹੇ ਆ, ਜਿਹੜਾ ਧਰਮ ਦੇ ਵਿੱਚ ਦਾਖਲ ਹੁੰਦਾ ਆ, ਧਰਮ ਦਾ ਮਤਲਬ ਆ ਆਗਿਆਕਾਰੀ। ਵੀ ਜੋ ਪਹਿਲਾਂ ਬਣਿਆ ਹੈ ਨਾ, ਹੁਣ ਸੰਤ ਜਰਨੈਲ ਸਿੰਘ ਭਿੰਡਰਾਣਾ ਦੇ ਬਾਬਤ 1-2 ਸਵਾਲ ਹੋਏ ਆ, ਤੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਇਹੀ ਆ ਵੀ ਕੁਛ ਸ਼ਰਮ ਕਰੋ। ਮਤਲਬ ਉਹ ਕਹਿੰਦੇ ਜਿਹੜੀ ਧਾਰਨਾ ਬਣੀਓ ਆ, ਠੀਕ ਆ, ਉਹ ਧਾਰਨਾ ਨੂੰ ਤੋੜੋ ਨਾ, ਤੁਸੀਂ ਉਹਦੇ ਵਿਰੁੱਧ ਕਿਉਂ ਬੋਲਦੇ ਆ। ਫਿਰ ਦੂਜੀ ਗੱਲ ਇਹ ਆ, ਸਾਨੂੰ ਇਹ ਕੀਤਾ ਸਿਖਾਇਆ ਗਿਆ ਆ, ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਆ ਵੀ ਜਿਹੜੀ ਮੌਤ ਆ ਨਾ, ਇਹ ਬਹੁਤ ਖਤਰਨਾਕ ਆ, ਬਹੁਤ ਵੱਡੀ ਆ, ਠੀਕ ਆ। ਹੁਣ ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਨਾ ਤੁਸੀਂ, ਉਹਦੇ 'ਚ ਕਿਹਾ ਜਾਂਦਾ ਵੀ ਹੋਰ ਕੁਝ ਹੋਵੇ ਨਾ ਹੋਵੇ, ਜਦੋਂ ਤੁਸੀਂ ਜੰਮੇ ਆ ਨਾ, ਧਰਤੀ ਤੇ ਆਏ ਆ, ਹੋਰ ਕਿਸੇ ਗੱਲ ਦੀ, ਸਾਹ ਲੈਣ ਦੀ ਕੋਈ ਗਰੰਟੀ ਨਹੀਂ ਤੇਰੀ, ਠੀਕ ਆ। ਤੇ ਹੋ ਸਕਦਾ ਹੁਣ ਅੱਜ ਤਾਂ ਸਾਇੰਸ ਵੀ ਕਹਿੰਦੀ ਆ, ਜੇ ਮੰਨ ਲਓ ਤੁਹਾਨੂੰ ਸਾਹ ਨਹੀਂ ਆ ਰਿਹਾ, ਵੈਂਟੀਲੇਟਰ ਤੇ ਲਾ ਦਿੰਦੇ ਆ, ਤੇਰੀ ਕਿਡਨੀ ਦੀ ਕੋਈ ਗਰੰਟੀ ਨਹੀਂ ਹੈਗੀ, ਡਾਇਲਿਸਿਸ ਤੇ ਲਾ ਦਊਗੇ ਅਗਲੇ, ਹਾਰਟ ਵੀ ਬਾਹਰ ਰੱਖ ਦਊਗੇ, ਠੀਕ ਆ। ਪਰ ਮੌਤ ਅਟਾਲਿਆ, ਹੋਰ ਕੁਝ ਹੋਵੇ ਨਾ ਹੋਵੇ, ਤੇ ਮਾਤ ਪਿਤਾ, ਭਾਈ, ਸੁੱਤ, ਪਤਨੀ, ਜਿੰਨੇ ਵੀ ਰਿਸ਼ਤੇ ਆ, ਮਿੱਤਰ, ਦੋਸਤ ਤੇਰੇ ਸਾਰੇ ਜਿਹੜੇ ਆ, ਉਹ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਤੇਰੇ ਨੇੜੇ ਆਏ ਹੋ ਆ, ਪਰ ਜੇ ਅਟਾਲਿਆ ਤਾਂ ਮੌਤ ਆ। ਹੁਣ ਜਿਹੜੀ ਗੱਲ ਉਹ ਆਉਂਦੀ ਹੈ ਨਾ ਵੀ ਮਰਨ ਲਖਾਈ ਮੰਡਲ ਮੈਂ ਆਇਆ, ਫਿਰ ਉਹ ਜਿਹੜੀ ਹਮ ਆਦਮੀ ਹਾਂ ਇੱਕਦਮੀ ਮੁਹਲਤ ਨਾ ਜਾਣਾ, ਜਿਹੜੀ ਸਿੱਖਿਆ ਮੁੱਢਲੀ ਸੀ ਉਹ ਇਹ ਸੀ ਵੀ ਜਿਹੜਾ ਆਇਆ ਜੋ ਉਪਜਿਓ ਸੋ ਬਿਨਸ ਹੈ, ਠੀਕ ਹੈ, ਪਰੋ ਆਜ ਕੇ ਕਾਲ। ਇਹ ਦੇਖਣਾ ਤਾਂ ਇਹ ਆ ਵੀ ਮੈਂ ਪਰੋ ਆ, ਅੱਜ ਆ ਜਾਂ ਕੱਲ ਆ। ਹੁਣ ਇਹ ਡਿਸਕਸ ਕਰਦਿਆਂ ਨੇ ਰਾਹ ਦੇ ਵਿੱਚ ਇਹ ਆ ਗਿਆ ਵੀ ਹਮ ਆਦਮੀ ਹਾਂ ਇੱਕਦਮੀ। ਹੁਣ ਮਰਨ ਆਏ ਵੀ ਮਰਨ ਲਿਖਾ ਕੇ ਆ, ਠੀਕ ਆ, ਤੇ ਇਹ ਕੋਈ ਗਰੰਟੀ ਨਹੀਂ ਹੈਗੀ। ਹੁਣ ਬੰਦਾ ਕਹੇ ਵੀ ਜਿਹੜਾ ਅਮੀਰ ਆ ਉਹ 20 ਸਾਲ ਲਿਖਾ ਕੇ ਆਇਆ, ਜਿਹੜਾ ਧਾਰਮਿਕ ਆ ਉਹ 50 ਸਾਲ ਲਿਖਾ ਕੇ, ਨਹੀਂ, ਪਰ ਉਹ ਆਜ ਕੇ ਕਾਲ ਕੁਛ ਨਹੀਂ ਪਤਾ। ਹੁਣ ਜਦੋਂ ਉਹ ਡਿਸਕਸ਼ਨ ਹੋਣ ਲੱਗੀ ਵੀ ਜਿਹੜੀ ਅੱਜ ਕੱਲ ਪਰਸੋਂ ਵਾਲਾ ਫੇ ਕਿਹੜਾ ਆ, ਠੀਕ ਹੈ, ਉਹਦੇ ਲਈ ਹਰੇਕ ਨੇ ਇਹ ਯਾਦ ਰੱਖਣਾ ਆ ਵੀ ਹਮ ਆਦਮੀ ਹਾਂ ਇੱਕਦਮ, ਠੀਕ ਹੈ। ਹੁਣ ਜਦੋਂ ਇਹ ਸਿੱਖਿਆ, ਇਹ ਡਿਸਕਸ਼ਨ ਹੋਣੀ ਚਾਹੀਦੀ ਸੀ, ਪਰ ਉਹਦੇ ਰਾਹ ਦੇ ਵਿੱਚ ਇਹ ਗੱਲ ਚਲਦਿਆਂ ਇਹ ਪਤਾ ਨਹੀਂ ਕਿੱਥੋਂ ਆ ਗਿਆ ਵੀ ਮੌਤ ਬੜੀ ਖਤਰਨਾਕ ਆ। ਜਿਹੜਾ ਬੰਦਾ ਮਰ ਜਾਂਦਾ ਨਾ, ਉਹ ਬੜਾ ਮਹਾਨ ਆ, ਠੀਕ ਆ। ਹੁਣ ਇਹ ਸਿੱਖਿਆ ਦੇ ਕੇ ਸਾਨੂੰ ਮਰਨ ਦੇ ਰਾਹ ਤੋੜ ਦਿੱਤਾ।
ਰਾਈਟ, ਬਿਲਕੁਲ। ਸਾਡੀ ਬਹੁ ਗਿਣਤੀ ਜਿਹੜੀ ਸਫਲ ਹੋਣਾ ਚਾਹੁੰਦੀ ਆ, ਉਹਨੂੰ ਇਹ ਲੱਗਦਾ ਵੀ ਜਿੱਦਣ ਸ਼ਹੀਦ ਹੋ ਗਏ ਨਾ ਅਸੀਂ, ਉਦਣ ਪ੍ਰਵਾਨ ਆ। ਤੇ 10ਵੇਂ ਪਾਤਸ਼ਾਹ ਸ਼ਹੀਦ ਨੂੰ ਪਹਿਲਾਂ ਲੈ ਕੇ ਜਾਂਦੇ ਆ। ਪਤਾ ਨਹੀਂ ਕਿੱਥੋਂ, ਗੁਰਬਾਣੀ ਤਾਂ ਕਹਿੰਦੀ ਨਹੀਂ ਇਦਾਂ। ਨਹੀਂ, ਹੁਣ ਗੁਰਬਾਣੀ ਤਾਂ ਉਹ 10ਵੇਂ ਪਾਤਸ਼ਾਹ ਦੇ ਕਿਤੇ ਬਹਿਣ ਨੂੰ ਹੀ ਨਹੀਂ ਮੰਨਦੀ। ਨਹੀਂ, ਫਿਰ ਉਹ ਜਿਹੜੀ ਹਜੂਰ ਸਾਹਿਬ ਦੀ ਵੀ ਗੱਲ ਆ ਵੀ 10ਵੇਂ ਪਾਤਸ਼ਾਹ 60 ਸਾਲ ਦੀ ਉਮਰ ਤੱਕ ਉਡੀਕਦੇ ਆ। ਉਹ ਜਦੋਂ ਉਹ ਸਵਰਗ ਨਰਕ ਜਿਹੜਾ ਜੰਮਣ ਮਰਨ ਦੀ ਗੱਲ ਆ, ਜਿਹੜੀ ਮਰਨ ਤੋਂ ਬਾਅਦ ਦੀਆਂ ਗੱਲਾਂ ਆ, ਉਹੀ ਖਤਮ ਆ। ਫਿਰ 10ਵੇਂ ਪਾਤਸ਼ਾਹ ਕਿੱਥੇ ਉਡੀਕਦੇ ਆ? ਨਹੀਂ, ਕਿਤੇ ਨਹੀਂ। ਫਿਰ ਸਮਝ ਆਉਂਦੀ ਵੀ ਸਾਰਾ ਕੁਝ ਪੁਜਾਰੀ ਦਾ ਤਾਣਾ ਬਾਣਾ ਜਿਹੜਾ ਆ ਆਪਣੀ ਦੁਕਾਨ ਲਈ, ਆਪਣੀ ਮਰਜ਼ੀ ਦੇ ਲਈ ਉਹਨੇ ਉਹ ਕਰ ਦਿੱਤੀਆਂ। ਜੋ ਕੁਝ ਹਿੰਦੂ ਦੇਵੀ ਦੇ ਮੰਦਰ, ਨੈਣਾ ਦੇਵੀ ਦੇ, ਸ਼ਿਵ ਜੀ ਦੇ ਮੰਦਰਾਂ ਦੇ ਵਿੱਚ ਜਾ ਕੇ, ਸ਼ੰਕਰਾਚਾਰੀਆ ਦੇ ਜਿੱਥੇ ਜਿੱਥੇ ਵੀ ਸੀਗਾ ਉਹਦਾ ਉੱਥੇ ਲਿਜਾ ਕੇ ਕਰਾਉਂਦਾ ਸੀ, ਉਹੀ ਉਹਨੇ ਮਾਹੌਲ ਗੁਰਦੁਆਰਿਆਂ ਦੇ ਬਾਬਤ ਸਿਰਜ ਦਿੱਤਾ ਸਾਡੇ ਲਈ। ਵੀ ਤੁਸੀਂ ਜੋ ਮਰਜ਼ੀ ਹੋ ਜਾਏ, ਕੰਮ ਉਹਦਾ ਹੀ ਹੋਵੇ, ਵਲੰਟੀਅਰ ਉਹਦੇ ਹੋਵੋ ਤੁਸੀਂ। ਬਿਲਕੁਲ ਠੀਕ ਆ। ਦੇਖਣੇ ਵਾਲਾ ਕੋਈ ਬੰਦਾ ਇਹ ਨਾ ਕਹੇ ਵੀ ਜੋ ਜੀ ਰਹੇ ਆ, ਜਿੱਦਾਂ ਦੇ ਜਿਹੜੇ ਕਰਮ ਕਾਂਡ ਕਰ ਰਹੇ ਆ, ਉਹਨੂੰ ਜਦੋਂ ਦੇਖੂਗਾ, ਹੁਣ ਅਸੀਂ ਰੌਲਾ ਪਾਈਏ ਵੀ ਅਸੀਂ ਵੱਖਰੀ ਕੌਮ ਆ, ਠੀਕ ਹੈ ਨਾ। ਹੁਣ ਜਿਹੜਾ ਮਾਹੌਲ ਸਿਰਜਿਆ ਆ ਨਾ, ਜਦੋਂ ਤੁਸੀਂ ਜਿਹੜੇ ਇਹਨਾਂ ਦੇ ਵਿਦਵਾਨ ਆ, ਜਿਨ੍ਹਾਂ ਦੀ ਇਹ ਗੱਲ ਕਰਦਾ ਸੀਗਾ ਪ੍ਰਭਦੀਪ ਬੀਬਤਨ, ਉਹ ਚਾਹੇ ਰਵਿੰਦਰਨਾਥ ਟੈਗੋਰ ਆ, ਚਾਹੇ ਜਾਦੂਨਾਥ ਸਰਕਾਰ ਆ, ਠੀਕ ਆ, ਉਹ ਜਿਹੜੇ ਬੰਦੇ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਹੈ ਨਾ, ਉਹਦੇ ਵਿੱਚੋਂ ਤਾਂ ਸਾਡੇ ਕਥਾਕਾਰਾਂ ਨੂੰ, ਸਾਡੇ ਵਿਦਵਾਨਾਂ ਨੂੰ ਸਮਝ ਵੀ ਨਹੀਂ ਆਉਣੀ ਵੀ ਕਿਹੜੀ ਗੱਲ ਸਾਡੀ ਹਿੰਦੂ ਧਰਮ ਨਾਲ ਜੋੜੀ ਜਾਂਦੇ ਆ। ਹੁਣ ਅੰਮ੍ਰਿਤ ਸੰਚਾਰ ਦੀ ਗੱਲ ਆ, ਠੀਕ ਆ, ਉਹਦੇ ਵਿੱਚੋਂ ਅਸੀਂ ਸ਼ਾਂਤੀ ਕਰ ਰਹੇ ਹਾਂ ਵੀ ਨਹੀਂ ਜੀ, ਜਿਹੜੀ ਦੁਰਗਾ ਨਹੀਂ ਕਹਿਣਾ, ਜਿਹੜੀ ਭਗਵਤੀ ਨਹੀਂ ਕਹਿਣਾ, ਹਨਾ, ਅਸੀਂ ਅਕਾਲ ਪੁਰਖ ਕਹਿਣਾ ਆ, ਨਿਤਨੇਮ ਦੀ ਬਾਣੀ ਆਹ ਨਹੀਂ ਰੱਖਣੀ, ਆਹ ਰੱਖਣੀ ਆ, ਏਦਾਂ ਨਹੀਂ ਛਿੱਟੇ, ਏਦਾਂ ਨਹੀਂ ਮਾਰਨੇ, ਏਦਾਂ ਮਾਰਨੇ ਆ। ਪਰ ਜਿਹੜਾ ਕਨਸੈਪਟ ਆ ਸਾਰਾ, ਉਹ ਪੂਰੇ ਦਾ ਪੂਰਾ ਉਹੀ ਜਿਹੜਾ ਸ਼ਿਵ ਜੀ ਵਾਲਾ ਆ। ਅੰਮ੍ਰਿਤ ਜਿਹੜਾ ਸਾਡੇ ਸਿਰ ਤੇ ਪਾ ਦਿੱਤਾ ਉਹਨਾਂ ਨੇ, ਵੀ ਇਹ ਪੀ ਕੇ ਬੰਦਾ ਫਿਰ ਅਮਰ ਹੋ ਜਾਂਦਾ। ਹਾਲਾਂਕਿ ਕੱਲ ਅਸੀਂ ਗੱਲ ਕਰਦੇ ਸੀ ਵੀ ਜੇ ਕੋਈ ਬੰਦਾ ਜਿਹਨੂੰ ਅੰਮ੍ਰਿਤ ਕਹਿੰਦੇ ਅਸੀਂ, ਜਿਹੜਾ ਉਹ ਪਾਣੀ, ਜਿਹੜਾ ਉਹ ਸ਼ਰਬਤ ਜਿਸ ਤਰੀਕੇ ਨਾਲ ਤਿਆਰ ਹੋਇਆ ਬਾਣੀਆਂ ਪੜ੍ਹ ਕੇ, ਜੇ ਚ ਪਤਾਸੇ ਪਾਏ ਗਏ ਆ, ਜੇ ਕੋਈ ਬੰਦਾ ਉਹਨੂੰ ਵਾਰ-ਵਾਰ ਜਾਨੀ ਹਰੇਕ ਵਾਰੀ ਜਿਹਦਾ ਕੰਮ ਹੀ ਅੰਮ੍ਰਿਤ ਛਕਾਉਣ ਦਾ ਆ, ਠੀਕ ਹੈ, ਜਦੋਂ ਵੀ ਬਚੂਗਾ ਪੀਊਗਾ, ਸ਼ੂਗਰ ਹੀ ਹੋਊਗੀ ਉਹਨੂੰ। ਹੈ ਕੋਈ ਇਲਾਜ ਉਹਦਾ? ਨਹੀਂ। ਇਦਾਂ ਹੋ ਸਕਦਾ ਵੀ ਕੋਈ ਕਹੇ, ਡਾਕਟਰ ਕਹਿ ਦੇਵੇ, ਕੋਈ ਸਰਟੀਫਿਕੇਟ ਦੇ ਸਕਦਾ ਡਾਕਟਰ ਵੀ ਜਿਹੜਾ ਬੰਦਾ ਇਹ ਅੰਮ੍ਰਿਤ ਵਾਲਾ ਪਾਣੀ, ਜਿਹੜਾ ਇਹ ਪਤਾਸਿਆਂ ਵਾਲਾ ਪਾਣੀ ਪੀਂਦਾ, ਇਹਦੇ ਨਾਲ ਸ਼ੂਗਰ ਨਹੀਂ ਹੋਊਗੀ? ਜਿਹਨੂੰ ਹੋਈ ਹੋਆ ਸ਼ੂਗਰ, ਜੇ ਹੁਣ ਕਈਆਂ ਦੀ ਬਿਲਕੁਲ ਕੰਢੇ ਤੇ ਹੁੰਦੀ ਆ, ਵੀ ਤੁਸੀਂ ਚੱਕ ਕੇ ਲੌਲੀ ਵੀ ਮੂੰਹ ਚ ਪਾ ਲਈ ਤੇ ਗਏ ਤੁਸੀਂ, ਤੇ ਉਹਨਾਂ ਕੀ ਬਣੂਗਾ ਉਸ ਵੇਲੇ? ਠੀਕ ਹੈ ਨਾ। ਵੀ ਉਹ ਗੱਲਾਂ ਸਾਰੀਆਂ ਜਿਹੜੀਆਂ ਉਹਦੇ ਪੁਜਾਰੀ ਦੀਆਂ ਆ, ਉਹ ਬੜੀਆਂ ਧਿਆਨ ਮੰਗਦੀਆਂ। ਸਾਡੇ ਨਾਲ ਸਰੋਤੇ ਆ ਜੀ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕਿੱਦਾਂ ਜੀ? ਠੀਕ ਹੈ, ਵਧੀਆ ਜੀ। ਜਿਹੜੀ ਤੁਸੀਂ ਗੱਲ ਕਰੀ ਜਾਂਦੇ ਸੀਗੇ, ਜਿਹੜੀ ਆਹ ਪੁਜਾਰੀ ਵਾਲੀ ਹੈਗੀ ਅਸਲ ਦੇ ਵਿੱਚ, ਹਾਂਜੀ, ਜਿਹੜੀ ਮਨੋਤ ਆ, ਕੁਦਰਤੀ ਗੁਰਦੁਆਰਾ ਸਾਹਿਬ ਵੀ ਇਹੀ ਵਿਚਾਰ ਅਸੀਂ ਕੀਤੀ ਅੱਜ। ਹਾਂਜੀ, ਵੀ ਜਿਹੜੀ ਮਨੋਤ ਜਿੰਨਾ ਚਿਕਰ ਸਾਡੀਆਂ, ਅਸੀਂ ਹੁਣ ਗੁਰਬਾਣੀ ਵੀ ਆਈ ਵਨ, ਹਾਂਜੀ, ਜਦੋਂ ਗੁਰਬਾਣੀ ਨੂੰ ਸੁਣਨਾ, ਜਦੋਂ ਗੁਰਬਾਣੀ ਸ਼ਬਦ ਆਉਂਦਾ ਵੀ ਭਵ ਸਾਗਰ ਤਰ ਗਿਆ ਕੋਈ ਬੰਦਾ, ਜਾਂ ਭਵ ਸਾਗਰ ਚ ਡੁੱਬ ਗਿਆ, ਹੁਣ ਉਹਦੇ ਅਰਥ ਅਸੀਂ ਜਿਹੜੇ ਆ ਪੁਜਾਰੀ ਵਾਲੇ ਕਰਨੇ ਆ ਪੂਰੇ ਦੇ ਪੂਰੇ। ਹੁਣ ਭਵਾਂ ਅਸੀਂ ਘਰੇ ਗੁਰਬਾਣੀ ਦਾ ਪ੍ਰਕਾਸ਼ ਹੀ ਕਿਉਂ ਨਹੀਂ ਕੀਤਾਗਾ, ਹਾਂਜੀ, ਭਵਾਂ ਦੀ ਅਸੀਂ ਸਹਿਜ ਪਾਠ ਹੀ ਕਿਉਂ ਨਹੀਂ ਕਰ ਰਹੇਗੇ, ਪਰ ਅਸੀਂ ਕਿਤੇ ਨਾ ਕਿਤੇ ਇੰਡਾਇਰੈਕਟਲੀ ਕਰ ਪੁਜਾਰੀ ਦਾ ਹੀ ਕੰਮ ਰਹੇ ਹਾਂ, ਗੁਰਬਾਣੀ ਦੇ ਰਾਹੀਂ ਵੀ ਪੁਜਾਰੀ ਦਾ ਹੀ ਕੰਮ ਹੋ ਰਿਹਾ ਉੱਥੇ। ਜਦੋਂ ਦਰਗਾਹ ਮਿਲਿਆ ਸਜਾਏ ਦੀ ਗੱਲ ਹੋਣੀ ਹੈ, ਜਾਂ ਦਰਗਾਹ ਦੇ ਵਿੱਚ ਮੁੱਖ ਉਜਲਾ ਦੀ ਗੱਲ ਹੋਣੀ ਹੈ, ਉਦੋਂ ਵੀ ਅਰਥ, ਕਿਉਂਕਿ ਦਿਮਾਗ ਦੇ ਉੱਤੇ ਪੂਰਾ ਦਾ ਪੂਰਾ ਜਿਹੜਾ ਪ੍ਰੈਸ਼ਰ ਹੈ ਨਾ, ਜਿਹੜਾ ਸਾਡਾ ਬਣਿਆ ਹੋਇਆ, ਤਾਂ ਹੀ ਕਰਕੇ ਜਦੋਂ ਹੁਣ ਗੁਰਬਾਣੀ ਇੱਕ ਚੀਜ਼ ਹੈ, ਸਾਡਾ ਦਿਮਾਗ ਇੱਕ ਚੀਜ਼ ਹੈ ਆਪਣੇ ਆਪ ਦੇ ਵਿੱਚ। ਹੁਣ ਜਦੋਂ ਅਸੀਂ ਇਹ ਬਹਾਨਾ ਲਾਉਣੇ ਵੀ ਅਸੀਂ ਜੀ ਗਾਇਤਰੀ ਮੰਤਰ ਨਹੀਂ ਪੜ੍ਹਦੇ, ਅਸੀਂ ਗੀਤਾ ਨਹੀਂ ਪੜ੍ਹਦੇ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ, ਪਰ ਪੜ੍ਹਦੇ ਕਿੱਦਾਂ ਹੈ? ਤੁਸੀਂ ਪ੍ਰੋਬਲਮ ਤਾਂ ਇੰਪੋਰਟੈਂਟ ਉਹ ਹੈ ਸਾਰਿਆਂ ਨਾਲੋਂ ਜ਼ਿਆਦਾ। ਤੁਸੀਂ ਪੜ੍ਹ ਕਿਸ ਤਰੀਕੇ ਦੇ, ਤੁਹਾਡਾ ਐਂਗਲ ਕੀ ਹੈ ਪੜ੍ਹਨ ਦਾ, ਜਿਸ ਦਿਮਾਗ ਨੂੰ ਲੈ ਕੇ। ਹੁਣ ਜੇ ਗੀਤਾ ਪੜ੍ਹਨ ਵਾਲਾ ਦਿਮਾਗ ਲੈ ਕੇ ਜੇ ਗੁਰੂ ਗ੍ਰੰਥ ਸਾਹਿਬ ਪੜ੍ਹੋਗੇ ਤਾਂ ਕੀ ਖੱਟੋਗੇ ਉਹਦੇ ਵਿੱਚੋਂ? ਹਾਂ, ਨਾਲੇ ਜਿਹੜੀ ਵੋਕੈਬਲਰੀ ਆ ਨਾ, ਜਦੋਂ ਉਹਦੇ ਅਰਥ ਉਹੀ ਆ, ਫਿਰ ਉਹ ਜਿੱਦਾਂ ਹੁਣ ਜੇ ਤੁਸੀਂ ਕਿਸੇ ਵੱਖਰੇ ਮੁਲਕ ਵਿੱਚ ਜਾਂਦੇ ਆ, ਹੁਣ ਬੰਦਾ ਇਟਲੀ ਚ ਜਾਂਦਾ, ਫਰਾਂਸ ਵਿੱਚ ਜਾਂਦਾ, ਠੀਕ ਆ, ਉੱਥੇ ਉਹਨਾਂ ਦੀ ਭਾਸ਼ਾ ਆਪਣੀ ਆ। ਹੁਣ ਅਸੀਂ ਗਏ ਇੰਡੀਆ ਤੋਂ, ਅਸੀਂ ਇੰਗਲਿਸ਼ ਜਾਣਦੇ ਆ, ਹਿੰਦੀ ਜਾਣਦੇ ਆ। ਹੁਣ ਹਿੰਦੀ ਇੰਗਲਿਸ਼ ਵਿੱਚ ਹਥੌੜੇ ਨੂੰ, ਜਿਹਨੂੰ ਹਿੰਦੀ ਚ ਹਥੌੜਾ ਕਹਿੰਦੇ ਆ, ਇੰਗਲਿਸ਼ ਵਿੱਚ ਹੈਮਰ ਕਹਿੰਦੇ ਆ, ਠੀਕ ਆ। ਤੇ ਜੇ ਫ੍ਰੈਂਚ ਦੇ ਵਿੱਚ ਉਹਦਾ ਨਾਂ ਕੋਈ ਹੋਰ ਹੋਵੇ, ਮੰਨ ਲਓ, ਠੀਕ ਆ,
ਤੇ ਉਹ ਜਦੋਂ ਬੰਦਾ ਜਿਹੜਾ ਇੰਗਲਿਸ਼ ਜਾਣਦਾ ਉਹ ਉੱਥੇ ਜਾਂਦਾ, ਉਹਨੂੰ ਜੇ ਕਿਸੇ ਨੇ ਇਹ ਕਹਿ ਦਿੱਤਾ ਕਿ ਜਿਹੜਾ ਹਥੌੜੇ ਦਾ ਫ੍ਰੈਂਚ ਨਾਂ ਆ, ਉਹਦੀ ਜਗ੍ਹਾ ਉਹਨੂੰ ਮੰਨ ਲਓ ਖੁਰਚਣੇ ਵਾਲਾ ਨਾਂ ਦੱਸ ਦਿੱਤਾ, ਤੇ ਫ੍ਰੈਂਚ ਵਿੱਚ ਖੁਰਚਣੇ ਨੂੰ ਇਹਨੂੰ ਹਥੌੜੇ ਨੂੰ ਆ ਕਹਿੰਦੇ ਆ। ਜਿਹੜਾ ਇੰਡੀਆ ਗਏ ਨੂੰ ਅਸੀਂ ਕਹਿ ਦਈਏ ਤੇ ਥੋੜੀ ਨੂੰ ਖੁਰਚਣਾ ਕਹਿੰਦੇ ਅਸੀਂ। ਹੁਣ ਜਦੋਂ ਜਿਹੜਾ ਬੰਦਾ ਬਾਹਰਲੀ ਭਾਸ਼ਾ ਵਾਲਾ ਆ, ਉਹ ਇੰਡੀਆ 'ਚ ਜਾ ਕੇ ਉਹ ਮੰਗੂਗਾ, ਉਹਨੂੰ ਕਹਿਣ ਆਪਣੇ ਚਿੱਤੋਂ ਚਾਹਣਾ ਤਾਂ ਉਹਨੂੰ ਹਥੌੜਾ ਆ, ਪਰ ਉਹਨੂੰ ਸ਼ਬਦ ਬੋਲਣਾ ਖੁਰਚਣਾ, ਤੇ ਉਹਨੂੰ ਦੇਣੇ ਵਾਲਾ ਕੀ ਦਊਗਾ? ਫਿਰ ਖੁਰਚਣਾ ਦਊ ਨਾ। ਤੇ ਜਿਹੜਾ ਸੁਣ ਵੀ ਰਿਹਾ ਆ, ਉਹਦੇ ਦਿਮਾਗ 'ਚ ਸਵਾਲ ਉੱਠੂ ਵੀ ਇਹਦੇ ਹੱਥ 'ਚ ਮੇਖ ਆ, ਇਹ ਲੱਕੜੀ ਨੂੰ ਜੋੜ ਨਹੀਂ ਚਾਹੁੰਦਾ, ਇਹ ਖੁਰਚਣਾ ਕਾਤੇ ਮੰਗ ਰਿਹਾ, ਇਹ ਲੱਗਦਾ ਕੁਝ ਪੱਟਣ ਲੱਗਾ। ਹੁਣ ਸਾਡੇ ਨਾਲ ਇਹ ਹੋ ਰਿਹਾ ਆ। ਬਿਲਕੁਲ ਗੁਰਬਾਣੀ ਦੇ ਵਿੱਚ ਜਿਹੜੀ ਵੋਕੈਬਲਰੀ ਆ ਨਾ, ਜਿਹੜੇ ਅਰਥ ਆ, ਜਿਹੜੇ ਅਰਥ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਸੀ ਸਾਨੂੰ, ਡਿਕਸ਼ਨਰੀ ਜਿਹੜੀ ਸੀ ਉਹ ਨਹੀਂ ਲਾਈ ਗਈ ਸਾਤੋਂ। ਡਿਕਸ਼ਨਰੀ ਸਾਰੀ ਦੀ ਸਾਰੀ ਬ੍ਰਾਹਮਣ ਵਾਲੀ ਆ। ਬਿਲਕੁਲ। ਹੁਣ ਜਦੋਂ ਸ਼ਬਦ ਉਹ ਵਰਤਦੇ ਆ, ਹੁਣ ਤੁਸੀਂ ਇਹਨਾਂ ਭਾਸ਼ਾਵਾਂ 'ਚ ਦੇਖ ਲਿਓ ਬਹੁਤ ਵਾਰੀ ਜਿਹੜੇ ਸ਼ਬਦ ਆ, ਜੇ ਹੁਣ ਤੁਸੀਂ ਜਿਹੜੇ ਬੰਦੇ ਨਾ ਪੰਜਾਬੀ ਨੂੰ ਰੋਮਨ ਵਿੱਚ ਲਿਖਦੇ ਆ, ਉਹ ਜਦੋਂ ਪੁੱਤ ਲਿਖਣਾ ਹੋਵੇ ਉਹਨੀ ਤੇ PUT ਲਿਖ ਦਿੰਦੇ ਆ, ਤੇ ਜਦੋਂ ਅੰਗਰੇਜ਼ੀ ਦਾ ਪੁੱਟ ਆ ਜਿਹੜਾ, ਉਹਦੇ ਅਰਥ ਹੋ ਰਿਹਾ। ਹੁਣ ਕਿੰਨੇ ਸ਼ਬਦ ਆ ਇਦਾਂ ਦੇ ਜਿਹੜੇ ਇੱਕ ਭਾਸ਼ਾ ਦੇ ਵਿੱਚ ਤੁਸੀਂ ਲਓਗੇ ਤੇ ਲਿਖਣ ਨੂੰ ਉਹੀ ਆ, ਹਨਾ। ਹੁਣ ਉਹ ਬਸ ਉਦੋਂ ਢੱਡਰੀਆਂ ਵਾਲੇ ਨੇ ਵੱਟ ਦੀ ਐਗਜ਼ਾਮਪਲ 2-3 ਐਗਜ਼ਾਮਪਲਾਂ ਵੀ ਦਿੱਤੀਆਂ ਸੀਆਂ, ਹਨਾ, ਵੀ ਵੱਟ ਕੱਢਣੇ, ਵੱਟ ਤੁਰਨਾ, ਵੱਟ ਪੈ ਜਾਣੇ, ਤੇ ਉਹ ਬਸ ਉਹ ਜਿਹੜੀ ਜਿੰਨਾ ਚਿਰ ਅਸੀਂ ਉਹ ਡਿਕਸ਼ਨਰੀ ਨਹੀਂ ਸਹੀ ਲਾਉਂਦੇ ਨਾ, ਉਨਾ ਚਿਰ ਨਹੀਂ ਸਾਡੇ ਨਾਲ ਡਿਕਸ਼ਨਰੀ ਸਾਡੇ ਕੋਲ ਬ੍ਰਾਹਮਣ ਵਾਲੀ ਆ ਬਸ। ਨਹੀਂ ਬਿਲਕੁਲ ਜੀ, ਸਾਰੀ ਅਸਲ ਦੇ ਵਿੱਚ ਨਾ ਉਹੀ ਜਿਹੜੀ ਗੱਲ ਅੱਗੇ ਵੀ ਕਰਦੇ ਹੁੰਦੇ ਤੁਸੀਂ ਵੀ, ਜਿਹੜਾ ਜਿੰਨਾ ਚਿਰ ਸਾਨੂੰ ਥੀਮ ਨਹੀਂ ਨਾ ਪਤਾ ਲੱਗੂਗਾ ਵੀ ਧਾਰਮਿਕ ਹੋਣਾ ਕਦ ਕੀ ਹੈ, ਮਤਲਬ ਰੱਬ ਦੀ ਪ੍ਰਾਪਤੀ ਕੀ ਹੈ ਆਪਣੇ ਆਪ ਦੇ ਵਿੱਚ, ਉਹ ਇੰਪੋਰਟੈਂਟ ਹੈ। ਤੁਸੀਂ ਗੁਰਬਾਣੀ ਪੜ੍ਹ ਕੇ ਜਿਵੇਂ ਮਰਜ਼ੀ ਪਹਿਲਾਂ ਉਹਨੂੰ ਸਮਝੋ, ਫਿਰ ਤੁਹਾਨੂੰ ਜਦੋਂ ਨਾ ਗੁਰਬਾਣੀ ਦੇ ਵਿੱਚ ਜਿੱਦਾਂ ਹੁਣ ਪੰਥਪ੍ਰੀਤ ਸਿੰਘ ਕਹਿੰਦੇ ਆ ਵੀ ਨਹੀਂ ਪ੍ਰਮਾਤਮਾ ਨਿਯਮਾਂ ਤੋਂ ਬਾਹਰ ਕੋਈ ਅਪਾਰ ਹਸਤੀ ਹੈ, ਕੋਈ ਏਦਾਂ ਬੈਠੀ ਹੈ ਜਿਹੜੀ। ਹਾਂਜੀ। ਹੁਣ ਜਦੋਂ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਇੱਕ, ਉਹ ਕਹਿੰਦੇ ਵੀ ਜਦੋਂ ਪੰਥਪ੍ਰੀਤ ਵਰਗੇ ਬੰਦੇ ਜਦੋਂ ਉਹਨਾਂ ਟਾਈਮਾਂ ਦੇ ਵਿੱਚ, ਜਦੋਂ ਗੁਰੂ ਪਾਤਸ਼ਾਹ ਦਾ ਟਾਈਮ ਹੋਇਆ ਜਦੋਂ, ਉਦੋਂ ਵੀ ਹੋਣੇ ਆ, ਉਹ ਪਰਮਾਤਮਾ ਕਹਿੰਦੇ ਵੀ ਕੋਈ ਹੋਰ ਹਸਤੀ ਹੈ ਸਮਾਜ ਤੋਂ ਬਾਹਰ, ਕਿਤੇ ਧਰਤੀ ਤੋਂ ਉੱਪਰ ਸਤਵੇਂ ਅਸਮਾਨ ਤੇ ਕਿਤੇ ਨਾ ਕਿਤੇ ਬੈਠਾ ਉਹ। ਹੁਣ ਉਹਦੇ ਲਈ ਫਿਰ ਉਹ ਕੀ ਕਹਿੰਦੇ ਸੀ, ਉਹਦੀ ਪ੍ਰਾਪਤੀ ਕਰਨੀ ਹੈ, ਜ਼ਿੰਦਗੀ ਦਾ ਮਕਸਦ ਹੈਗਾ ਰੱਬ ਦੀ ਪ੍ਰਾਪਤੀ ਕਰਨੀ। ਹੁਣ ਰੱਬ ਬੈਠਾ ਕਿਤੇ ਹੋਰ, ਉਹਦੀ ਪ੍ਰਾਪਤੀ ਕਰਨ ਵਾਸਤੇ ਕੀ ਹੈ, ਇਕਾਂਤ ਤੇ ਜਾ ਕੇ ਉਹਦਾ ਧਿਆਨ ਧਰੋ, ਉਹਦਾ ਜਾ ਕੇ ਹੁਣ ਧਿਆਨ ਧਰੋ, ਜਾ ਕੇ ਉਹਦੀ ਪ੍ਰਾਪਤੀ ਲਈ ਲੰਮੀਆਂ ਲੰਮੀਆਂ ਸਮਾਧੀਆਂ ਲਾਓ ਜਾ ਕੇ ਉੱਥੇ। ਪਰ ਗੁਰੂ ਪਾਤਸ਼ਾਹ ਕਹਿੰਦੇ ਵੀ ਕਮਲਿਓ ਕਾਹੇ ਰੇ ਬਨ ਖੋਜਣ ਜਾਈ, ਸਰਬਨਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਉਹ ਤਾਂ ਤੇਰੇ ਵਿੱਚ ਹੀ ਬੈਠਾ ਹੈ, ਤੇਰੇ ਚ, ਤੂੰ ਲੱਭਣ ਕਿੱਥੇ ਤੁਰਿਆ ਫਿਰਦਾ ਉਹਨੂੰ, ਕਮਲਿਆ ਉਹਨੂੰ। ਹੁਣ ਜਦੋਂ ਇਹ ਸ਼ਬਦ, ਇਹ ਹੈਗਾ ਸਿੱਖੀ ਦਾ ਸਿਧਾਂਤ ਵੀ ਅਸੀਂ ਨਹੀਂ ਲੱਭਦੇ ਕਿਤੇ, ਵੀ ਸਾਡੇ ਵਿੱਚ ਆ ਉਹ। ਜਿਹੜਾ ਮੇਰਾ ਹੱਥ ਹੈ ਨਾ, ਉਹ ਪ੍ਰਮਾਤਮਾ ਦਾ ਹੱਥ ਹੈ। ਇਹ ਜਿਹੜੀਆਂ ਮੇਰੀਆਂ ਬਾਹਾਂ, ਮੇਰੀਆਂ ਲੱਤਾਂ, ਮੇਰੀਆਂ ਅੱਖਾਂ, ਇਹ ਪ੍ਰਮਾਤਮਾ ਦੀਆਂ ਹੀ ਆ ਸਾਰਾ ਕੁਛ। ਇਹ ਜਦੋਂ ਮੇਰੇ ਸੰਗ ਸਮਾਇਆ ਵਿਆ ਉਹ, ਫਿਰ ਇੱਥੇ ਵੀ ਇੱਕ ਸਾਡੇ ਨਾਲ ਧੋਖਾ ਹੋਇਆ ਜਿਹੜਾ ਸਿੱਖਾਂ ਦੇ ਨਾਲ ਸਭ ਤੋਂ ਵੱਡਾ। ਜਦੋਂ ਕਹਿੰਦੇ ਨਾ ਸਾਡੇ ਵਾਲੇ ਕਹਿੰਦੇ ਜੀ ਅਸੀਂ ਬਣਾ ਦੇ ਵਿੱਚ ਜਾ ਕੇ ਉਹਨੂੰ ਸਤਵੇਂ ਅਸਮਾਨ ਤੇ ਨਹੀਂ ਲੱਭਦੇ, ਅਸੀਂ ਘਰੇ ਸਵੇਰੇ 4 ਵਜੇ ਉੱਠ ਕੇ ਆਪਣੇ ਅੰਦਰੋਂ ਲੱਭੀਦਾ। ਉਹ ਕਹਿੰਦੇ ਤੂੰ ਹੀ ਸੰਗ ਸਮਾਈ। ਹੁਣ ਕਹਿੰਦੇ ਮੇਰੇ ਵਿੱਚ ਵਸਿਆ ਹੋਇਆ, ਇਹਦਾ ਮਤਲਬ ਕੀ ਹੈ ਵੀ ਮੇਰੇ ਅੰਦਰ ਫਿਰ ਉਹਨਾਂ ਨੇ ਨਵੀਆਂ ਘਾੜਤਾਂ ਘੜੀਆਂ ਪੁਜਾਰੀ ਨੇ, ਵੀ ਮੇਰੇ ਅੰਦਰ ਕਿਤੇ ਨਾ ਕਿਤੇ ਜਾ ਕੇ ਉਹ 10ਵੇਂ ਦੀਵਾਰ 'ਚ ਬੈਠਾ। ਜਦੋਂ ਤੁਸੀਂ ਅੰਦਰ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਕਰੋਗੇ ਤਾਂ ਫਿਰ ਤੁਹਾਨੂੰ ਅੰਦਰੋਂ ਲਾਈਟ ਚਮਕ ਕੇ ਅੰਦਰੋਂ ਦਿਖੂਗਾ, ਬਾਹਰੋਂ ਨਹੀਂ ਦਿਖਦਾ। ਹਾਂ, ਲੱਭ ਉਸੇ ਨੂੰ ਜਿਹਨੂੰ ਬਣਾ 'ਚ ਲੱਭ ਰਿਹਾ ਸੀ, ਉਹਨੂੰ ਲੱਭ ਉਹਨੂੰ ਹੀ ਰਹੇ ਆ। ਬਸ 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 ਜਿੱਦਾਂ 33 ਕਰੋੜ ਦਾ ਇੱਕ ਕੀਤਾ ਨਾ ਅਸੀਂ, ਵੀ ਉਹ 33 ਕਰੋੜ ਕੋਲੇ ਪਾਵਰਾਂ ਸੀ ਸਾਰੀਆਂ ਖੋ ਕੇ ਅਸੀਂ ਇੱਕ ਨੂੰ ਦੇਤੀਆਂ। ਓਦਾਂ ਹੀ ਜਿਹਨੂੰ ਉਹ ਬਣਾ 'ਚ ਲੱਭਣ ਜਾਂਦੇ ਸੀ, ਅਸੀਂ ਇੱਕ ਨੂੰ ਆਪਣੇ ਅੰਦਰੋਂ ਲੱਭ ਰਹੇ ਹਾਂ ਉਹਨੂੰ। ਚੀਜ਼ ਇੱਕੋ ਹੀ ਆ ਉਹ। ਹੁਣ ਚਾਹੀਦਾ ਇਹ ਹੈ ਵੀ ਥੋੜਾ ਚਾਹੀਦਾ, ਥੋੜਾ ਹੀ ਲੱਭੋ ਤੁਸੀਂ। ਜੇ ਕੋਈ ਖੁਰਚਣਾ ਫੜਾ ਗਿਆ ਨਾ ਤਾਂ ਉਹਨੂੰ ਕਹੋ ਭਾਈ ਸ਼ਾਇਦ ਹੋ ਸਕਦਾ ਮੇਰੇ ਤੋਂ ਸ਼ਬਦ ਗਲਤ ਬੋਲ ਹੋ ਗਿਆ ਹੋਵੇ, ਆ ਨਹੀਂ ਚਾਹੀਦਾ ਮੈਨੂੰ ਤਾਂ ਥੋੜਾ ਚਾਹੀਦਾ। ਉਹਨੂੰ ਭਾਵੇਂ ਜਿਵੇਂ ਮਰਜ਼ੀ ਸਮਝਾਉਣਾ ਪਵੇ ਤੁਹਾਨੂੰ ਇਸ਼ਾਰੇ ਕਰ ਕਰਕੇ ਅਗਲੇ ਨੂੰ, ਪਰ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਖ ਲਾਉਣ ਵਾਸਤੇ ਖੁਰਚਣੇ ਨੇ ਕੰਮ ਨਹੀਂ ਦੇਣਾ, ਥੋੜਾ ਚਾਹੀਦਾ ਉਹਦੇ ਵਾਸਤੇ ਮੈਨੂੰ। ਹੁਣ ਸਾਨੂੰ ਜਿੱਦਣ ਇਹ ਪਤਾ ਲੱਗ ਗਿਆ ਨਾ ਵੀ ਅਸੀਂ ਕਰਨਾ ਕੀ ਹੈ, ਵੀ ਕੜਾਹੀ 'ਚ ਮਾਰਨਾ ਹੈ ਕਿ ਮੇਖ ਲਾਉਣੀ ਹੈ, ਜਿੱਦਣ ਇਹ ਕਲੀਅਰ ਹੋ ਗਿਆ ਅਸੀਂ ਵੀ ਅਸੀਂ ਧਾਰਮਿਕ ਹੋਏ ਕਾਹਦੇ ਵਾਸਤੇ ਆ, ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਕਾਹਦੇ ਵਾਸਤੇ, ਮਤਲਬ ਕੀ ਪ੍ਰਮਾਤਮਾ ਮਿਲ ਗਿਆ ਮਤਲਬ ਫਿਰ ਕੀ ਹੋ ਗਿਆ ਤੁਹਾਨੂੰ। ਫਿਰ ਏਦਾਂ ਜਿੱਦਣ ਇਹ ਪਤਾ ਲੱਗ ਗਿਆ ਵੀ ਪ੍ਰਾਪਤੀ ਕਰਨੀ ਕਾਹਦੇ ਵਾਸਤੇ, ਫਿਰ ਪਤਾ ਲੱਗ ਜੂਗਾ ਵੀ ਪ੍ਰਾਪਤ ਕਰਨਾ ਕੀ ਆ ਅਸੀਂ। ਨਹੀਂ, ਇਹ ਸਵਾਲ ਸਾਰੇ ਇਕੱਠੇ ਹੀ ਹੱਲ ਹੋ ਜਾਣੇ ਜੀ। ਇਹ ਵੀ ਰੱਬ ਕੀ ਆ, ਗੁਰੂ ਕੀ ਆ। ਹੁਣ ਜਦੋਂ ਕੀ ਦੀ ਗੱਲ ਹੋਣੀ, ਫਿਰ ਉਹਦਾ ਕਾਰਜ ਖੇਤਰ ਪਤਾ ਲੱਗ ਜਾਣਾ ਆ। ਕਾਰਜ ਖੇਤਰ ਜਦੋਂ ਪਤਾ ਲੱਗ ਗਿਆ ਤੇ ਫਿਰ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਉਹਦੇ ਨਾਲ ਕੀ ਕੀ ਹੋ ਸਕਣਾ ਆ। ਬਿਲਕੁਲ, ਹਨਾ। ਫਿਰ ਇਦਾਂ ਹੀ ਫਿਰ ਸਿੱਖ ਕਿਉਂ ਆ,
ਹੁਣ ਸਿੱਖ ਜਾਨੀ ਜੇ ਅਸੀਂ ਕਹੀਏ ਤੇ ਕੰਪਿਊਟਰ ਕਿਹਨੂੰ ਕਹਿੰਦੇ ਆ ਤੇ ਕੀਬੋਰਡ ਕਿਹਨੂੰ ਕਹਿੰਦੇ ਆ, ਹੁਣ ਜਦੋਂ ਉਹ ਦੋ ਗੱਲ ਪਤਾ ਲੱਗ ਗਈਆਂ, ਜਦੋਂ ਕੀਬੋਰਡ ਸਾਹਮਣੇ ਹੋਇਆ ਬੰਦਾ ਕਹੇ ਪਏ ਇਹਦੇ ਨਾਲ ਖੋਆ ਮਾਰੀ ਦਾ, ਹੁਣ ਕਹਿਣਾ ਨਹੀਂ ਯਾਰ ਇਹ ਤੇ ਤਾਂ ਅੱਖਰ ਜਿਹਾ ਲਿਖਿਆ ਹੋਆ ਏਦਾਂ, ਹਨਾ। ਮਤਲਬ ਉਹ ਟਾਈਪ ਵੱਲ ਨੂੰ ਜਦੋਂ ਅਗਲੇ ਨੇ ਉੱਤੇ ਇੱਕ ਤੇ ਉਂਗਲੀ ਮਾਰ ਕੇ ਦੇਖੀ, ਸਾਹਮਣੇ ਸਕਰੀਨ ਦੇ ਉੱਤੇ ਲਿਖਿਆ ਗਿਆ ਏਦਾਂ, ਹਨਾ। ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਲੱਗ ਜਾਣਾ ਪਤਾ। ਹੁਣ ਅਜੇ ਤਾਈਂ ਸਾਨੂੰ ਜਾਣੀ ਹੁਣ ਜਿੱਦਾਂ ਕੰਪਿਊਟਰ ਤਾਂ ਕੀਬੋਰਡ ਦਾ ਰਿਸ਼ਤਾ ਆ, ਇਦਾਂ ਸਾਨੂੰ ਰੱਬ ਤਾਂ ਗੁਰੂ ਸਿੱਖ ਇਹ ਰਿਸ਼ਤੇ ਜਿਹੜੇ ਆ ਇਹ ਪਛਾਣਨੇ ਪੈਣੇ ਵੀ ਹੈ ਰੱਬ ਕੌਣ ਆ, ਗੁਰੂ ਕੌਣ ਆ ਤੇ ਸਿੱਖ ਕੌਣ ਆ। ਤੇ ਜਿਹੜੀ ਨਾ ਗੱਲ ਪੰਥਪ੍ਰੀਤ ਸਿੰਘ ਕਰਦਾ ਸੀਗਾ ਵੀ ਪਰਮਾਤਮਾ ਉੱਤੇ ਬੈਠਾ, ਜੋ ਚਾਹੇ ਤਾਂ ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਵਾਲਿਆਂ ਨੂੰ ਘਾਹ ਬਿਨਾਂ ਸਾਹ ਤੋਂ ਰੱਖ ਸਕਦਾ ਜਿਹੜਾ ਬੰਦਾ। ਜਿਹੜੇ ਪ੍ਰਮਾਤਮਾ ਨੂੰ ਉਹ ਕਹਿੰਦੇ ਆ, ਜਿਹਨੂੰ ਪੁਜਾਰੀ ਕਹਿੰਦਾ, ਜਿਹਨੂੰ ਪੰਥਪ੍ਰੀਤ ਕਹਿ ਰਿਹਾ, ਉਸ ਪ੍ਰਮਾਤਮਾ ਦੇ ਉੱਤੇ ਨਾ ਲਾਹਣਤਾਂ ਪੈ ਰਹੀਆਂ। ਅੱਜ ਉਸ ਪ੍ਰਮਾਤਮਾ ਨੂੰ ਜਦੋਂ ਮੰਦਿਰ ਦੇ ਵਿੱਚ ਇੱਕ ਮੁਸਲਮਾਨ ਕੁੜੀ ਨੂੰ ਲਿਜਾ ਕੇ 8 ਦਿਨ ਤੱਕ ਬਲਾਤਕਾਰ ਕੀਤਾ ਗਿਆ ਉਹਦੇ ਨਾਲ, ਤੇ ਉਹ ਕਹਿੰਦੇ ਵੀ ਅਰਦਾਸ ਪ੍ਰਮਾਤਮਾ ਸੁਣ ਲੈਂਦਾ। ਕਿਸੇ ਬੰਦੇ ਨੂੰ ਕੋਈ ਸ਼ੱਕ ਹੈ ਵੀ ਉਸ ਕੁੜੀ ਨੇ ਦਿਲੋਂ ਅਰਦਾਸ ਨਾ ਕੀਤੀ ਹੋਊਗੀ ਪ੍ਰਮਾਤਮਾ ਮੈਨੂੰ ਬਚਾ ਲਾ ਇਹਨਾਂ ਤੋਂ? ਕੋਈ ਸ਼ੱਕ ਵਾਲੀ ਕੋਈ 8 ਸਾਲ ਦੀ ਕੁੜੀ ਦੇ ਉੱਤੇ ਜਦੋਂ ਏਦਾਂ ਜਿਹੜੇ ਜਵਾਨ ਬੰਦੇ ਚੜੇ ਹੋਣਗੇ, ਉਹਨੇ ਕਿਹਾ ਨਾ ਹੋਊਗਾ ਮੇਰੀ ਪ੍ਰਮਾਤਮਾ ਜੇ ਤੂੰ ਹੈਗਾ ਤਾਂ ਮੈਨੂੰ ਬਚਾਉਂਦਾ ਕਾਹਦੇ ਵਾਸਤੇ ਨਹੀਂਗਾ। ਜਿਹੜਾ ਪ੍ਰਮਾਤਮਾ ਬਿਨਾਂ ਸਾਹਾਂ ਤੋਂ ਰੱਖ ਸਕਦਾ, ਜਿਹੜਾ ਪ੍ਰਮਾਤਮਾ ਮਾਸ ਵਾਲੇ ਤੋਂ ਘਾਹ ਖਾਣ ਲਾ ਸਕਦਾ ਹੈ, ਇੱਕ ਬੱਚੀ ਨੂੰ ਨਹੀਂ ਬਚਾ ਸਕਦਾ, ਉਹ ਬਸ ਇੰਨਾ ਕੰਮਾਂ ਚੁਲ ਜਿਆ ਹੋਇਆ ਪ੍ਰਮਾਤਮਾ। ਉਹ ਲਾਹਣਤ ਹੈ ਪ੍ਰਮਾਤਮਾ ਪੰਥਪ੍ਰੀਤ ਦੇ ਤੇ ਪੰਥਪ੍ਰੀਤ ਦੇ ਪ੍ਰਮਾਤਮਾ ਦੇ ਉੱਤੇ, ਜੇ ਉਹ ਇਹੋ ਜਿਹੇ ਕੰਮ ਕਰੀ ਜਾਂਦਾ ਸਾਰੇ ਦੇ ਸਾਰੇ, ਤੇ ਜਿਹੜੇ ਕੰਮ ਕਰਨ ਵਾਲੇ ਆ ਉਹ ਨਹੀਂ ਕਰ ਰਿਹਾ ਹੈਗਾ। ਬੜੀ ਸ਼ਰਮ ਆਉਂਦੀ ਆ ਵੀ ਅਸੀਂ ਇਸੇ ਹੀ ਧਰਮ ਦਾ ਹਿੱਸਾ ਆ, ਅਸੀਂ ਜਾਣੀ ਜਿਹੜੀ ਜੋ ਕੁਛ ਇਹ ਸਾਨੂੰ ਸਾਡੇ ਤੇ ਲੋਡ ਕੀਤਾ ਜਾ ਰਿਹਾ। ਜਦੋਂ ਟਕਸਾਲੀਆਂ ਦਾ ਕਾਰ ਵਿਹਾਰ ਦੇਖਦੇ ਆ, ਜਿੱਦਾਂ ਦੀਆਂ ਗੱਲਾਂ ਕਹਿੰਦੇ, ਜਿੱਦਾਂ ਦੀਆਂ ਗਾਲਾਂ ਆ ਨਾ, ਜਿੱਦਣ ਦਾ ਭਿੰਡਰਾਂ ਵਾਲੇ ਤੇ ਸਵਾਲ ਹੋਏ ਆ ਜੀ, ਉਹਨੇ ਇੰਨੀਆਂ ਕ ਪੋਸਟਾਂ ਦੇ ਉੱਤੇ ਨਵੀਆਂ ਆਈਡੀਆਂ, ਨੇਕੀ ਦਾ ਜਵਾਈ ਫਲਾਨਾ ਉਹ ਬਣਾ ਕੇ ਆਈਡੀਆਂ, ਤੇ ਉਹਦੇ ਚ ਪੋਸਟਾਂ ਪਾ ਕੇ ਜਿਹੜੀ ਸ਼ਬਦਾਵਲੀ ਵਰਤਦੇ ਨਾ ਉਹ ਫਿਰ ਟੈਗ ਕਰਦੇ ਆ ਮੈਨੂੰ, ਤੇ ਫਿਰ ਉਹ ਕਹਿੰਦੇ ਵੀ ਸਾਡਿਆਂ ਦੀ ਰਿਸਪੈਕਟ ਕਰੋ ਵੱਡਿਆਂ ਦੀ। ਹੁਣ ਸਵਾਲ ਜਾਨੀ ਮੇਰੇ ਮਨ ਚ ਦਿਨੋਂ ਦਿਨ ਸਵਾਲ ਆਈ ਜਾਂਦਾ ਵੀ ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਇਹੀ ਕੁਛ ਕਰਦੇ ਰਹੇ ਆ? ਜੇ ਉਹਦੇ ਪਦੈਸ਼ ਇਹ ਆ, ਜੇ ਇਹ ਬੰਦੇ ਉਹਨੂੰ ਫੋਲੋ ਕਰਨੇ ਵਾਲੇ ਕਹਿੰਦੇ ਅਸੀਂ ਚਾਹਵਾਨ ਆ ਉਹਦੇ, ਤੇ ਮਨ ਚ ਸਵਾਲ ਉੱਠਦਾ ਤੇ ਜਿਹੜੇ ਉਹਨਾਂ ਦੇ ਬੱਚੇ ਉਹ ਇਦਾਂ ਹੀ ਪੈਦਾ ਹੋਏ ਹੋਣਗੇ ਏਦਾਂ, ਬਿਲਕੁਲ ਕੋਈ ਉਹਨਾਂ ਨੂੰ ਏਦਾਂ ਕੋਈ ਜਵਾਈ ਬਣ ਕੇ ਚੜਿਆ ਹੋਊਗਾ ਉਹਨਾਂ ਦੀਆਂ ਔਰਤਾਂ ਤੇ, ਇਹ ਰਿਸ਼ਤਾ ਰਿਹਾ ਹੋਊਗਾ ਉਹਨਾਂ ਦਾ ਮਨ ਚ। ਜਾਣੀ ਚਾਹੀਦਾ ਜਿਹੜਾ ਉਹ ਧਰਮ ਦੀ ਤੁਸੀਂ ਗੱਲ ਕਰਦੇ ਆ, ਉਹਨਾਂ ਦੇ ਕਾਰਜ ਦੇਖਦੇ ਨਾ, ਉਹਨਾਂ ਦਾ ਵਿਹਾਰ ਦੇਖਦੇ ਆ, ਤੇ ਇੰਨੇ ਸਵਾਲ ਆਉਂਦੇ ਆਪਣੇ ਆਪ ਨੂੰ ਇਦਾਂ ਲੱਗਦਾ ਵੀ ਅਸੀਂ ਗੱਲ ਮੁੜ ਕੇ ਉੱਥੇ ਆਉਂਦੀ ਵੀ ਕਿਉਂ ਨਹੀਂ ਅਸੀਂ ਲਕੀਰ ਖਿੱਚ ਕੇ ਨਾਲੋਂ ਵੱਖਰੇ ਹੁੰਦੇ ਵੀ ਅਸੀਂ ਇਹ ਨਹੀਂ ਹੈਗੇ ਜੋ ਇਹ ਆ। ਬਿਲਕੁਲ ਕਿਤੇ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦੀ ਵੀ ਆਪਾਂ ਗੱਲ ਕਰਦੇ ਉਦੋਂ ਇਹ ਥੋੜੀ ਤੈਅ ਹੋਣਾ, ਭਗਤ ਕਬੀਰ ਜੀ ਹੁਣਾਂ ਨੇ ਇਦਾਂ ਥੋੜੀ ਕਹਿ ਦਿੱਤਾ ਸੀ ਵੀ ਅਸੀਂ ਆ ਫਲਾਨਾ ਧਰਮ ਆ ਸਾਡਾ, ਹਨਾ। ਹੁਣ ਜਦੋਂ ਗੱਲ ਆਉਂਦੀ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਪਰ ਹੈ ਕੀ ਆ? ਉਹ ਦਿੱਤਾ ਨਾ ਕੋਈ ਨਹੀਂ ਨਾ, ਉਹਨੇ ਇਹ ਕਹਿ ਦਿੱਤਾ ਵੀ ਇਹ ਨਹੀਂ ਹੈਗੇ ਅਸੀਂ। ਹੁਣ ਸਾਨੂੰ ਵੀ ਜਿਹੜੇ ਬੰਦੇ ਇਹ ਪੁੱਛਦੇ ਆ ਨਾ ਵੀ ਜੇ ਅਸੀਂ ਕਹੀਏ ਵੀ ਅਸੀਂ ਸਿੱਖ ਨਹੀਂ ਜਾਂ ਅਸੀਂ ਇਹਨਾਂ ਦੇ ਨਹੀਂ ਤੇ ਕੀ ਆ, ਉਹ ਪਹਿਲਾਂ ਤੈਅ ਕਰੋ, ਜ਼ਰੂਰੀ ਨਹੀਂ ਹੈਗਾ। ਅਸੀਂ ਇਹ ਕਹਿ ਦਈਏ ਵੀ ਇਹਨਾਂ ਦੇ ਨਾਲ ਦੇ ਨਹੀਂ ਹੈਗੇ ਅਸੀਂ, ਉਹ ਅਸੀਂ ਜਦੋਂ ਸਾਡਾ ਬਣਿਆ ਸਾਡਾ ਡਿਸਾਈਡ ਕਰ ਲਾਂਗੇ ਅਸੀਂ ਉਹ ਕੀ ਆ, ਅਸੀਂ ਉਹ ਦੇਖਾਂਗੇ ਅਸੀਂ, ਹਨਾ। ਪਰ ਫਿਲਹਾਲ ਇਹ ਆ ਵੀ ਅਸੀਂ ਇਹ ਨਹੀਂ ਗੇ ਘੱਟੋ ਘੱਟ। ਬਸ ਇਹ ਸਭ ਤੋਂ ਜਿਹੜੀ ਵੱਡੀ ਲਕੀਰ ਆ ਜਿਹੜੀ ਉਹ ਖਿੱਚ ਲੈਣੀ ਪੈਣੀ ਆ। ਉਦੋਂ ਬਾਅਦ ਵਿੱਚ ਛੋਟੀਆਂ ਲਕੀਰਾਂ ਆਪਣੇ ਆਪ ਜਿਹੜੀਆਂ ਵਾਹੀਆਂ ਜਾਣਗੀਆਂ ਉਹ ਤਾਂ ਉਹ ਜਿੱਦਾਂ ਦਾ ਬਣੀ ਜਾਣਾ ਸਮਾਂ, ਔਰ ਆ ਜਾਊਗਾ ਜੀ ਸਮਾਂ, ਉਹ ਦੂਰ ਨਹੀਂ ਹੈਗਾ ਦਿਨ, ਤੁਸੀਂ ਦੇਖ ਲਿਓ, ਗਰੰਟੀ ਆ ਸਾਨੂੰ ਤਾਂ, ਮੈਨੂੰ ਤਾਂ ਦਿਸ ਰਿਹਾ ਜਾਣੀ ਆਪਣੇ ਇਹਨਾਂ ਦੇ ਕੰਮ ਦੇਖ ਕੇ ਨਾ ਦਿਨੋਂ ਦਿਨ ਹੌਸਲਾ ਹੋਈ ਜਾਂਦਾ ਵੀ ਨਹੀਂ ਉਹ ਦਿਨ ਦੂਰ ਨਹੀਂ ਹੈਗਾ, ਤੁਸੀਂ ਦੇਖਿਓ ਇਹ ਨਹੀਂ ਕਿੱਦਾਂ ਲਪੀਟੇ ਜਾਣਾ ਆ। ਠੀਕ ਆ ਭਈ, ਕੋਈ ਸ਼ੱਕ ਨਹੀਂ ਜੀ। ਠੀਕ ਹੈ ਜੀ, ਧੰਨਵਾਦ ਤੁਸੀਂ। ਥੈਂਕ ਯੂ ਜੀ। ਨਹੀਂ ਉਹ ਬੜਾ ਜ਼ਰੂਰੀ ਆ ਜੀ, ਜਿਹੜੀ ਗੱਲ ਅਸੀਂ ਕਰਦੇ ਸੀ ਨਾ ਵੀ ਜਿਹੜੀ ਭਾਈ ਰਣਜੀਤ ਸਿੰਘ ਹੋਰਾਂ ਨੇ ਇਹ ਕਹੀ ਆ ਜਿਹੜੇ ਸਵਾਲ ਜਵਾਬ ਦੀ, ਉਹ ਜਿਹੜੀ ਵਿਆਖਿਆ ਕੀਤੀ ਜਾ ਰਹੀ ਆ, ਜਿਹੜੀ ਗੱਲ ਦੱਸੀ ਜਾ ਰਹੀ ਆ, ਉਹਨੂੰ ਸੁਣਨੇ ਵਾਲਾ ਕਿੱਦਾਂ ਲੈਂਦਾ ਆ, ਉਹਦੇ ਮਨ ਚ ਕਿੱਦਾਂ ਰਿਐਕਟ ਕਰਦੀ ਆ। ਠੀਕ ਆ। ਜੇ ਹੁਣ ਤੁਸੀਂ ਮੰਨ ਲਓ ਉਹ ਨਾ, ਮੈਂ ਦੱਸਦਾ ਬੱਚਾ ਆਪਣੇ ਸਾਡੇ 2 ਦਿਨ ਦਾ ਵੀ ਨਹੀਂ ਸੀ, 2 ਦਿਨ ਬਾਅਦ ਤਾਂ ਸਾਨੂੰ ਘਰੇ ਭੇਜ ਦਿੱਤਾ ਸੀ ਉਹਨੇ। ਠੀਕ ਹੈ। ਅਜੇ 1 ਦਿਨ ਦਾ ਰੱਖ ਲਓ, ਜਾਨੀ ਦੂਜੇ ਦਿਨ ਉਹ ਕਹਿੰਦੇ ਵੀ ਅਸੀਂ ਹੀਅਰਿੰਗ ਟੈਸਟ ਕਰਨਾ ਹੈ।
ਠੀਕ ਹੈ। ਤੇ ਹੁਣ ਮੈਂ ਬੜਾ ਉਹਨਾਂ ਨੂੰ ਤਾਂ ਪੁੱਛਿਆ ਨਾ ਵੀ ਏਦਾਂ ਕਿੱਦਾਂ ਕਰੂੰਗਾ ਤੁਸੀਂ ਨਾ। ਫਿਰ ਮੈਂ ਸੋਚਿਆ ਵੀ ਜਿੱਦਾਂ ਟੈਂਪਰੇਚਰ ਦੇਖਦੇ ਆ ਤੇ ਉਹ ਵੀ ਦੇਖੇ ਗਏ ਆ ਕਿ ਏਦਾਂ ਇੱਕ ਹੈਗਾ ਥਰਮਾਮੀਟਰ ਕੰਨ ਚ ਏਦਾਂ ਰੱਖਦੇ ਆ ਤੇ ਰੱਖ ਕੇ ਟਿਕ ਕਰਦੇ ਆ ਤੇ ਉਂਗਲੀ ਤੇ ਲਾ ਲੈਂਦੇ, ਉਹਨਾਂ ਦੇਖ ਲੈਂਦੇ ਆ ਵੀ ਕੁਛ ਏਦਾਂ ਦਾ ਹੋਊਗਾ। ਤੇ ਉਹ ਜੀ ਆ ਗਏ ਵੱਡੀ ਸਾਰੀ ਮਸ਼ੀਨ ਲੈ ਕੇ ਟਰੋਲੀ ਦੇ ਉੱਤੇ ਤੇ ਏਦਾਂ ਉਹ ਤੇ ਕਈ ਸਿਸਟਮ ਤੇ ਕਰਕੇ ਏਦਾਂ ਲੈ ਕੇ ਬਾੜ ਲਈ ਉਹਨੀ ਅੰਦਰ ਕਮਰੇ ਦੇ ਤੇ ਕਰਕੇ ਚਲੋ ਫਿਰ ਮੈਂ ਆਖਿਆ ਵੀ ਚਲੋ ਹੋਊਗਾ, ਦੇਖਦੇ ਕੀ ਕਰਦੇ ਆ। ਤੇ ਦੇਖ ਕੇ ਉਹਨੀ ਸਕਰੀਨ ਆਪਣਾ ਔਨ ਏਦਾਂ ਕੰਪਿਊਟਰ ਜਿੱਦਾਂ ਆਪਣਾ ਲੈਪਟਾਪ ਹੁੰਦਾ ਏਦਾਂ ਉਹਨੂੰ ਬਾਹਰ ਨੂੰ ਕੱਢਿਆ, ਸਕਰੀਨ ਨੂੰ ਕਰਕੇ ਤਾਰਾਂ ਤੂਰਾਂ ਆਪਣੀਆਂ ਸੈੱਟ ਕਰਕੇ ਤੇ ਕਰਕੇ ਥੋੜੇ ਚਿਰ ਬਾਅਦ ਉਹ ਕਹਿੰਦੇ ਜੀ ਠੀਕ ਆ। ਮੈਂ ਕੁਰਸੀ ਤੇ ਬੈਠਾ ਤੇ ਉਹ ਨਾ ਕੰਨਾਂ ਨੂੰ ਕੁਛ ਲਾਇਆ ਨਾ ਕੁਛ ਏਦਾਂ ਹਨਾ। ਫਿਰ ਮੈਂ ਪੁੱਛਿਆ, ਮੈਂ ਕਿਹਾ ਕੀ? ਉਹ ਕਹਿੰਦੇ ਅਸੀਂ ਮਿਊਜ਼ਿਕ ਵਜਾਇਆ, ਜਿਹੜਾ ਮਿਊਜ਼ਿਕ ਬਹੁਤ ਬਹੀਨ ਹੈ, ਜਾਨੀ ਸਾਨੂੰ ਨਹੀਂ ਸੁਣਦਾ ਉਹ। ਠੀਕ ਹੈ, ਜਿਹੜੇ ਸਾਡੇ ਕੰਨਾਂ ਦਾ ਜਿਹੜਾ ਸੁਣਨੇ ਦਾ ਲੈਵਲ ਆ ਉਹ ਜਿੱਦਾਂ ਛੋਟੇ ਬੱਚੇ ਦਾ ਜਿਹੜਾ ਜ਼ਿਆਦਾ ਹੁੰਦਾ। ਠੀਕ ਹੈ, ਤੇ ਉਹ ਉਮਰ ਦੇ ਹਿਸਾਬ ਨਾਲ ਜਦੋਂ ਹੁਣ ਹੀਅਰਿੰਗ ਟੈਸਟ ਵੀ ਕਰਦੇ ਆ ਉਹ ਤੁਹਾਨੂੰ ਪੁੱਛਦੇ ਆ ਵੀ ਉਮਰ ਕਿੰਨੀ ਆ, ਕਿਹੜੇ ਕਿਹੜੇ ਕੰਮ ਕਰਦੇ ਰਹੇ ਤੁਸੀਂ, ਉਹਦੇ ਹਿਸਾਬ ਨਾਲ ਅੰਦਾਜ਼ਾ ਲਾਉਂਦੇ ਵੀ ਜਿਹੜਾ ਬੰਦਾ 10 ਸਾਲ ਮਿਲਟਰੀ ਚਲਾਇਆ ਆ, ਠੀਕ ਹੈ, ਇਹਦਾ ਲੈਵਲ ਤਾਂ ਜਾਨੀ ਕਿਉਂਕਿ ਗੋਲੀਆਂ ਦੀ ਆਵਾਜ਼ ਸੁਣਦਾ ਰਿਹਾ ਇਹ ਹਨਾ, ਇਹਨੂੰ ਤਾਂ ਇੰਨਾ ਕੁ ਵੀ ਸੁਣੀ ਜਾਵੇ ਨਾ ਤਾਂ ਠੀਕ ਹੈ ਇਹਦੀ। ਠੀਕ ਹੈ, ਇੱਕ ਬੰਦੇ ਨੇ ਕੁਛ ਵੀ ਨਹੀਂ ਕੀਤਾ, ਦਫ਼ਤਰ ਚ ਕਰਦਾ ਰਿਹਾ, ਉਹਨੂੰ ਕਹਿੰਦੇ ਵੀ ਇਹਦੇ ਹਿਸਾਬ ਨਾਲ ਜੇ ਇਸ ਤੋਂ ਥੱਲੇ ਇਹਦਾ ਲੈਵਲ ਸਮਝ ਲਓ ਪ੍ਰੋਬਲਮ ਆ, ਇਹਨੂੰ ਗਾਹਾਂ ਸੁਝਾ ਦੇਣਾ ਚਾਹੀਦਾ ਵੀ ਏਦਾਂ ਕਰਨਾ ਤੇ ਉਹ ਸੈਂਸਿਟਿਵਿਟੀ ਜਿਹੜੀ ਇਹਦੀ ਦੇਖਦੇ। ਉਹ ਕਹਿੰਦੇ ਵੀ ਅਸੀਂ ਮਿਊਜ਼ਿਕ ਵਜਾਇਆ ਸੀ ਤੇ ਵਜਾ ਕੇ ਉਹ ਅਸੀਂ ਦੇਖਦੇ ਸੀ ਵੀ ਹਿੱਲਦਾ ਵੀ ਕਈ ਮਿਊਜ਼ਿਕ ਸੁਲਾਉਣੇ ਵਾਲੇ ਆ, ਕਈ ਜਿੱਦਾਂ ਟੱਪਣੇ ਵਾਲੇ ਨੱਚਣੇ ਵਾਲੇ ਆ, ਵੀ ਉਹ ਧੌਣ ਘੁਮਾ ਨਾਲ ਅਸੀਂ ਦੇਖਣਾ ਸੀ ਵੀ ਉਹ ਉਧਰ ਨੂੰ ਦੇਖਦਾ ਆ, ਇੱਕਦਮ ਉਹ ਹਿੱਲਿਆ ਜਾਣੀ ਦੇਖ ਕੇ ਉਧਰ ਨੂੰ। ਠੀਕ ਹੈ, ਹੁਣ ਉਹ ਚੀਜ਼ ਸਾਨੂੰ ਨਹੀਂ ਪਤਾ ਲੱਗਦੀ, ਠੀਕ ਹੈ, ਪਰ ਉਹ ਦੇਖਦੇ ਆ ਵੀ ਇਹ ਰਿਐਕਟ ਕਿੱਦਾਂ ਕਰਦਾ ਹੈ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਆ ਹਨਾ। ਹੁਣ ਜਿਹੜਾ ਬੰਦਾ ਮੰਨ ਲਓ ਕੋਈ ਭਾਸ਼ਾ ਆ ਉਹ ਕਰਕੇ ਉਹ ਚੁਟਕਲਾ ਕੋਈ ਸੁਣਾਉਂਦੇ ਹੁੰਦੇ ਨਾ, ਕੋਈ ਕਹਿੰਦੇ ਗੋਰਾ ਚਲ ਗਿਆ ਪੰਜਾਬ ਤੇ ਉਹ ਜਾ ਕੇ ਉੱਥੇ ਘੁੰਮਿਆ 6 ਮਹੀਨੇ ਤੇ ਉਹ ਕਹਿੰਦਾ ਵੀ ਮੈਨੂੰ ਭਾਸ਼ਾ ਬਹੁਤ ਸੋਹਣੀ ਲੱਗੀ ਵੀ ਮੈਂ ਭਾਸ਼ਾ ਸਿੱਖਣੀ ਆ। ਠੀਕ ਹੈ, ਤੇ ਉਹ ਟੀਚਰਾਂ ਕੋ ਗਿਆ, ਉਹਨੇ ਥੋੜਾ ਬਹੁਤਾ ਕੀਤਾ, ਉਹ ਕਹਿੰਦੇ ਨਹੀਂ ਵੀ ਜੇ ਤੂੰ ਜਿਹੜੀ ਭਾਸ਼ਾ ਜੇ ਪੰਜਾਬੀ ਸਿੱਖਣੀ ਆ ਤਾਂ ਪਿੰਡ 'ਚ ਜਾ ਕੇ ਤੇ ਠੇਠ ਜਿਹੜੀ ਪੰਜਾਬੀ ਆ ਉਹ ਤਾਂ ਉੱਥੋਂ ਸਿੱਖ ਹੋਣੀ ਆ ਹਨਾ, ਪਿਆ ਤਾਂ ਤੈਨੂੰ ਅਲਫਾਬੈਟ ਏਦਾਂ ਦੱਸ ਦੋਗੇ ਉਹ। ਤੇ ਉਹ ਪਿੰਡ 'ਚ ਗਿਆ, ਉਹਨੂੰ ਕਿਸੇ ਜੱਟ ਨੂੰ ਪੁੱਛਿਆ, ਏਦਾਂ ਪਿੰਡ ਦੇ ਰਹਿਣੇ ਵਾਲੇ ਨੂੰ, ਜੱਟ ਮਤਲਬ ਕੋਈ ਵੀ ਹੋ ਸਕਦਾ, ਜਾਤੀਵਾਦੀ ਨਹੀਂ ਹੈਗਾ ਜੀ, ਪਿੰਡ ਦੇ ਪਿੰਡੂ ਨੂੰ ਪੁੱਛਿਆ ਵੀ ਜੀ ਮੈਂ, ਉਹ ਕਹਿੰਦਾ ਨਹੀਂ ਇਹ ਸਿੱਖ ਨਹੀਂ ਹੋਣੀ, ਵੀ ਹੋਰ ਭਾਸ਼ਾ ਸਿੱਖ ਹੋ ਜਾਣੀ ਆ, ਵੀ ਇਹ ਨਹੀਂ ਸਿੱਖ ਹੋਣੀ ਤਾਂ ਸਾਰੀ ਉਮਰ ਸਾਨੂੰ ਨਹੀਂ ਪਤਾ ਲੱਗਦਾ ਕਈ ਗੱਲਾਂ ਦਾ, ਵੀ ਜਿਹੜੀ ਤੂੰ ਚਾਹੁੰਦਾ ਜੋ ਕੁਛ ਜੋ ਮਾਹੌਲ ਇੱਥੇ ਦਾ ਦੇਖ ਕੇ ਕਹਿੰਦਾ ਵੀ ਇਦਾਂ ਦੀ ਇਹ ਨਹੀਂ ਸਿੱਖ ਹੋਣੀ। ਠੀਕ ਹੈ ਹਨਾ, ਵੀ ਤੂੰ ਮਾੜੀ ਮੋਟੀ ਪੜ੍ਹਨੇ ਲਿਖਣੇ ਵਾਲੀ ਸਿੱਖ ਲੈ ਜੇ ਸਿੱਖਣੀ। ਉਹਨੂੰ ਜੋ ਗੁੱਸਾ ਖਾ ਗਿਆ, ਉਹ ਕਹਿੰਦਾ ਮੈਂ ਸਿੱਖ ਕੇ ਦਿਖਾ ਲੂੰ ਤੈਨੂੰ। ਤੇ ਉਹ ਕਹਿੰਦੇ ਜਦੋਂ 2-4 ਮਹੀਨੇ ਬਾਅਦ ਸਿੱਖ ਕੇ ਏਦਾਂ ਚੱਲ ਗਿਆ ਉਹਦੇ ਕੋਲ, ਉਹ ਕਹਿੰਦਾ ਪੁੱਛ ਮੈਂ ਸਿੱਖਿਆ ਸਾਰੀ। ਠੀਕ ਹੈ, ਤੇ ਉਹ ਕਿਤੇ ਖੇਤਾਂ ਤੋਂ ਆਉਂਦਾ ਸੀ ਬੰਦਾ, ਹੁਣ ਖੇਤਾਂ ਤੋਂ ਆਉਂਦਾ ਸੀ ਤੇ ਜਿੱਥੇ ਸੀਗਾ ਉੱਥੇ ਬਹਿ ਗਿਆ ਥੱਲੇ, ਬੈਠ ਕੇ ਥੱਲੇ ਫੂਕ ਮਾਰੀ ਉਹਨੇ, ਕੱਚੀ ਥਾਂ ਸੀ, ਫੂਕ ਮਾਰ ਕੇ ਕਹਿੰਦਾ ਆਹ ਦੱਸ ਕੀ ਹੋ ਗਿਆ। ਠੀਕ ਹੈ, ਉਹ ਕਹਿੰਦਾ ਸਾਫ਼, ਉਹ ਕਹਿੰਦਾ ਨਹੀਂ ਸਾਫ਼ ਨਹੀਂ, ਪੰਜਾਬੀ ਠੇਠ ਪੰਜਾਬੀ ਚ ਦੱਸ। ਉਹ ਕਹਿੰਦਾ ਫਿਰ ਉਹਨੂੰ ਯਾਦ ਆ ਗਿਆ, ਉਹ ਕਹਿੰਦਾ ਰੜਾ ਹੋ ਗਿਆ। ਠੀਕ ਹੈ, ਰੜਾ। ਉਹ ਕਹਿੰਦਾ ਨਹੀਂ ਰੜਾ ਨਹੀਂ ਹੋ ਗਿਆ, ਇਹ ਰੜਾ ਪਟਕ ਹੋ ਗਿਆ। ਹੁਣ ਉਹ ਜਿਹੜੀ ਉਹ ਆ ਨਾ ਗੱਲ ਵੀ ਜਦੋਂ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਵੀ ਮੈਨੂੰ ਆਉਂਦਾ ਆ, ਮੈਨੂੰ ਪਤਾ ਆ, ਉਹਨੂੰ ਜਦੋਂ ਤੁਸੀਂ ਆਵਾਜ਼ ਮਾਰਦੇ ਆ ਅਗਲੇ ਕਹਿੰਦੇ ਮੈਨੂੰ ਭਾਸ਼ਾ ਲੱਗ ਗਈ ਪਤਾ, ਤੁਸੀਂ ਕਹਿੰਦੇ ਵੀ ਆਹ ਚੀਜ਼ ਲੈ ਕੇ ਆ। ਹੁਣ ਕਹਿਣ ਤੋਂ ਬਾਅਦ ਗੱਲ ਖਤਮ ਨਹੀਂ ਹੋ ਗਈ, ਦੇਖਣਾ ਆ ਵੀ ਕੀ ਉਹੀ ਲੈ ਕੇ ਆਉਂਦਾ, ਉਹੀ ਕਰ ਰਿਹਾ, ਫਿਰ ਪਤਾ ਲੱਗਣਾ ਵੀ ਸਮਝ ਗਿਆ ਕਿ ਨਹੀਂ। ਠੀਕ ਹੈ, ਹੁਣ ਜਿਹੜੀਆਂ ਆਵਾਜ਼ਾਂ ਸਾਡੇ ਪ੍ਰਚਾਰਕ ਦੇ ਰਹੇ ਆ, ਦੱਸੀ ਜਾ ਰਹੇ ਆ, 1.5-2-3 ਘੰਟੇ ਬੋਲੀ ਜਾ ਰਹੇ ਆ, ਲੋਕ ਜਕਾਰੇ ਛੱਡੀ ਜਾ ਰਹੇ ਆ, ਫਿਰ ਦੇਖਣਾ ਆ ਵੀ ਉਹ ਜੋ ਕਹਿੰਦੇ ਆ ਸਮਝਦੇ ਵੀ ਹੈਗੇ ਉਹ ਕਿ ਨਹੀਂ। ਬਿਲਕੁਲ ਠੀਕ ਹੈ, ਇਦਾਂ ਤਾਂ ਨਹੀਂ ਕਿਤੇ ਸਵਾਦ ਲੈ ਰਹੇ ਉਹਦੇ ਵਿੱਚੋਂ। ਠੀਕ ਹੈ, ਉਹ ਪਤਾ ਲੱਗਣਾ ਜਦੋਂ ਉਹਨਾਂ ਦੇ ਸਵਾਲ ਉੱਠੇ। ਸਾਡੇ ਨਾਲ ਇੱਕ ਸਰੋਤੇ ਆ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਤੁਸੀਂ ਆਉਨੇ ਰਹੋ ਜੀ ਇਸ ਵੇਲੇ ਰੇਡੀਓ ਵਿਰਸਾ ਤੇ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਹਾਂ ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਗੱਲ ਕਰਨੀ ਸੀ, ਕੱਲ ਵੀ ਤੁਸੀਂ ਥੋੜੀ ਜਿਹੀ ਛੇੜੀ ਸੀ ਜਿਹੜੇ ਸਿਧਾਂਤਾਂ ਦੇ ਉੱਤੇ। ਹਾਂਜੀ, ਤੇ ਜਿਹੜਾ ਬ੍ਰਾਹਮਣ ਸਿਖਾਏ ਨੇ ਆਪਣੇ ਸਿਧਾਂਤਾਂ ਨੂੰ, ਜਿਹੜਾ ਮੁਗਲਾਂ ਨਾਲੋਂ ਜ਼ਿਆਦਾ ਕੋਰਾ ਲਾਇਆ ਜੀ। ਹਾਂਜੀ ਕੋਈ ਸ਼ੱਕ ਨਹੀਂ। ਜਦੋਂ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਹਿੰਦੂ ਵੰਨਾ ਤੁਰਕੂ ਕਾਣਾ, ਹਾਂਜੀ, ਮੁੜ ਕੇ 10 ਪਾਤਸ਼ਾਹੀਆਂ ਦੀ ਬਾਣੀ ਇਹਨਾਂ ਨੇ ਬਾਹਰੋਂ ਵੀ ਇਕੱਠੀ ਕਰਕੇ ਲਿਆਂਦੀ। ਉਹਨੂੰ
ਉਸ ਚੱਕਰ 'ਚ ਬ੍ਰਾਹਮਣ ਮੁਸਲਮਾਨ ਜਿਹੜਾ ਮੁਗਲ ਆ ਉਹਨੂੰ ਘੱਟ ਤਕਲੀਫ ਹੋਈ ਆ, ਇਹਨਾਂ ਨੂੰ ਹਿੰਦੂ ਇੰਨਾ ਕਹਿਣ ਤੇ ਇਹਨਾਂ ਨੂੰ ਜ਼ਿਆਦਾ ਤਕਲੀਫ ਹੋ ਗਈ ਬ੍ਰਾਹਮਣਾਂ ਨੂੰ। ਇਹਨਾਂ ਦੇ ਸਿਧਾਂਤ ਜਦੋਂ ਟੁੱਟੇ ਪੂਰੇ, ਫਿਰ ਇਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ ਇਹਨਾਂ ਨੂੰ ਜ਼ਿਆਦਾ ਡਰ ਪੈ ਗਿਆ ਸਿੱਖੀ ਤੋਂ, ਆਪਣੀ ਤੋਂ ਵੀ ਸਿੱਖਾਂ ਤੋਂ ਡਰ ਆ ਇਹਨਾਂ ਦੇ ਸਿਧਾਂਤਾਂ ਨੂੰ, ਕਿਉਂਕਿ ਇਹ ਪੂਰੀ ਡਾਂਕੇ ਦੀ ਚੋਟ ਤੇ ਉਹਨਾਂ ਨੂੰ ਚੈਲੰਜ ਕਰਦੇ ਸੀਗੇ। ਤੇ ਫਿਰ ਜਿਹੜਾ ਇਹ ਬ੍ਰਾਹਮਣ ਹੈ ਜੀ, ਇਹਨੇ ਦੋ ਪੱਖੀ ਕੰਮ ਕੀਤਾ। ਇੱਕ ਤਾਂ ਅੰਦਰਮੁਖੀ ਇਹਨਾਂ ਨੇ ਜਿਹੜੇ ਸਿਧਾਂਤਾਂ ਨੂੰ ਕੋਰਾ ਲਾਣਾ ਸ਼ੁਰੂ ਕੀਤਾ, ਦੂਜਾ ਇਹ ਸਟੇਟ ਨਾਲ ਰਲੇ ਜੀ। ਫਿਰ ਜਾ ਕੇ ਇਹ ਜਿੱਦਾਂ ਵੀ ਅੱਗੇ ਵੀ ਗੱਲ ਹੋਈ ਸੀਗੀ, ਇਹ ਆਪਣੇ ਪ੍ਰੋਗਰਾਮਾਂ ਦੇ ਵਿੱਚ ਜਿੰਨੇ ਵੀ ਇਹ ਮੁਗਲ ਰਾਜ ਹੋਏ ਆ, ਇਹਨਾਂ ਦੇ ਸੱਜੇ ਖੱਬੇ ਸਾਰੇ ਬ੍ਰਾਹਮਣ ਹੀ ਰਹੇ ਆ। ਇਹਨਾਂ ਦੇ ਦਿਮਾਗ 'ਚ ਸੀਗੀ ਵੀ ਫਿਜ਼ੀਕਲੀ ਜਿਹੜੀ ਸਿੱਖੀ ਆ ਉਹਨੂੰ ਨਹੀਂ ਇਹ ਢਾਹ ਸਕਦੇ ਸੀਗੇ ਵੀ ਕਿਸੇ ਵੀ ਹਾਲਤ, ਜਿੰਨਾ 'ਚ ਉਹ ਹੈ ਨਾ ਸੀ ਮਾਦਾ ਢਾਣ ਦਾ। ਇਹਨਾਂ ਨੇ ਫਿਰ ਅਟੈਕ ਕੀਤਾ ਫਿਜ਼ੀਕਲੀ, ਤਾਂ ਫਿਰ ਉਧਰੋਂ ਸਟੇਟ ਵੱਲੋਂ ਮੁਗਲਾਂ ਵੱਲੋਂ ਜਿੱਦਾਂ ਗੁਰੂ ਸਾਹਿਬ ਦੇ ਬੱਚਿਆਂ ਦਾ ਵੀ ਪਹਿਲਾਂ ਵੀ ਆਉਂਦਾ ਸਾਰਾ ਇਤਿਹਾਸ ਦੇ ਵਿੱਚ, ਤੇ ਇਹਨਾਂ ਨੇ ਫਿਰ ਉਹੀ ਹਾਲ ਆਪਣੇ ਦੂਜਿਆਂ ਦਾ ਚੱਲ ਰਿਹਾ ਜੀ ਅੱਜ ਆਪਣੇ ਇਹਨਾਂ ਦਾ ਪ੍ਰਚਾਰਕਾਂ ਦਾ। ਇਹ ਵੀ ਕੋਈ ਸਿੱਧੀ ਦੇ ਨਹੀਂ ਰਹੇ ਸਿਧਾਂਤ, ਤਾਂ ਉਹੀ ਰੱਖੇ ਹੋਏ ਇਹਨਾਂ ਨੇ ਮੁੜ ਕੇ ਉਹ ਬ੍ਰਾਹਮਣ ਵਾਲੇ ਸਾਰੇ ਹਨਾ ਪ੍ਰਚਾਰਕ। ਇਹਨਾਂ ਦਾ ਪ੍ਰਚਾਰ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ। ਹਾਂ ਨਹੀਂ ਉਹ ਸਾਡੇ ਆਲੇ ਦੁਆਲੇ ਖਲਾਰਾ ਜਿਹੜਾ ਹੈ ਨਾ ਉਸੇ ਤਰੀਕੇ ਨਾਲ ਪਾਇਆ ਆ, ਅਗਲੇ ਨੇ ਬੜੀ ਸ਼ਾਤਰਤਾ ਦੇ ਨਾਲ ਪਾਇਆ ਆ। ਫਿਰ ਅਸੀਂ ਜਿਹੜੀਆਂ ਆਵਾਜ਼ਾਂ ਮਾਰਦੇ ਆ, ਜੋ ਅਸੀਂ ਆਵਾਜ਼ ਕੱਢਦੇ ਆ, ਜੋ ਅਸੀਂ ਮੂੰਹੋਂ ਕਹਿੰਦੇ ਆ, ਉਹ ਸੁਣਨੇ ਵਾਲੇ ਨੂੰ ਉਹਦੇ ਅਰਥ ਉਹੀ ਸੁਣਦੇ ਆ ਜਿਹੜੇ ਬ੍ਰਾਹਮਣ ਦੀ ਗੀਤਾ ਦੇ ਵਿੱਚੋਂ, ਉਹਦੇ ਮਹਾਭਾਰਤ ਵਿੱਚ, ਉਹਦੇ ਗ੍ਰੰਥਾਂ ਵਿੱਚੋਂ ਸੁਣਦੇ ਸੀ। ਉਹੀ ਗੱਲ ਹੈ ਜੀ, ਉਹ ਆਪਣੀ ਮਰਜ਼ੀ ਨਾਲ ਬਣਾ ਕੇ ਲਿਆਇਆ ਸਿਧਾਂਤ ਸਾਡੇ ਉੱਤੇ, ਉਹਨੇ ਉਹੀ ਲਾਗੂ ਕਰਤੇ, ਅਸੀਂ ਉਹੀ ਚਲਾਈ ਜਾਂਦੇ ਆ ਉਹਨਾਂ ਦੀ ਮੰਨ ਕੇ। ਨਹੀਂ ਉਹ ਜੇ ਬੇਸਿਕ ਦਾ ਜ਼ੋਰ ਲੱਗ ਗਿਆ ਪੂਰਾ ਨਵਾਂ ਨਜ਼ਰੀਆ ਦੇਣ ਨੂੰ ਆਪਾਂ ਨੂੰ, ਉਹ ਨਜ਼ਰੀਏ ਦੇ ਨਾਲ ਆਪਣੇ ਸਿਧਾਂਤਾਂ ਦੇ ਉੱਤੇ ਖੜੇ ਨਹੀਂ ਰਹਿ ਸਕਦੇ ਬੰਦੇ ਆਪਣੇ, ਹਨਾ। ਇਹ ਜਿੱਦਾਂ ਉਹ ਭਾਈ ਸਾਹਿਬ ਦੇ ਵੀ ਪਹਿਲਾਂ ਉਹ ਕੈਂਸਲ ਹੋਏ ਆ, ਉਹਦੇ ਵਿੱਚ ਵੀ ਆਪਣੇ ਬੰਦਿਆਂ ਨੇ ਬਹੁਤ ਕਾਹਲੀ ਨਾਲ ਹੀ ਬਿਆਨ ਦੇ ਦਿੱਤੇ ਆ, ਹਨਾ। ਕੋਈ ਟਿਕ ਕੇ ਨਹੀਂ ਰਹਿੰਦਾ ਵੀ ਤੁਸੀਂ ਜਦੋਂ ਕੋਈ ਦੀਵਾਨ ਕੈਂਸਲ ਹੋਇਆ ਭਾਈ ਉਹਨਾਂ ਦੇ ਨਜ਼ਰੀਏ ਦੇ ਹਿਸਾਬ ਨਾਲ ਤੁਸੀਂ ਆਪ 2-4 ਦਿਨ ਦਾ ਦੇਖੋ, ਬੜੇ ਰੌਲੇ ਪਾਏ, ਤੁਹਾਡੇ ਕੋਲ ਵੀ ਫੋਨ ਸਾਡਾ ਤਾਂ ਜੀ ਮਰਨ ਹੋ ਗਿਆ, ਕੈਂਸਲ ਹੋ ਗਿਆ, ਇਹ ਜਿੱਦਾਂ ਚਲੇ ਗਈਆਂ, ਹਨਾ। ਨਹੀਂ ਕਾਲੇ ਆ ਅਸੀਂ। ਅਸਲ ਚ ਜਿਹੜੀ ਨਾ ਡਿਸਕਸ਼ਨ ਆ, ਅਜੇ ਸਾਡੀ ਧਰਮ ਦੀ ਡਿਸਕਸ਼ਨ ਨਹੀਂ ਸੀ ਹੋਣੀ ਚਾਹੀਦੀ। ਜਿਹੜੀ ਪਹਿਲਾਂ ਨਾ, ਉਹ ਤੋਂ ਪਹਿਲਾਂ ਜਿਹੜਾ ਟੀਮ ਦਾ ਕੰਸੈਪਟ ਆ, ਕਿਉਂ ਸਾਨੂੰ ਟੀਮ ਦੇ ਵਿੱਚ ਰਹਿਣ ਦੇ ਲਈ ਸਾਨੂੰ ਜਿਹੜਾ ਆ, ਜਿੱਦਾਂ ਨਾ ਤੁਸੀਂ ਕੋਈ ਵੀ ਪੁਰਜਾ ਜਿਹੜਾ ਬਣਾਇਆ ਜਾਂਦਾ, ਉਹਦੇ ਦੋ ਪੱਖ ਬੜੇ ਜ਼ਰੂਰੀ ਹੁੰਦੇ ਆ। ਇੱਕ ਤਾਂ ਉਹਨੇ ਕੰਮ ਕੀ ਕਰਨਾ, ਦੂਜਾ ਜਿਹੜਾ ਉਹਦਾ ਸੋਰਸ ਆ, ਜਿੱਥੇ ਉਹਨੇ ਜਾ ਕੇ ਫਿੱਟ ਹੋਣਾ, ਉਹਦੇ ਨਾਲ ਕਨੈਕਸ਼ਨ ਕਿੱਦਾਂ ਜੁੜਨਾ, ਉਹਦਾ ਕਨੈਕਸ਼ਨ ਕੀ ਬਣਦਾ। ਹਾਂਜੀ, ਜੇ ਉਹ ਸਾਰਾ ਜ਼ੋਰ ਇਸ ਗੱਲ ਤੇ ਲਾ ਦੇਵੇ ਪੁਰਜੇ ਦੇ ਉੱਤੇ, ਜਿੱਦਾਂ ਹੁਣ ਗੇਅਰ ਬਾਕਸ ਆ, ਹੁਣ ਕੋਈ ਬੰਦਾ ਇੰਜਣ ਆ, ਕੋਈ ਬੰਦਾ ਇੰਜਣ ਨੇ ਚੱਲਣਾ ਕਿੱਦਾਂ, ਉੱਤੇ ਤਾਂ ਸਾਰਾ ਜ਼ੋਰ ਲਾ ਦੇਵੇ। ਹਾਂਜੀ, ਇੰਜਣ ਨੇ ਰੇਡੀਏਟਰ ਨਾਲ ਕਿੱਦਾਂ ਜੁੜਨਾ, ਜਿਹੜਾ ਕਨੈਕਸ਼ਨ ਬੈਠਣਾ, ਇੰਜਣ ਨੇ ਇਗਨੀਸ਼ਨ ਦੇ ਨਾਲ ਉਹਦਾ ਕਨੈਕਸ਼ਨ ਕਿੱਦਾਂ ਹੋਣਾ, ਇੰਜਣ ਨੂੰ ਪੈਟਰੋਲ ਦੀ ਪਿੱਛੋਂ ਟੈਂਕੀ ਤੋਂ ਜਿਹੜਾ ਮਿਲਣਾ ਸੋਰਸ ਪੈਟਰੋਲ ਮਿਲਣਾ, ਉਹ ਕਿੱਥੇ ਆ, ਉਹ ਚੀਜ਼ਾਂ ਨਾ ਹੋਣ ਉਹਦੇ ਵਿੱਚ। ਹੁਣ ਉਹ ਇੰਜਣ ਕਿਸ ਕੰਮ ਦਾ, ਫਿਰ ਅਸੀਂ ਕੰਮ ਦਾ ਵੀ ਨਹੀਂ। ਇੱਕ ਵੀ ਚੀਜ਼ ਨੇ ਜਾਂ ਸਹੀ ਕੰਮ ਤੇ ਕਨੈਕਸ਼ਨ ਨਾ ਸਹੀ ਬੈਠਿਆ ਜਾਂ ਸਹੀ ਕੰਮ ਨਾ ਕੀਤਾ, ਇੰਜਣ ਨੇ ਕੰਮ ਨਹੀਂ ਕਰਨਾ, ਟੀਮ ਪਰ। ਹਾਂ, ਇੰਜਣ ਜਦੋਂ ਨਾ ਗੱਡੀ 'ਚ ਬੈਠਿਆਂ ਚਾਬੀ ਘੁਮਾਉਣੀ ਆ, ਹੁਣ ਉਹ ਕਾਰ, ਜੇ ਮੰਨ ਲਓ ਕਾਰ $5 ਲੱਖ ਦੀ ਕਾਰ ਹੋਵੇ ਤੇ ਬਹੁਤ ਵਧੀਆ, ਉਹਦਾ ਇੰਜਣ ਬਹੁਤ ਫਾਸਟ ਚੱਲਦੀ ਹੋਵੇ, ਪਰ ਉਹਨੂੰ ਸਟਾਰਟ ਕਰਨ ਲਈ ਹਰੇਕ ਵਾਰੀ ਬੋਨਟ ਖੋਲ ਕੇ ਕਰਨਾ ਪਵੇ, ਜਾਣੀ ਕੋਈ ਪਸੰਦ ਕਰੂਗਾ ਉਸ ਕਾਰ ਨੂੰ? ਨਹੀਂ ਪਸੰਦ ਕਰਦਾ। ਨਹੀਂ ਜਾਂ ਧੱਕਾ ਲਾ ਕੇ ਕਰਨਾ ਪਵੇ ਏਦਾਂ। ਹੁਣ ਉਹ ਕੀ ਆ, ਉਹਦੇ ਨਾਲੋਂ ਕੋਈ ਛੋਟੀ ਜਿਹੀ ਤਾਰ ਨਿਕਲਦੀ ਹੋਊਗੀ, ਜਿਹੜੀ ਆ ਕੇ ਗੱਡੀ ਦੇ ਵਿੱਚ ਬੈਠਿਆਂ ਨੂੰ ਸਟੀਅਰਿੰਗ ਦੇ ਥੱਲੜੇ ਪਾਸੇ ਜਿਹੜੀ ਨਿੱਕੀ ਜਿਹੀ ਹੋਲ ਆ, ਜਿਹੜੀ ਉਹਦੇ ਨਾਲ ਜੁੜੀ ਹੋਆ, ਸਟਾਰਟ ਕਰਦੀ। ਬਸ ਉਹ ਜਦੋਂ ਚਾਬੀ ਨੂੰ ਘੁਮਾਉਨੇ ਆ ਅਸੀਂ ਏਦਾਂ,
ਹੁਣ ਅਸੀਂ ਸਾਡਾ ਸਾਰਿਆਂ ਦਾ ਜ਼ੋਰ ਜਿਹੜਾ ਨਾ, ਜਦੋਂ ਪਹਿਲੀ ਗੱਲ ਤਾਂ ਅਸੀਂ ਵੈਸੇ ਹੀ ਸਾਡੇ ਪੁਰਜੇ ਜਿਹੜੇ ਅਸੀਂ ਪੁਰਜੇ ਹਾਂ, ਅਸੀਂ ਕੰਮ ਹੀ ਨਹੀਂ ਕਰ ਰਹੇ। ਜਿਹਦਾ ਬਹੁਤ ਜ਼ਿਆਦਾ ਧਿਆਨ ਵੀ ਚਲ ਜਾਂਦਾ ਆ, ਉਹ ਜਾਨੀ ਉਸ ਪੁਰਜੇ ਦੇ ਕੰਮ ਕਰਨ ਦੇ ਉੱਤੇ ਪੂਰਾ ਧਿਆਨ ਲਾ ਰਿਹਾ ਆ, ਇਹ ਨਹੀਂ ਦੇਖ ਰਿਹਾ ਵੀ ਇਹਦਾ ਕਨੈਕਸ਼ਨ ਆਲੇ ਦੁਆਲੇ ਕਿੱਦਾਂ ਦਾ ਹੋਣਾ। ਹਾਂਜੀ ਹਾਂਜੀ ਹਨਾ, ਹੁਣ ਜਿਹੜੀ ਗੱਡੀ ਆ, ਮੰਨ ਲਓ ਕਿਸੇ ਨੇ ਕਾਰ ਬਣਾਤੀ, ਸਾਰਾ ਕੁਝ ਵਧੀਆ ਹੋ ਗਿਆ ਨਾ, ਇੱਕ ਬ੍ਰੇਕ ਨਾ ਹੋਵੇ ਉਹਦੇ ਵਿੱਚ। ਤੁਸੀਂ ਦੇਖੋ ਹੁਣ ਸਾਡੇ ਜਾਗਰੂਕ ਜਿਹੜੇ ਵਿਦਵਾਨ ਆ ਸਾਡੇ, ਕੀ ਹੈਗੀਆਂ ਬ੍ਰੇਕਾਂ? ਨਹੀਂ ਹੈਗੀਆਂ, ਬਿਨ ਬ੍ਰੇਕਾਂ ਭੱਜਿਆ। ਉਹਨਾਂ ਨੂੰ ਇੰਨਾ ਧਿਆਨ ਹੈਗਾ ਆ ਵੀ ਕਿੱਥੇ 50 ਦਾ ਏਰੀਆ, ਕਿੱਥੇ 20 ਦਾ ਏਰੀਆ, ਕਿੱਥੇ ਏਦਾਂ ਸਟਾਪ ਆ, ਕਿੱਥੇ ਨੋ ਪਾਰਕਿੰਗ ਆ। ਹਾਂਜੀ, ਹੁਣ ਇਹ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਈ ਵਾਰੀ ਸੜਕ ਦੇ ਉੱਤੇ ਵੀ ਇੱਥੇ ਪਾਰਕਿੰਗ ਨਹੀਂ ਹੈਗੀ। ਹਾਂਜੀ, ਕਈ ਸੜਕਾਂ ਇਦਾਂ ਦੀਆਂ ਹੁੰਦੀਆਂ ਉੱਥੇ ਸਟਾਪੇਜ ਨਹੀਂ ਕਰ ਸਕਦੇ ਹੁੰਦੇ, ਤੁਸੀਂ ਸਟਾਪੇਜ ਨਹੀਂ ਕਰ ਸਕਦੇ। ਹਾਂਜੀ, ਬਹੁਤ ਰੋਡ ਇਦਾਂ ਦੇ। ਠੀਕ ਆ, ਰੋਕ ਹੀ ਨਹੀਂ ਸਕਦੇ। ਹੁਣ ਮੋਟਰਵੇ ਦੇ ਉੱਤੇ ਇਦਾਂ ਥੋੜੀ ਤੁਸੀਂ ਉਦਾਂ ਹੀ ਰੋਕ ਕੇ, ਇਦਾਂ ਬੰਦਾ ਕਹੇ ਮੈਂ ਚਾਹ ਪੀਣੀ ਹੈ, ਇਦਾਂ ਗੱਡੀ ਲਾ ਲਓ ਸਾਈਡ ਦੇ ਉੱਤੇ, ਨਹੀਂ ਪੁਲਿਸ ਵਾਲੇ ਖੜ ਜਾਂਦੇ ਝਾਟਾ ਕੇ। ਕਾਰਨ ਦੱਸ ਕੀ ਆ? ਤੁਸੀਂ ਕਹੋ ਵੀ ਮੈਂ ਉਡੀਕਦਾ ਬੰਦੇ ਨੂੰ, ਫਿਰ ਥੱਕ ਗਿਆ ਸੀ, ਮੈਂ ਸੋਚਿਆ 20 ਮਿੰਟ ਲੰਮਾ ਪੈ ਲਵਾਂ ਮੈਂ। ਹਾਂਜੀ, ਇੱਕ ਛੋਟੀ ਜਿਹੀ ਘਟਨਾ ਵਾਪਰੀ ਪਰਸੋਂ ਜੀ। ਮੈਂ ਉਹ ਆਪਣੇ ਪ੍ਰੋਗਰਾਮ ਦੇ ਸੰਬੰਧੀ ਹੋਈ, ਮੈਂ ਉਹ ਲੱਗ ਗਈ ਇਹਨਾਂ ਦੇ ਉੱਤੇ ਵੀ ਜਿੱਦਾਂ ਕੋਈ ਮੰਨ ਲਓ ਭਾਈ ਰਣਜੀਤ ਸਿੰਘ ਧਰਤੀਆਂ ਵਾਲੇ ਕੋਈ ਬਿਆਨ ਦਿੰਦੇ, ਇੱਕ ਆਪਣੇ ਬੰਦੇ ਬਹੁਤ ਛੇਤੀ ਕਾਹਲੀ ਕਰਦੇ ਆ ਹੁਣ ਕਿ ਉਲਟ ਬਿਆਨ ਦੇਣ ਨੂੰ ਜਾਂ ਉਹਦਾ ਬਿਆਨ ਦੇਣ ਨੂੰ ਮੋਹਰੇ ਹੋਣ। ਮੈਂ ਆਪਣਾ ਬਲਜਿੰਦਰ ਭਾਜੀ ਦਾ ਪ੍ਰੋਗਰਾਮ ਸੁਣਦਾ ਸੀ ਵੀਰਵਾਰ ਵਾਲਾ। ਹਾਂਜੀ, ਉਹ ਮੈਂ ਕੁਦਰਤੀ ਉੱਥੇ ਪਾਰਕ ਲਾਇਆ, ਟਰੱਕ ਦੇ ਸ਼ੀਸ਼ੇ ਖੁੱਲੇ ਸੀ, ਉਹ ਮੈਂ ਸਪੀਕਰਾਂ 'ਚ ਲਾਇਆ ਟਰੱਕ ਵਾਲਿਆਂ 'ਚ। ਉਹ ਆਵਾਜ਼ ਨਾਲ ਮੇਰੇ ਹੋਰ ਆਪਣੇ ਇੱਕ ਪੰਜਾਬੀ ਦਾ ਹੀ ਟਰੱਕ ਖੜਾ ਸੀਗਾ, ਮੈਂ ਸੁਣਾ ਉਹ ਵੀ ਰੇਡੀਓ ਸੁਣ ਕੇ ਉਹਨੂੰ ਆ ਗਿਆ। ਮੈਂ ਬੈੱਡ ਤੇ ਸੀਗਾ, ਮੈਂ ਉਹਨੂੰ ਕਿਹਾ ਆ ਜਾ ਸੀਟ ਤੇ ਬਹਿ ਜਾ। ਉਹਨੇ ਤਾਂ ਮੈਂ ਫੋਨ ਰੱਖਿਆ ਡੈ ਤੇ, ਉਹਦੇ ਵਿੱਚ ਉਹਦੇ ਟੈਲੀਗ੍ਰਾਮ ਤੇ ਚਲਾ ਕੇ ਮੈਂ ਉਹਨੂੰ ਐਪ ਨੂੰ ਮੈਂ ਬੈਕ ਆਫ ਕਰ ਦਿੱਤਾ। ਉਹ ਜਿਹੜਾ ਫੋਨ ਮੀਡੀਆ ਤੇ ਆ ਗਿਆ ਸਾਰਾ ਕੁਛ, ਉਹਦੇ ਉੱਤੇ ਪ੍ਰੋਗਰਾਮ ਦਾ ਨਾਮ ਲਿਖਿਆ ਦਿਸਦਾ ਸੀ। ਹਾਂਜੀ, ਉਹ ਆ ਕੇ ਬੈਠਾ, ਮੈਨੂੰ 2 ਮਿੰਟ ਉਹਨੇ ਸੁਣਿਆ ਪ੍ਰੋਗਰਾਮ, ਮੈਨੂੰ ਕਹਿੰਦਾ ਵੀ ਗੱਲਾਂ ਤਾਂ ਇਹ ਧਾਰਮਿਕ ਕਾਰਨ ਲੱਗੇ ਹੋ ਆ, ਪ੍ਰੋਗਰਾਮ ਦਾ ਨਾਂ ਕਿੱਦਾਂ ਦਾ ਰੱਖਿਆ ਆ? ਹਨਾ, ਮੈਂ ਕਿਹਾ ਪ੍ਰੋਗਰਾਮ ਦਾ ਨਾਂ ਕੀ ਹੈ? ਕਹਿੰਦਾ ਜਾਟੀ ਚੌਂਕ ਪ੍ਰੋਗਰਾਮ ਦਾ ਨਾਂ ਕੀ ਹੋਇਆ? ਕਹਿੰਦਾ ਮੈਂ ਕਿਹਾ ਵੀ ਧਿਆਨ ਨਾਲ ਦੇਖ, ਜਾਟੀ ਚੌਂਕ ਨਹੀਂ ਹੈਗਾ ਹਨਾ। ਇਹ ਕਹਿੰਦਾ ਚਿੱਟਾ ਚੌਂਕ। ਮੈਂ ਕਿਹਾ ਥੱਲੇ ਵੀ ਭਾਜੀ ਧਿਆਨ ਨਾਲ ਪੜ੍ਹ ਲਾ ਉਹਨੂੰ। ਇਹ ਕਹਿੰਦਾ ਚਿੱਟਾ ਸਿੰਘ। ਉਹ ਮੈਂ ਕਿਹਾ ਭਰਾਵਾ ਤਰ੍ਹਾਂ ਪੜ੍ਹ, ਨਹੀਂ ਤਾਂ ਮੈਂ ਦੱਸਦਾ। ਮੈਂ ਕਿਹਾ ਚਿੱਟੀ ਕਿਉਂ ਕਿਹਾ? ਮੈਂ ਕਿਹਾ ਉਹਨੂੰ ਧਿਆਨ ਨਾਲ ਦੇਖ, ਉਹੀ ਨਾ ਸਰਸਰੀ ਨਜ਼ਰ ਮਾਰਿਆ ਕਰੇ। ਮੈਂ ਉਹੀ ਕੰਕਲੂਜਨ ਕੱਢਿਆ ਕਿ ਸਾਡੇ ਜਿਹੜੇ ਬੰਦੇ ਆ ਨਾ, ਉਹਨਾਂ ਦਾ ਵੀ ਇਹੀ ਸੁਣਦੇ ਨੀ, ਆਪਣੇ ਮਤਲਬ ਦਾ ਹੀ ਕੱਢ ਵਿੱਚੋਂ ਨਾ ਉਹ ਦੇਖ ਲਓ ਮਾੜ ਜੇ ਫੋਨਾਂ ਨੂੰ ਦੇਖਿਆ ਕਰੇ, ਉਹ ਚਿੱਟੀ ਸਿਉਂਕ ਦਾ ਹੀ ਉਹਨੇ 3-4 ਵਾਰੀ ਕੁਝ ਹੋਰ ਹੀ ਬਣਾ ਤਾ। ਕਾਲੀ ਜਿਹੜੀ ਹਾਂ, ਇਹੀ ਹਾਲ ਸਾਡੇ ਲਿਸਨਰਾਂ ਦਾ ਵੀ। ਮੈਂ ਕਹਿ ਰਿਹਾ ਵਿੱਚ ਰਿਕੁਐਸਟ ਹੈ ਲਿਸਨਰਾਂ ਨੂੰ, ਤੇ ਬਾਕੀ ਜੋ ਪ੍ਰਚਾਰਕਾਂ ਨੂੰ ਤਾਂ ਆਪਾਂ ਕੀ ਕਹਿਣਾ, ਉਹ ਤਾਂ ਜ਼ਿਆਦਾ ਸਮਝਦਾਰੀ ਆ। ਪਰ ਜਿਹੜੇ ਇੱਕਦਮ ਬਿਆਨ ਦੇ ਦਿੰਦੇ ਆ ਨਾ ਏਦਾਂ, ਫਿਰ ਉਹ ਆਹ ਰਿਜ਼ਲਟ ਨਿਕਲਦੇ ਆਪਣੇ ਫਿਰ, ਜਦੋਂ ਇੱਕਦਮ ਕੋਈ ਬਿਨਾਂ ਭੁੱਖ ਬਿਨਾਂ ਦੂਜਾ ਕੀਤੇ ਹਨਾ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ। ਮੇਰੀ ਉਹ ਬੰਦੇ ਦੀ ਗੱਲ ਕਰਕੇ ਮੇਰੇ ਸਟ੍ਰਾਈਕ ਲੱਗੀ। ਮੈਂ ਕਿਹਾ ਏਦਾਂ ਕਰਦੇ ਆ ਸਾਡੇ ਕਈ ਲਿਸਨਰ ਜਿਹੜੇ ਨਾ, ਇੱਕਦਮ ਹੀ ਸਾਡਾ ਮਰਨ ਹੋ ਗਿਆ, ਅਸੀਂ ਤਾਂ ਛਾਤੀਆਂ ਡਾਹ ਕੇ ਖੜੇ ਸੀਗੇ, ਪ੍ਰੋਗਰਾਮ ਕੈਂਸਲ ਹੋ ਗਿਆ। ਬਹੁਤ ਲੋਕਾਂ ਨੇ ਤੁਹਾਨੂੰ ਕਿਤੇ ਵੀ ਫੋਨ ਉਹਨਾਂ ਨੇ ਹਨਾ, ਤੁਸੀਂ ਪ੍ਰੋਗਰਾਮ ਦੇ ਵਿੱਚ ਇਹਨੂੰ ਕੀਤਾ ਸੀਗਾ ਹਨਾ। ਨਹੀਂ, ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਵੀਰੇ। ਦੋਹਾਂ ਲਾਈਨਾਂ ਤੇ ਸਾਡੇ ਨਾਲ ਸਰੋਤ, ਤੁਸੀਂ ਦੱਸ ਦੋਗੇ ਕੌਣ ਬੋਲਦੇ ਆ? ਮੈਂ ਭਾਜੀ ਅਮਰੀਕਾ ਤੋਂ ਬੋਲਦਾ, ਜੀਵਨ ਸਿੰਘ। ਠੀਕ ਹੈ। ਪਹਿਲਾਂ ਵੀ ਗੱਲ ਹੋ ਚੁੱਕੀ ਆਪਣੀ 3-4 ਵਾਰੀ। ਹਾਂਜੀ, ਸੌਰੀ ਮੇਰੇ ਤੋਂ। ਠੀਕ ਹੈ, ਥੈਂਕ ਯੂ। ਹਨਾ, ਸਾਡੇ ਨਾਲ ਦੋਹਾਂ ਲਾਈਨਾਂ ਤੇ ਸਰੋਤੇ ਆ। ਪਹਿਲਾਂ 0108 ਦੇ ਉੱਤੇ ਚਲ ਗਏ ਆ ਜੀ, ਤੁਸੀਂ ਧੰਨਵਾਦ ਤੁਹਾਡਾ ਜਾਣ ਦੇ ਲਈ। ਤੇ ਇਧਰੋਂ WhatsApp ਦੇ ਉੱਤੇ ਯਾਦਵਿੰਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕਿੱਦਾਂ ਜੀ, ਕਿੱਦਾਂ, ਕੀ ਹਾਲ ਆ? ਵਧੀਆ ਜੀ, ਤੁਸੀਂ ਸੁਣਾਓ? ਹਾਂਜੀ, ਬਹੁਤ ਵਧੀਆ ਜੀ, ਬੜੀ ਕਿਰਪਾ ਹੋ ਰਹੀ ਆ। ਠੀਕ ਹੈ ਜੀ। ਤੇ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਸੀ ਨਾ ਵੀ ਧਰਮ ਤੋਂ ਪਹਿਲਾਂ ਕੌਮੀ ਕਨਸੈਪਟ ਬਾਰੇ ਆਪਾਂ ਨੂੰ ਚਾਹੀਦਾ ਪਹਿਲਾਂ ਟੀਮ ਵਰਕ ਕਰਨਾ ਸਿੱਖਣਾ ਚਾਹੀਦਾ। ਹਾਂਜੀ, ਇਹ ਤਾਂ ਜਿਹੜਾ ਨਾ ਜਿਵੇਂ ਮਾਸਟਰ ਤਾਰਾ ਸਿੰਘ ਤੇ ਸੀਗਾ, ਕਿਹੜਾ ਸੀ ਨਾਲ, ਬਲਦੇਵ ਸਿੰਘ। ਹਾਂਜੀ ਹਾਂਜੀ, ਜਿਵੇਂ ਉਹਨਾਂ ਨੇ ਫੈਸਲੇ ਕੀਤੇ ਸੀ ਨਾ, ਮਤਲਬ ਮਾਸਟਰ ਤਾਰਾ ਸਿੰਘ ਨੇ ਵੀ ਹਿੰਦੂਆਂ ਦਾ ਉਹਨੂੰ ਮੋਹ ਜਾਗ ਪਿਆ ਸੀਗਾ ਉਦੋਂ ਵੀ, ਕਿਉਂਕਿ ਉਧਰੋਂ ਆ ਕੇ ਉਹਨੇ ਅੰਮ੍ਰਿਤ ਛਕਿਆ ਸੀ। ਤੇ ਬਲਦੇਵ ਸਿੰਘ ਦੀਆਂ ਫੈਕਟਰੀਆਂ ਵਗੈਰਾ ਸੀਗੀਆਂ ਤਾਂ ਉਹਨੂੰ ਮਤਲਬ ਉਹ ਚੀਜ਼ਾਂ ਦਿਸ ਗਈਆਂ, ਪਰ ਕੌਮ ਨਹੀਂ ਦਿਸੀ ਉਦੋਂ। ਤਾਂ ਉਹੀ ਹਾਲ ਅੱਜ ਹੈ। ਜੇ ਅੱਜ ਵੀ ਉਹੀ ਮੌਕੇ ਬਣਦੇ ਆ ਨਾ, ਜਿੱਥੇ ਜਿੱਥੇ ਵੀ ਬਣਦੇ ਆ, ਪੰਥਪ੍ਰੀਤ ਸਿੰਘ ਤੇ ਧੁੰਦੇ ਦੇ ਫੈਸਲੇ ਦੇਖ ਲਈਏ, ਬਿਲਕੁਲ ਉਹੋ ਜਿਹਾ, ਕੋਈ ਫਰਕ ਨੀ ਗਾ 1% ਵੀ, ਕੋਈ ਸ਼ੱਕ ਨਹੀਂ ਜੀ। ਹਾਂ, ਇਹਨਾਂ ਦਾ ਜਿਹੜਾ ਵੀ ਫੈਸਲਾ ਹੁੰਦਾ ਉਹ ਸਟੇਜਾਂ ਨੂੰ ਮੁੱਖ ਰੱਖ ਕੇ ਕੀਤਾ ਹੁੰਦਾ। ਕੌਮ ਭਲਾ ਜੋ ਮਰਜ਼ੀ ਵਾਪਰੇ ਜਾਣੀ, ਕੌਮ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ। ਨਿੱਜ ਨੂੰ ਮੂਹਰੇ ਰੱਖ ਕੇ ਹਰੇਕ ਫੈਸਲਾ ਕੀਤਾ ਜਾਂਦਾ। ਬਿਲਕੁਲ ਜੀ, ਕੋਈ ਨਹੀਂ ਤਾਂ ਸ਼ੱਕ ਕਿਸੇ ਗੱਲੋਂ ਜਿਹੜੀ ਮਾੜੀ ਮੋਟੀ ਸੀ ਨਾ ਉਹ ਵੀ ਕੱਢ ਦਿੱਤੀ। ਹਾਂਜੀ। ਤੇ ਜੇ ਅੱਜ ਕਦੋਂ ਵੀ ਮੌਕਾ ਬਣੇ, ਜਾਨੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਏਦਾਂ ਦੇ ਪ੍ਰਚਾਰਕ ਵੀ ਪੈਦਾ ਹੋ ਰਹੇ ਆ, ਮਤਲਬ ਕੌਮ ਦੀ ਅਗਵਾਈ ਕਰ ਰਹੇ ਆ, ਪਰ ਕੌਮ ਨਾਲ ਲੈਣਾ ਦੇਣਾ ਕੱਖ ਨੀ ਗਾ ਉਹਨਾਂ ਦਾ। ਜਦੋਂ ਮਰਜ਼ੀ ਮੌਕਾ ਬਣ ਜੇ, ਕੌਮ ਨੂੰ ਨੀ ਮਤਲਬ ਅੱਗੇ ਲਿਜਾ ਸਕਦੇ ਇਹ। ਕੌਮ ਦੀ ਤਾਂ ਪਿੱਠ 'ਚ ਛੁਰਾ ਹੀ ਮਾਰਨਗੇ। ਹੈ ਹੀ ਨਹੀਂ ਨਾ ਉਹ ਜਿਹੜਾ ਬੰਦਾ ਨਿੱਜ ਨੂੰ ਲੈ ਕੇ ਬੈਠਾ, ਜਿਹੜਾ ਟੀਮ ਦਾ ਕਨਸੈਪਟ ਹੁੰਦਾ ਨਾ, ਤੁਸੀਂ ਜਿਹੜੀ ਅਸੀਂ ਗੱਲ ਕਰਦੇ ਹਾਂ ਕਨੈਕਸ਼ਨ ਦੀ ਨਾ, ਜਿਹੜੇ ਹੁਣ ਦੇਖੋ ਇੰਜਣ ਆ ਗੱਡੀ ਦੇ ਵਿੱਚ, ਇੰਜਣ ਦਾ ਨਿੱਜ ਕਿਤੇ ਵੀ ਨਹੀਂ ਕੰਮ ਕਰ ਰਿਹਾ। ਜੇ ਉਹ ਕਹੇ ਏਦਾਂ ਗੱਡੀ ਚੱਲਦੀ ਤੇ ਕਹੇ ਮੈਂ ਪੈਟਰੋਲ ਬਚਾਉਣਾ ਹੈ, ਤੁਸੀਂ ਰੇਸ ਦੇਵੋ ਚੜਾਈ ਤੇ। ਹੁਣ ਜਦੋਂ ਤੁਸੀਂ ਇੱਕਦਮ ਰੇਸ ਦੇਣੀ ਆ, ਉਦੋਂ ਪੈਟਰੋਲ ਤਾਂ ਏਦਾਂ ਡਿੱਗਣਾ ਜਾਣੀ ਥੱਲੇ, ਇਹਦਾ ਟਰਬੋ ਜਾਣਾ ਜਾਣੀ, ਹਨਾ। ਤੇ ਉਹ ਕਹੇ ਵੀ ਮੈਂ ਪੈਟਰੋਲ ਸੇਵ ਕਰਨਾ ਹੈ, ਪਤਾ ਨਹੀਂ ਗਾਹਾਂ ਪੰਪ ਹੈਗਾ ਕਿ ਨਹੀਂ ਹੈਗਾ, ਮਤਲਬ ਉਹ ਗੱਡੀ ਕਿਸੇ ਕੰਮ ਦੀ ਰਹੂਗੀ? ਤੁਸੀਂ ਜਾ ਕੇ ਮਕੈਨਿਕ ਨੂੰ ਕਹੋਗੇ ਨਾ ਭਾਈ ਇੰਜਣ ਦਾ ਯਾਰ ਕਰ ਕੁਛ, ਮੈਂ ਰੇਸ ਦੇਣਾ, ਉਹ ਤਾਂ ਗੱਡੀ ਤੁਰਦੀ ਨਹੀਂ ਗਾਹਾਂ। ਮਤਲਬ ਉੱਥੇ, ਕਿਉਂਕਿ ਉੱਥੇ ਨਿੱਜ ਨਹੀਂ ਕੰਮ ਕਰ। ਇਹ ਜਿਹੜਾ ਸਾਰਾ ਕੁਛ ਹੈ ਨਾ, ਅਸੀਂ ਕੁਦਰਤ ਦੇ ਨਾਲ ਇਦਾਂ ਆ, ਅਸੀਂ ਉਹਦੇ ਇੱਕ ਹਿੱਸਾ ਬਣ ਕੇ ਕੰਮ ਕਰਨਾ ਪਏ। ਆਲਾ ਦੁਆਲਾ ਸਾਰਾ, ਜਦੋਂ ਇਹ ਕਨਸੈਪਟ ਸਾਨੂੰ ਸਮਝ ਆ ਗਈ ਨਾ, ਉਦੋਂ ਜਿਹੜਾ ਸਵਾਰਥ ਆ ਉਹ ਕਾਬੂ ਚ ਹੋਣ ਲੱਗ ਪੈਣਾ ਆ। ਅਸੀਂ ਸਮਾਜ ਬਾਰੇ ਜਿਹੜੀ ਸਮੁੱਚਤਾ ਆ ਉਹ ਆਉਣ ਲੱਗ ਪੈਣੀ ਆ। ਅਸੀਂ ਜਿਹੜਾ ਗਿਵਵੇ ਆ, ਹੁਣ ਸੜਕ ਤੇ ਜਾਂਦਿਆਂ ਤੇ ਗਿਵਵੇ ਕੀ ਹੈ? ਤੁਹਾਡੇ ਕੈਨੇਡਾ ਚ ਹੈਗਾ ਤੁਹਾਡੇ ਗਿਵਵੇ? ਸਾਡੇ ਇੱਥੇ ਨਿਊਜ਼ੀਲੈਂਡ ਚ ਹੈਗਾ। ਹਾਂਜੀ ਉਹ ਤਾਂ ਹੈ। ਜਿਹੜੀ ਜਿੱਦਾਂ ਹੁਣ ਤੁਹਾਡੇ ਮੰਨ ਲਓ ਰਾਈਟ ਟਰਨ ਜਿਹੜੀ ਲੈਣੀਆਂ ਜਾਂਦੀਆਂ ਨੇ, ਤੇ ਉੱਥੇ ਨਾ ਸਟਾਪ ਹੋਣਾ ਤੇ ਨਾ ਲਾਈਟਾਂ ਹੋਣੀਆਂ ਆ, ਤੁਸੀਂ ਸਿਰਫ ਪੈਡੈਸਟਰੀਅਨ ਨੂੰ ਰਾਹ ਦੇ ਕੇ ਤਾਂ ਤੁਸੀਂ। ਹੁਣ ਉਹ ਜਿਹੜਾ ਗਿਵਵੇ ਆ ਨਾ, ਉਹ ਇਹੀ ਆ ਵੀ ਤੁਸੀਂ ਸੜਕ ਤੇ ਵੀ ਜਾਂਦੇ ਆ ਤੇ ਜਾਂਦੇ ਤੁਸੀਂ ਮੜ ਜਾ ਧਿਆਨ ਰੱਖੋ, ਆਲੇ ਦੁਆਲੇ ਦੇਖਦੇ ਜਾਓ ਵੀ ਹੋਰ ਕੋਈ ਗੱਡੀ ਤਾਂ ਨਹੀਂ ਵਿੱਚ ਐਂਟਰ ਹੋਣਾ ਚਾਹੁੰਦੀ। ਤੇ ਉਹ ਤੋਂ ਫਿਰ ਬਸ ਤੁਸੀਂ ਕਰਕੇ ਉਹਨਾਂ ਨੂੰ ਰਾਹ ਦਿੰਦਿਆਂ ਨੇ, ਸਾਹ ਦਿੰਦਿਆਂ ਨੇ ਜਾਣਾ। ਉਹ ਤਾਂ ਹੋਣਾ ਜੇ ਤੁਹਾਡਾ ਆਪਣਾ ਨਿੱਜ, ਹੁਣ ਇੰਜਣ ਇਹ ਕਹੇ ਵੀ ਮੈਂ ਤਾਂ ਇਸ ਕਰਕੇ ਗੱਡੀ 'ਚ ਆ ਵੀ ਮੈਂ ਸਟਾਰਟ ਰਹਿਣਾ ਆ। ਹੁਣ ਤੁਸੀਂ ਜਾ ਕੇ ਘਰ ਜਾ ਕੇ ਸੌਣ ਲੱਗੇ ਆ ਕਰਕੇ ਏਦਾਂ, ਉਸ ਵੇਲੇ ਗੱਡੀ ਬੰਦ ਕਰਨੀ ਚਾਹੁੰਦੇ ਹੋ, ਚਾਬੀ ਘੁਮਾਈ ਤੇ ਫੇਰ ਵੀ ਬੰਦ ਨਾ ਹੋਵੇ ਉਹ, ਹਨਾ। ਉਹ ਕਹੇ ਵੀ ਮੈਂ ਰੁਕਣਾ ਥੋੜਾ, ਮੈਂ ਤਾਂ ਚੱਲੀ ਹੀ ਜਾਣਾ। ਤੁਸੀਂ ਰੇਸ ਤੋਂ ਪੈਰ ਚੱਕ ਲਵੋ ਫੇਰ ਵੀ ਚੱਲੀ ਜਾਵੇ ਉਹ, ਖੁਦ ਮੁਖਤਿਆਰ ਆ ਮੈਂ। ਹਾਂ ਵੀ ਮੈਂ ਤਾਂ ਮੈਂ ਗੁਲਾਮ ਥੋੜੀ ਆ, ਹਨਾ। ਵੀ ਤੂੰ ਤੇਰਾ ਮਨ ਬਦਲ ਗਿਆ ਵੀ ਤੂੰ ਕਹਿੰਦਾ ਮੈਂ ਹੁਣ ਰੇਸ ਨਹੀਂ ਦੇਣੀ ਤਾਂ ਮੈਂ ਬ੍ਰੇਕ ਲਾਉਣੀ ਤਾਂ ਮੈਂ ਬੰਦ ਹੋ ਜਾਵਾਂ, ਹੈ। ਮਤਲਬ ਸਾਡੇ ਨਾਲ ਇਹ ਜਾਗਰੂਕ ਲਾਣਾ, ਸਾਡੇ ਅਸੀਂ ਵਿਦਵਤਾ ਉਹਨੂੰ ਕਹਿੰਦੇ ਆ ਜਾਣੀ। ਨਹੀਂ, ਮੁੱਢਲੀ ਸਿੱਖਿਆ ਤਾਂ ਇਸ ਕੰਮ ਦੀ ਚਾਹੀਦੀ ਸੀਗੀ ਆਪਾਂ ਨੂੰ। ਹਾਂ, ਉਹ ਬਾਕੀ ਗਿਆਨ ਬਾਅਦ, ਗਿਆਨ ਬਾਅਦ ਵਿੱਚ, ਉਹ ਗਿਆਨ ਬਾਅਦ ਵਿੱਚ ਹੁੰਦਾ, ਕਰਨਾ ਕੀ ਆ। ਹੁਣ ਜੇ ਇਹ ਚੀਜ਼ ਆ ਜਾਏ ਇਹਦੇ ਉੱਤੇ ਤੁਸੀਂ ਦੇਖ ਲਓ ਵੀ ਤੁਸੀਂ ਚਾਹੇ ਉਹ ਬੰਦਾ ਜੇ ਉਹ ਕਿਸੇ ਕਿਤੇ ਕੋਈ ਵੀ ਆਈਡੀਓਲੋਜੀ ਨੂੰ ਲੈ ਕੇ ਉਹ ਜੀਊਗਾ, ਉਹ ਆਪਣੇ ਆਪ ਜਿਹੜੀ ਹੁਣ ਤਾਂ ਹੀ ਨਾ ਜਿਹੜੀ ਭਾਈ ਲਹਿਣਾ ਜੀ ਆ, ਉਹਨਾਂ ਦਾ ਆ ਕੇ ਸਫਲ ਹੋਣਾ, ਗੁਰੂ ਅਮਰਦਾਸ ਜੀ ਦਾ ਸਫਲ ਹੋਣਾ, ਉਹ ਕਿਉਂਕਿ ਪਿੱਛੋਂ ਕਰਦੇ ਆਏ ਸਾਰਾ ਕੁਛ।
ਹਾਂਜੀ ਹਨਾ। ਹੁਣ ਨਹੀਂ ਤਾਂ ਬਾਹਮਣ ਕਿੰਨੇ ਹੋਣੇ ਜਿਹੜੇ ਗਿਆਨਵਾਨ ਹੋਣੇ ਆ, ਜਿਹੜੇ ਇਦਾਂ ਬਹਿਸਾਂ ਕਰਦੇ ਸਾਰਾ ਕੁਝ ਜਾਣਦੇ ਹੋਣੇ ਆ। ਹਾਂਜੀ ਉਹ ਨਹੀਂ ਸਫਲ ਹੋ ਰਿਹਾ ਕਿਤੇ ਵੀ, ਉਹਨਾਂ ਦੀ ਗੱਲ ਨਹੀਂ ਹੋ ਰਹੀ ਕਿਤੇ ਵੀ। ਨਹੀਂ, ਧਰਮ ਤੋਂ ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਹੈ ਜੀ। ਹੁਣ ਜਦੋਂ ਜਿਹੜਾ ਜਨਾਹ ਨੂੰ ਵੇਖੀਏ ਤਾਂ ਉਹ ਧਰਮ ਹੀ ਨਹੀਂ ਸੀਗਾ। ਮੁਸਲਮਾਨ ਤਾਂ ਸ਼ਰਾਬ ਪੀਣ ਨੂੰ ਬਹੁਤ ਮਾੜਾ ਮੰਨਦੇ ਹੈਗੇ, ਕਾਫਰ ਮੰਨਦੇ ਜਿਹੜਾ ਸ਼ਰਾਬ ਨਹੀਂ ਪੀਂਦਾ, ਪਰ ਉਹਦੇ ਵਿੱਚ ਕੌਮੀ ਗੁਣ ਹੋਣ ਕਰਕੇ ਉਹਨੇ ਮਤਲਬ ਪਾਕਿਸਤਾਨ ਲੈ ਕੇ ਦੇਤਾ ਮੁਸਲਮਾਨਾਂ ਨੂੰ। ਤੇ ਨਹਿਰੂ ਵਰਗੇ ਵੀ ਇਹ ਗਾਂ ਗੂੰ ਖਾ ਲੈਂਦੇ ਸੀਗੇ, ਪਰ ਇਹ ਆਪਦੀ ਕੌਮ ਦੇ ਪ੍ਰਤੀ ਹੈਗਾ ਇਹਨਾਂ ਦੇ ਵਿੱਚ। ਤੇ ਆਪਣੇ ਤਾਂ ਵਾਹਿਗੁਰੂ ਕਰਨ ਵਾਲੇ ਉੱਤੋਂ ਪਖੰਡ ਕਰੀ ਜਾਂਦੇ। ਮਤਲਬ ਇਹ ਆਪਣੇ ਪਤਾ ਨਹੀਂ ਮਤਲਬ ਕਿਉਂ ਨਹੀਂ ਬਣ ਸਕਿਆ ਕੌਮ ਦੇ ਵਿੱਚ ਵੀ ਕੌਮੀ ਭਾਵਨਾ ਹੈ ਨੀ ਗੀ ਆਪਣੇ। ਆਉਣੇ ਹੀ ਨਹੀਂ ਨਾ ਦਿੱਤੀ। ਉਹ ਬੜਾ ਸ਼ਾਤਰ, ਦੇਖੋ ਜਦੋਂ ਨਾ ਅਸੀਂ ਗੱਲ ਕਰਦੇ ਸੀ ਵੀ ਪਤਾ ਨਹੀਂ ਕਿਹੜੇ ਪੁਆਇੰਟ ਦੇ ਉੱਤੇ ਉਹਨ ਆ ਕੇ ਇਦਾਂ ਜਿਹੜੀ ਮਾਰਨ ਵਾਲੀ ਗੱਲ ਆ ਨਾ, ਵੀ ਮੌਤ ਦੀ ਜਿਹੜੀ ਮਹੱਤਤਾ ਆ, ਵੀ ਮਰਨੇ ਵਾਲਾ ਬੰਦਾ ਜਿਹੜਾ ਉਹ ਮਹਾਨ ਹੋ ਜਾਂਦਾ। ਹਾਂਜੀ, ਉਹ ਪਤਾ ਨਹੀਂ ਕਦੋਂ ਸਾਡੇ ਅੰਦਰ ਘਰ ਕਰ ਗਏ, ਕਿਹੜੇ ਰਾਹ ਰਾਹੀਂ ਉਹਨੂੰ ਬਾੜ ਦਿੱਤੀ ਆ, ਜਿਹਨੇ ਹੁਣ ਜਿੰਨੀਆਂ ਜਿੱਦਾਂ ਬਾਬਾ ਦੀਪ ਸਿੰਘ ਦੀ ਗੱਲ ਆ, ਭਾਈ ਮਨੀ ਸਿੰਘ ਦੀ ਗੱਲ ਆ, ਉਹ ਸਾਰਿਆਂ ਦੀ ਜਿਹੜੀ ਭਾਈ ਤਾਰੂ ਸਿੰਘ ਦੀ ਗੱਲ ਆ, ਕੋਈ ਵੀ ਬੰਦਾ ਉਹ ਭਾਈ ਤਾਰੂ ਸਿੰਘ ਦੀ ਇੱਕੋ ਹੀ ਗੱਲ ਜਾਣੀ ਇਦਾਂ ਮਾੜੀ ਜਿਹੀ ਯਾਦ ਆ ਰਹੀ ਆ, ਇਦਾਂ ਪਈ ਜੀ ਉਹਨਾਂ ਨੇ ਜਿਹੜੇ ਉਹ ਪ੍ਰਸ਼ਾਦਾ ਛਕਾਉਂਦੇ ਸੀ, ਇੱਕ ਲੜਕੀ ਸੀ, ਉਹਦੇ ਬਾਰੇ ਉਹ ਖਾੜਕੂ ਨੂੰ ਜਾ ਕੇ ਸੁਨੇਹਾ ਦੇ ਦਿੱਤਾ ਸਿੰਘਾਂ ਨੂੰ, ਤੇ ਉਹ ਚੱਕ ਕੇ ਹਨਾ। ਹੁਣ ਜਿਹੜੀ ਉਹਨਾਂ ਦੀ ਮਹੱਤਤਾ ਆ ਸਾਰੀ ਦੀ ਸਾਰੀ ਉਸ ਚੀਜ਼ ਦੇ ਉੱਤੇ ਖੜੀ ਆ, ਵੀ ਉਹ ਏਦਾਂ ਸ਼ਹੀਦ ਹੋਏ ਆ। ਬਾਬਾ ਦੀਪ ਸਿੰਘ ਦੀ ਆ ਜਿਹੜੀ ਸਾਰੀ ਉਹ ਗੱਲਾਂ ਕਿਤਿਓਂ ਵੀ ਇਦਾਂ ਨਹੀਂ ਬਹੁਤੀਆਂ ਸਰਟਨ ਨਹੀਂ ਲੱਭ ਰਹੀਆਂ। ਉਹ ਤਾਂ ਬਸ ਐਵੇਂ ਏਦਾਂ ਧੱਕੇ ਜਿਹਾ ਨਾ ਕਰਕੇ ਛੋਟੇ ਮੋਟੇ ਟਰੈਕਟ ਆ ਜਿਹੜੇ ਜੋੜਿਓ ਪੇ ਇੰਨੇ ਸਾਲ ਦੇ ਸੀ, 10ਵੇਂ ਪਾਤਸ਼ਾਹ ਕੋ ਆ ਗਏ, ਏਦਾਂ ਹੋਈ ਹਨਾ। ਵੀ ਨਹੀਂ ਤਾਂ ਬਾਬਾ ਦੀਪ ਸਿੰਘ ਜੇ 10ਵੇਂ ਪਾਤਸ਼ਾਹ ਕੋ ਸੀਗੇ, ਬਾਬਾ ਦੀਪ ਸਿੰਘ ਅਨੰਦਪੁਰ ਦੀ ਲੜਾਈ ਵੇਲੇ ਕਿੱਥੇ ਸੀ? ਚਮਕੌਰ ਸਾਹਿਬ ਵੇਲੇ ਕਿੱਥੇ ਸੀ? ਜਦੋਂ ਉੱਥੇ ਉਹਦੀ ਮੁਕਤਸਰ ਦੇ ਵੇਲੇ ਕਿੱਥੇ ਸੀ? ਸਾਊਥ ਨੂੰ ਨਾਲ ਕਿਉਂ ਨਹੀਂ ਗਏ? ਹੁਣ ਆਲ ਆਫ ਸਡਨ ਜਿਹੜੀ ਸ਼ਹੀਦੀ ਆ ਉਹਨੂੰ ਲੈ ਕੇ ਹੁਣ ਉਹ ਕਰਕੇ ਉਹ ਕਹਾਣੀ ਕਿੰਨੀ ਸੋਹਣੀ ਘੜੀ ਗਈ ਆ, ਵੀ ਭਾਈ ਮਨੀ ਸਿੰਘ ਏਦਾਂ ਕਰਕੇ ਵੀ ਏਦਾਂ ਇੰਨੇ ਪਰਿਵਾਰ ਦੇ ਸਿੰਘ ਸ਼ਹੀਦ ਹੋਏ ਤੇ ਉਹਨਾਂ ਨੂੰ ਗੁਰੂ ਸਾਹਿਬ ਇੱਥੇ ਦਮਦਮਾ ਸਾਹਿਬ ਇੱਥੇ ਛੱਡ ਗਏ। ਉੱਥੇ ਕੀ ਸੀਗਾ? ਅਨੰਦਪੁਰ ਸਾਹਿਬ ਕਿਹਨੂੰ ਛੱਡ ਕੇ ਗਏ? ਉਹ ਛੇਵੇਂ ਪਾਤਸ਼ਾਹ ਜਦੋਂ ਛੇਵੇਂ ਪਾਤਸ਼ਾਹ ਦਰਬਾਰ ਸਾਹਿਬ ਛੱਡ ਕੇ ਗਏ, ਉਦੋਂ ਕਿਹਨੂੰ ਛੱਡ ਕੇ ਗਏ ਪਿੱਛੇ? ਹੁਣ ਸਾਨੂੰ ਪਤਾ ਨਹੀਂ ਲੱਗਾ ਵੀ ਭਾਈ ਮਨੀ ਸਿੰਘ ਕਿਹੜੇ ਵੇਲੇ ਆ ਕੇ ਬਹਿ ਗਏ ਉੱਥੇ। ਉਹ 10ਵੇਂ ਗ੍ਰੰਥ ਦੀ ਗੱਲ ਉੱਥੇ ਕਰਦੇ ਆ। ਹੁਣ ਉੱਥੇ ਮੱਸਾ ਰੰਗੜ ਬੈਠਾ ਆ, ਜਾਣੀ ਉਸ ਵੇਲੇ ਜਦੋਂ ਸੁੱਖਾ ਸਿੰਘ ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਲਾਉਣ ਆਉਂਦੇ ਆ, ਉਦੋਂ ਭਾਈ ਮਨੀ ਸਿੰਘ ਹੈਗੇ ਆ ਦਮਦਮਾ ਸਾਹਿਬ। ਉੱਥੇ 10ਵੇਂ ਗ੍ਰੰਥ ਦੀ ਗੱਲ ਹੋ ਜਾਂਦੀ ਆ। ਉਹ ਤਾਂ ਜਦੋਂ ਬੰਦਾ ਸਿੰਘ ਬਹਾਦਰ ਦੀ ਗੱਲ ਹੁੰਦੀ ਉਸ ਵੇਲੇ ਉਹ ਦਰਬਾਰ ਸਾਹਿਬ ਆ। ਉਹ ਕਿਹੜੇ ਵੇਲੇ ਕਿੱਦਾਂ ਜਾਣੀ ਕਿਦੋਂ 10ਵੇਂ ਪਾਤਸ਼ਾਹ ਤੋਂ ਬਾਅਦ ਇਹ ਉਸ ਵੇਲੇ ਇੱਥੇ ਕਿੱਦਾਂ ਆਈ ਆ, ਮੁੜ ਕੇ ਉੱਥੋਂ ਦਮਦਮਾ ਸਾਹਿਬ ਕਿੱਦਾਂ ਗਈ ਆ। ਉਹ ਜਿਹੜੀ ਜਾਣੀ ਗੱਲ ਉਹ ਆਪਣੀ ਮਰਜ਼ੀ ਨਾਲ ਉਹਨਾਂ ਦੀ ਵਡਿਆਈ ਬੀੜਾਂ ਲਿਖਣ ਦੇ ਬਾਰੇ ਆਉਂਦਾ ਆ ਏਦਾਂ ਹਨਾ, ਤੇ ਜਾਂ 10ਵੇਂ ਗ੍ਰੰਥ ਦੀ ਸਥਾਪਤੀ ਦੇ ਬਾਰੇ ਆਉਂਦਾ ਆ। ਫਿਰ ਬੰਦਾ ਸਿੰਘ ਬਹਾਦਰ ਵੇਲੇ ਪਰਚੀਆਂ ਪਾਉਣ ਦੀ ਗੱਲ ਆਉਂਦੀ ਆ, ਮੁੜ ਕੇ ਦੀਵਾਲੀ ਤੇ ਸੱਦਦੇ ਆ ਸ਼ਹੀਦੀ। ਮਹਾਨਤਾ ਜਿਹੜੀ ਉਹਨਾਂ ਦੀ ਉਹ ਬੰਦ ਘਟਾਉਣ ਕਰਕੇ, ਜਦ ਕਿ ਕਿਸੇ ਦਾ ਜੀਵਨ ਜਿਹੜਾ ਆ ਨਾ ਅਕਸਰ 1469 ਤੋਂ ਲੈ ਕੇ 1699 ਤੱਕ ਜਾਂ ਕਹੀਏ 1708 ਤੱਕ 10 ਪਾਤਸ਼ਾਹੀਆਂ ਨੇ ਜੀਵਨ ਜੀਵਿਆ, ਜਿਹਦੇ ਰਾਹੀਂ ਕੁਛ ਉਹ ਜਿਹੜੀ 5ਵੇਂ ਪਾਤਸ਼ਾਹ ਦੀ ਸ਼ਹੀਦੀ ਆ ਉਹ ਤਾਂ ਇੱਕ ਦਿਨ ਦੀ ਘਟਨਾ ਆ। ਚਮਕੌਰ ਦੀ ਲੜਾਈ ਇੱਕ ਦਿਨ ਦੀ ਘਟਨਾ ਆ। 10ਵੇਂ ਪਾਤਸ਼ਾਹ ਦੀ 42 ਸਾਲ ਉਮਰ ਆ, ਉਹਦੇ ਵਿੱਚੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਦਿਨ ਦੀ ਘਟਨਾ ਆ। ਹੁਣ ਸਾਨੂੰ ਸਾਡੇ ਲਈ ਇੰਪੋਰਟੈਂਸ ਜਿਹੜੀ ਆ ਨਾ ਉਹ 10ਵੇਂ ਪਾਤਸ਼ਾਹ ਦਾ 1675 ਤੋਂ ਲੈ ਕੇ ਜਿਹੜਾ 1704 ਤੱਕ ਦਾ ਜਾਣੀ ਜਦੋਂ ਅਨੰਦਪੁਰ ਸਾਹਿਬ ਛੱਡਣ ਦੀ ਗੱਲ ਆ, ਜਿਹੜਾ ਲਗਾਤਾਰ ਜੀਵਨ ਆ ਉਹ ਇੰਪੋਰਟੈਂਟ ਆ ਸਾਡੇ ਲਈ। ਡਿਸਕਸ਼ਨ ਉਹਦੀ ਹੋਣੀ ਚਾਹੀਦੀ ਜੇ ਹੋਵੇ ਵੀ ਤਾਂ। ਪਰ ਉਹ ਚਲੋ ਆਪਾਂ ਨੂੰ ਹੁਣ ਇਹ ਤਾਂ ਇਹਨਾਂ ਦਾ ਲਿਖਿਆ ਲਿਖਾਇਆ ਨਾ ਸਾਰਾ ਕੁਝ, ਉਹ ਤਾਂ ਜਿਵੇਂ ਜੇ ਉਹਨਾਂ ਨੇ ਬਣਾ ਕੇ ਲਿਖਿਆ ਉਹਦੀ ਹੋ ਸਕਦੀ ਤੇ ਡਿਸਕਸ਼ਨ ਹੋਰ ਨਹੀਂ ਨਾ ਸਕਣੀ। ਹਾਂ, ਉਹ ਫਿਰ ਮੈਂ ਤਾਂ ਹੀ ਕਹਿੰਦਾ ਨਾ ਵੀ ਉਹਦੇ ਵਿੱਚ ਉਹਨਾਂ ਨੇ ਕਰਦਿਆਂ ਨੇ ਜਿਹੜਾ ਸਾਰਾ ਫੋਕਸ ਆ ਨਾ, ਸਾਰਾ ਜ਼ੋਰ ਉਹਨਾਂ ਦਾ ਉਹ ਸ਼ਹੀਦੀ ਦੇ ਉੱਤੇ ਲੱਗਾ ਆ।
ਔਰ ਸਾਡੇ ਅੰਦਰ ਬਾੜ ਦਿੱਤਾ ਗਿਆ। ਅੱਜ ਕਿਉਂ ਸਾਡੇ ਜਦੋਂ ਕੋਈ ਗੱਲ ਹੁੰਦੀ ਆ ਕਿਉਂ ਹਥਿਆਰ ਚੱਕ ਕੇ ਅਸੀਂ ਸੜਕਾਂ ਤੇ ਤੁਰ ਪੈਨੇ, ਦੌੜ ਪੈਨੇ? ਕਿਉਂ ਨਹੀਂ ਇਹ ਗੱਲ ਹੁੰਦੀ ਵੀ ਮੀਟਿੰਗ ਕਰੋ? ਨਹੀਂ, ਉਹ ਤਾਂ ਬੱਕਰੇ ਤੇ ਝੋਟੇ ਉਹਨਾਂ ਨੇ ਤਿਆਰ ਕਰਨੇ ਸੀਗੇ। ਜੇ ਇੱਥੇ ਕਿਤੇ ਕੰਧ ਢਵਾਉਣੀ ਆ, ਢੁੱਡ ਮਰਵਾਉਣੀ ਆ, ਤਾਂ ਵੀ ਪੰਪ ਦੇ ਕੇ ਇਹਨਾਂ ਨੂੰ ਮੂਹਰੇ ਕਰਨਾ, ਜਿੱਥੇ ਬਲਦੀ ਦੇਣੀ ਉੱਥੇ ਮੂਹਰੇ ਕਰ ਲੈ। ਹੁਣ ਜਾਣੀ ਦੇਖੋ, ਜਿਹੜੇ ਅਸੀਂ ਕਹਿੰਦੇ ਗਿਆਨ ਗੁਰੂ ਆ ਨਾ, ਹੁਣ ਅੱਜ ਜਦੋਂ ਮੂਵੀ ਆਈ ਆ ਹਾਂਜੀ ਜਿਹੜੀ ਨਾਨਕ ਸ਼ਾਹ ਫਕੀਰ, ਹਾਂਜੀ ਹਾਂਜੀ, ਭਈ ਕਿੰਨਾ ਕੁ ਪੈਸਾ ਲੱਗਾ ਹੋਊਗਾ? ਮੈਨੂੰ ਨਹੀਂ ਲੱਗਦਾ 5-6 ਕਰੋੜ 10 ਕਰੋੜ ਵੀ ਲੱਗਾ ਹੋਵੇ। ਜੇ 50 ਕਰੋੜ ਜਾਣੀ 40-45 ਕਰੋੜ ਤਾਂ ਸਲਮਾਨ ਖਾਨ ਹੁਣੀ ਲੈਂਦੇ ਆ। ਹਾਂਜੀ, ਤੁਸੀਂ ਉਹਨਾਂ ਦੀਆਂ ਮੂਵੀਆਂ, ਜਿਹੜੀ ਉਹਦੀ ਮੂਵੀ ਸੀ ਉਹ ਬਜਰੰਗੀ ਭਾਈਜਾਨ, ਹਾਂਜੀ, ਉਦਾਂ ਦੀ ਮੂਵੀ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਵੀ ਉਹ ਤੇ ਜਿਹੜੇ ਸੈੱਟ ਦੇ ਉੱਤੇ ਕੀ ਖਰਚਾ ਹੋਇਆ ਹੋਊਗਾ। ਮੈਨੂੰ ਨਹੀਂ ਲੱਗਦਾ, ਨਾ ਕੋਈ ਗੱਡੀ ਭੰਨੀ ਉਹਦੇ ਵਿੱਚੋਂ ਨਹੀਂ। ਹਾਂਜੀ, ਉਹ ਐਕਟਰ ਵੀ ਹੁਣ ਜਿਹੜੀ ਨਾਲ ਕਰੀਨਾ ਸੀ ਉਹਦੇ ਕੁੜੀ, ਹਾਂਜੀ, ਬਹੁਤ ਥੋੜਾ ਰੋਲ ਆ ਉਹਦਾ, ਬਹੁਤ ਥੋੜਾ ਰੋਲ ਆ ਕੁੜੀ ਦਾ। ਹਾਂਜੀ, ਸਾਰੀ ਫਿਲਮ ਸਲਮਾਨ ਖਾਨ ਦੇ ਉੱਤੇ ਆ ਤੇ ਉਹ ਛੋਟੀ ਕੁੜੀ ਦੇ ਉੱਤੇ ਆ। ਉਹ ਪਹਿਲੀ ਅੱਧੇ ਪੌਣੇ ਘੰਟੇ ਦੀ ਉੱਥੇ ਘਰ ਦੇ ਵਿੱਚ ਹੀ ਉਹ ਹੋ ਗਈ ਆ। ਕੁੜੀ ਟ੍ਰੇਨ 'ਚ ਪਹਿਲਾਂ ਆਉਂਦੀ ਆ, ਜਾਣੀ ਹੁਣ ਟ੍ਰੇਨ ਦੇ ਵਿੱਚ ਆਉਂਦੀ, ਉੱਥੇ ਕਿੰਨਾ ਠੀਕ ਹੈ ਕੈਮਰਾ ਆ, ਕਰੂ ਆ, ਉਦਾਂ ਕਿੰਨਾ ਖਰਚਾ ਹੋਇਆ ਹੋਊਗਾ? ਖਰਚਾ ਤਾਂ ਉਦੋਂ ਹੁੰਦਾ ਉਹਨਾਂ ਦਾ ਜਦੋਂ ਹੁਣ 50 ਬੰਦੇ ਲੈ ਕੇ ਉਹ ਅਮਰੀਕਾ ਨੂੰ, ਸਵਿਟਜ਼ਰਲੈਂਡ ਨੂੰ ਗਏ ਆ, ਹਨਾ? ਤੇ ਉੱਥੇ ਜਾ ਕਿਤੇ ਇਦਾਂ ਦੀ ਜਿਹੜੀਆਂ ਹੁਣ ਜਿੱਦਾਂ ਰੋਹਿਤ ਸ਼ੈਟੀ ਦੀਆਂ ਫਿਲਮਾਂ, ਉਹਦੇ ਵਿੱਚ ਭੰਨ ਤੋੜ ਕੀਤੀ ਜਾਂਦੀ ਆ, ਵੀ ਨਵੀਆਂ ਗੱਡੀਆਂ ਭੰਨੀਆਂ ਜਾਂਦੀਆਂ, ਬਿਲਡਿੰਗਾਂ ਨੂੰ ਅੱਗ ਲੱਗਦੀ ਆ ਉੱਥੇ। ਬਾਕੀ ਤਾਂ ਹੁਣ ਜੇ 35-40 ਕਰੋੜ ਸਲਮਾਨ ਖਾਨ ਵਰਗਾ ਬੰਦਾ ਲੈਂਦਾ ਤੇ 10-20 ਕਰੋੜ ਹੋਰ ਲੱਗਾ ਹੋਊਗਾ, 60-100 ਕਰੋੜ ਤੋਂ ਥੱਲੇ ਉਹ ਬਣੀ ਹੋਊਗੀ। ਹਾਂਜੀ, ਠੀਕ ਆ। ਤੇ ਇਹ ਜਿਹੜੀ ਆਹ ਫਿਲਮ ਆ, ਮੈਨੂੰ ਨਹੀਂ ਲੱਗਦਾ 10 ਕਰੋੜ ਲੱਗਾ ਹੋਵੇ। ਤੁਸੀਂ ਪੰਜਾਬ ਦੇ ਵਿੱਚ ਡੇਰਿਆਂ ਦਾ, ਰਾਧਾ ਸੁਆਮੀਆਂ ਦੇ, ਜਾਂ ਜਿੰਨੇ ਇਹਨਾਂ ਦੇ ਸਾਧਾਂ ਦੇ ਡੇਰੇ ਆ, ਟਕਸਾਲ ਵਰਗੇ ਡੇਰੇ ਆ, ਉੱਥੇ ਜਿਹੜੇ ਡੋਨੇਸ਼ਨ ਜਾਂਦੇ, ਤੁਸੀਂ ਉਹਨਾਂ ਦੀ ਗੱਲ ਉੱਥੇ ਪਤਾ ਕਰੋ ਨਾ ਜਾ ਕੇ, ਤੇ ਉਹ ਇਦਾਂ ਹੁੰਦੀ ਵੀ 700 ਕਰੋੜ 1000 ਕਰੋੜ 1500 ਕਰੋੜ ਇਦਾਂ ਦੇ ਬੰਦੇ ਆ ਜਿਹੜੇ ਉੱਥੋਂ ਜਾ ਕੇ ਆਪਣੇ ਮਨੀ ਨੂੰ ਵਾਈਟ ਕਰਦੇ ਆ। ਤੇ ਹੁਣ ਗਿਆਨ ਨੂੰ ਗੁਰੂ ਕਹਿਣੇ ਵਾਲੀ ਕੌਮ, ਕਿਸੇ ਇੱਕ ਵੀ ਜਥੇਬੰਦੀ ਦਾ, ਇੱਕ ਵੀ ਗਰੁੱਪ ਦਾ ਬਿਆਨ ਦੱਸੋ ਜਿਹਨੇ ਇਹ ਕਿਹਾ ਹੋਵੇ ਵੀ ਭਾਈ 10 ਕਰੋੜ ਜਾਂ 20 ਕਰੋੜ ਲਾ ਕੇ ਉਹਨੇ ਫਿਲਮ ਬਣਾਤੀ ਆ, ਤੇ ਆਪਾਂ ਇਦਾਂ ਕਰੀਏ, ਤਿਆਰੀ ਕਰੀਏ ਵੀ ਆਪਾਂ 4-5 ਫਿਲਮਾਂ 3-3 4-4 ਮਹੀਨੇ ਦੇ ਫਰਕ ਨਾਲ ਮਾਰਕੀਟ ਦੇ ਵਿੱਚ ਭੇਜੀਏ, ਜਿਹੜੀਆਂ ਇੱਕ ਤਾਂ ਇਹਦਾ ਖੰਡਨ ਕਰਦੀਆਂ ਹੁਣ, ਇੱਕ ਦੱਸਣ ਪਏ ਸਿੱਗੇ ਕਿੱਦਾਂ ਦੇ ਉਹਦੇ ਵਿੱਚ ਨਾ ਗੁਰੂ ਰੋਲ ਕਰੇ। ਮੰਨ ਲਓ ਇਦਾਂ ਨਹੀਂ ਫਿਲਮ ਬਣ ਸਕਦੀ ਵੀ ਇੱਕ ਪਰਿਵਾਰ ਆ ਪੰਜਾਬ ਦੇ ਵਿੱਚ ਰਹਿੰਦਾ, ਉਹਨਾਂ ਦੇ ਘਰ ਦਾ ਮੰਨ ਲਓ ਕੋਈ ਗ੍ਰੰਥੀ ਆ, ਉਹਦੇ ਬੱਚੇ ਜਿਹੜੇ ਆ ਉਹ ਸਿੱਖੀ ਦੇ ਬਾਰੇ ਜਾਣਕਾਰੀ ਰੱਖਦੇ ਆ, ਇੱਕ ਹੋਰ ਪਰਿਵਾਰ ਉਹਦਾ ਬੱਚਾ ਅਮਰੀਕਾ ਚਲ ਜਾਂਦਾ, ਕੈਨੇਡਾ ਚਲ ਜਾਂਦਾ, ਉੱਥੇ ਜਾ ਕੇ ਕੇਸ ਕਟਾਉਂਦਾ ਆ, ਹਨਾ? ਕੇਸ ਕਟਾ ਕੇ ਉੱਥੇ ਦਾ ਜੀਵਨ ਜੀਣ ਲੱਗ ਪੈਂਦਾ, ਫਿਰ ਉਹ ਸਡਨ ਉਹਨੂੰ ਸਮਝ ਆਉਂਦੀ ਵੀ ਨਹੀਂ ਮੇਰਾ ਧਰਮ ਬੜਾ ਮਹਾਨ ਆ, ਤੇ ਉਹਦੇ ਉੱਤੇ ਫਿਰ ਜਿਹੜਾ ਉਹ ਪਰਿਵਾਰ ਗੁਰਮਤ ਵਾਲਾ ਆ, ਉਹ ਸਾਰੀ ਕਹਾਣੀ ਦੱਸ ਰਿਹਾ ਹੋਵੇ, ਤੇ ਉਹ ਕਹਾਣੀ ਦੀ ਬੈਕਗ੍ਰਾਉਂਡ ਚੱਲਦੀ ਹੋਵੇ ਨਾਲ। ਏਦਾਂ ਜੀਵੇ ਸੀ ਗੁਰੂ ਨਾਨਕ ਦੇਵ ਜੀ, ਉਹ ਕਹਾਣੀ, ਸਾਨੂੰ ਸਿੱਖਿਆ ਦੇ ਕੇ ਗਏ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਕੁਛ ਕੀਤਾ ਹੁਣ ਤੱਕ ਸਿੱਖਿਆ ਨੇ। ਹਾਂਜੀ, ਹਨਾ? ਉਹਦੀ ਜਿੱਦਾਂ ਕਹਾਣੀ ਅਗਲਾ ਦੱਸੀ ਜਾਂਦਾ, ਉਹਦੀ ਬੈਕਗ੍ਰਾਉਂਡ ਨਾਲ ਦੀ ਨਾਲ ਚੱਲ ਕੇ ਕਿਸੇ ਵੀ ਤਰ੍ਹਾਂ ਉਹ ਕੀਤੀ ਹੋਵੇ, ਭਾਵੇਂ ਕਹਾਣੀ ਸੁਣਾ ਰਿਹਾ ਹੋਵੇ ਕੋਈ। ਹੁਣ ਉਹ ਉਸ ਪਾਸੇ ਕਿਉਂ ਨਹੀਂ ਜਾਣੀ ਇਦਾਂ ਸਾਡੇ ਬੰਦਿਆਂ ਦਾ ਧਿਆਨ ਗਿਆ? ਅਸੀਂ ਇੱਥੇ ਆ ਵੀ ਉਹ ਬਲਦੀਪ ਸਿੰਘ ਰਾਮੂ ਵਾਲੀਆ ਜਾਣੀ ਇਹਨਾਂ ਦਾ ਪ੍ਰਚਾਰ ਕਿਆ ਗੁਰਮਤਿ ਗਿਆਨ ਮਿਸ਼ਨ ਵਾਲੇ ਦਾ, ਉਹਨੂੰ ਵੀ ਪੋਸਟ ਪਾਈ ਅਸੀਂ ਵੀ ਦਿੱਲੀ ਫਲਾਨੀ ਜਗ੍ਹਾ ਤੇ ਲੱਗਣੀ ਆ ਤੇ ਸਾਰੇ ਸਿੰਘ ਇਕੱਠੇ ਹੋ ਜਾਓ। ਮਤਲਬ ਬਸ ਵਿਹਲੇ ਬੰਦੇ ਆ, ਫਰਸਟ੍ਰੇਟ ਹੋਏ ਆ ਵੀ ਚਲੋ ਜਾ ਕੇ ਡਾਂਗਾਂ ਜਾਂ ਕੁੱਟਾਂਗੇ ਕਿਸੇ ਨੂੰ, ਜਾਂ ਕੁੱਟ ਖਾ ਕੇ ਹਸਪਤਾਲ ਜਾਵਾਂਗੇ, ਜੇ ਕੁੱਟ ਦਿੱਤਾ ਤੇ ਜੇਲ੍ਹ ਵਿੱਚ ਗਿਆ ਤੇ ਗਰਾਹੀ ਹੋ ਜਾਣੀ ਆ, ਜੇ ਕੁੱਟ ਪੈ ਗਈ ਲੱਤ ਬਾਂਹ ਟੁੱਟ ਗਈ ਹਸਪਤਾਲ ਗਿਆ ਤੇ ਗਰਾਹੀ ਹੋ ਜਾਣੀ ਆ। ਹਾਂਜੀ, ਹਾਂਜੀ। ਹੁਣ ਉਹ ਸਾਰਾ ਕੁਝ ਜਿਹੜਾ ਆ ਜਾਣੀ ਸਾਡੇ ਜੀਵਨ ਦਾ ਸਟਾਈਲ ਜਿਹੜਾ ਉਹ ਤਾਂ ਬਣਿਆ ਜਦੋਂ ਕਿਸੇ ਨੇ ਸਾਨੂੰ ਮੌਤ ਜਿਹੜੀ ਆ ਨਾ, ਉਹਦੀ ਸ਼ਹੀਦੀ ਜਿਹੜੀ ਆ, ਉਹਦੀ ਮਹੱਤਤਾ ਸਾਡੇ ਦਿਮਾਗ 'ਚ ਬਾੜ ਦਿੱਤੀ। ਤਾਂ ਹਾਂਜੀ ਵੀ ਮਰਨੇ ਵਾਲਾ ਬੰਦਾ ਬੜਾ ਮਹਾਨ ਹੁੰਦਾ। ਉਹ ਜਿਉਣ ਤੇ ਤਾਂ ਕਿਸੇ ਦਾ ਹੈ ਹੀ ਨਹੀਂ, ਮਰਨ ਤੇ ਹੀ ਆ ਫੋਕਸ ਹਰੇਕ ਬੰਦੇ ਦਾ। ਬਸ ਚਾਹੀਦਾ ਮਰਾਂਗੇ ਫਿਰ ਉਸ ਤਰ੍ਹਾਂ ਦਾ ਹੀ ਮਤਲਬ ਕੀਮਤ ਹੀ ਤਾਂ ਪੈਣੀ ਆ ਜਾਣੀ। ਹਾਂਜੀ, ਹਾਂਜੀ। ਬੜੀ ਬਹੁਤ ਘਟੀਆ ਮਾਨਸਿਕਤਾ ਹੈ ਜੀ ਇਹ ਜਿਹੜੀ ਹੈਗੀ ਆ ਵੀ ਮੇਰਾ ਸ਼ੋਸ਼ਣ ਹੋਵੇ। ਹਾਂਜੀ, ਇਹ ਗੁਲਾਮ ਬਿਰਤੀ ਦੇ ਵਿੱਚੋਂ ਆਉਂਦਾ ਜਾਣੀ। ਉਹ ਆਪਣੇ ਜਿੱਦਾਂ ਨਾ ਜਿਹੜਾ ਸ਼ੂਦਰ ਸੀ
ਉਹ ਜਦੋਂ ਹੁਣ ਏਦਾਂ ਉਹ ਬ੍ਰਾਹਮਣ ਦੇ ਮੂਹਰੇ ਰਾਹ ਛੱਡਦਾ ਸੀ ਆਪਣਾ, ਜਿੱਦਾਂ ਹੁਣ ਉਹ ਕਰਕੇ ਪਏ। ਤੁਸੀਂ ਪੁਰਾਣੀਆਂ ਫਿਲਮਾਂ ਦੇਖੋ, ਉਹ ਜਦੋਂ ਗਲਤੀ ਹੋਈ ਨਹੀਂ ਹੁੰਦੀ, ਬੱਚੇ ਨੇ ਗਲਤੀ ਕੀਤੀ ਹੁੰਦੀ ਆ ਤੇ ਬੰਦਾ ਕਮੀਜ਼ ਖੋਲ ਕੇ ਬਹਿ ਜਾਂਦਾ ਮੂਹਰੇ ਏਦਾਂ ਵੀ ਮਤਲਬ ਹੁਣ ਸਰਦਾਰ ਨੇ, ਠਾਕਰ ਨੇ ਏਦਾਂ ਕੋੜੇ ਮਾਰਨੇ ਮੇਰੇ ਮੈਂ ਮਤਲਬ ਪਹਿਲਾਂ ਸਵੀਕਾਰ ਕੇ ਬੈਠਾ ਆ, ਸਫਾਈ ਵੀ ਨਹੀਂ ਦੇ ਰਿਹਾ ਉਹ ਬਿਰਤੀ ਜਿਹੜੀ ਗੁਲਾਮ ਵਾਲੀ ਬਿਰਤੀ ਆ ਨਾ, ਏਦਾਂ ਜਿੱਦਾਂ ਹੁਣ ਗਧਾ ਆ ਹਨਾ, ਵੀ ਜਦੋਂ ਉਹ ਜਿੱਥੇ ਵੱਜਾ ਜਦੋਂ ਬੰਨ ਕੇ ਉਹਨੂੰ ਕਰਦੇ ਆ, ਉਹ ਆਪਣੇ ਆਪ ਉੱਥੇ ਚੱਕੇ ਦੇ ਕੋਲ ਆ ਕੇ ਖੜ ਜਾਂਦਾ, ਮੇਰੇ ਤੇ ਇੱਟਾਂ ਲੱਦਣੀਆਂ ਹੁਣ ਜਾਣੀ ਏਦਾਂ। ਹੁਣ ਬੋਲਦੇ ਆ, ਬੋਲਦ ਨੂੰ ਤੁਸੀਂ ਏਦਾਂ ਜਦੋਂ ਉੱਥੋਂ ਖੁੰਡ ਤੋਂ ਖੋਲ ਕੇ ਲਿਆਉਨੇ ਆ, ਉਹ ਸਿੱਧਾ ਹੀ ਆ ਕੇ ਆਪਣੀ ਧੌਣ ਪਜਾਲੇ ਉਹਦੇ ਪਜਾਲੀ ਦੇ ਥੱਲੇ ਉਹਦੇ ਜੁੰਗਲ ਦੇ ਥੱਲੇ ਦੇਣ ਲੱਗ ਪੈਂਦਾ ਏਦਾਂ ਵੀ ਮੈਨੂੰ ਇੱਥੇ ਰੇੜੀ ਨਾ ਜੋੜਨਾ ਹੁਣ ਜਾਣੀ ਏਦਾਂ ਮਾਈਂਡ ਸੈਟ ਹੋਇਆ। ਬਸ ਉਹ ਮਾਈਂਡ ਸੈਟ ਸਾਡੇ ਹੋਏ ਹੋਆ ਏਦਾਂ ਵੀ ਅਸੀਂ ਜਾਂ ਕੁੱਟ ਖਾ ਕੇ ਹਸਪਤਾਲ ਜਾਣਾ ਜਾਂ ਫਿਰ ਕੁੱਟ ਕੇ ਜੇਲ੍ਹ ਜਾਣਾ। ਹਾਂਜੀ, ਇਹਨਾਂ ਦੇ ਵਿੱਚੋਂ ਮੈਂ ਕੋਈ ਨਹੀਂ ਮਿਸ਼ਨਰੀ ਪ੍ਰਚਾਰਕਾਂ ਦੇ ਵਿੱਚੋਂ ਦੇਖਿਆ ਵੀ ਜਿਹੜਾ ਆਉਣ ਵਾਲੇ ਜਿਹੜੇ ਪਿੱਛੇ ਪ੍ਰਚਾਰਕ ਆਉਂਦੇ ਆ ਜਾਂ ਜਿਹੜੀ ਆਪਣੀ ਜਨਰੇਸ਼ਨ ਹੈ ਵੀ ਉਹਦੇ ਬਾਰੇ, ਫਿਊਚਰ ਬਾਰੇ ਵੀ ਕੌਮੀ ਕਨਸੈਪਟ ਤੇ ਕਿਸੇ ਤੇ ਵੀ ਇਹ ਚਿੰਤਤ ਹੋਣ ਜਾਂ ਕਿਸੇ ਵਿਸ਼ੇ ਤੇ ਇਸ ਤਰ੍ਹਾਂ ਦੀ ਗੱਲ ਕਰਦੇ ਹੋਣ। ਭਾਈ ਰਣਜੀਤ ਸਿੰਘ ਦੀ, ਹਾਂਜੀ ਉਹ ਤੁਹਾਡੀ ਨਾ ਇੱਕ ਮੈਂ ਪੋਸਟ ਸ਼ੇਅਰ ਕੀਤੀ ਹੋਈ ਸੀ ਪਿਛਲੇ ਸਾਲ ਦੀ, ਭਾਈ ਰਣਜੀਤ ਸਿੰਘ ਨੇ ਆਪਦੇ ਦੀਵਾਨ ਦੇ ਵਿੱਚ ਕਿਹਾ ਸੀਗਾ ਵੀ ਮੈਨੂੰ ਇਹ 50,000 ਦੇ ਇਕੱਠ ਦੇ ਵਿੱਚ ਬੋਲਣ ਵਾਲੇ ਬੰਦੇ ਨੂੰ ਨਹੀਂ ਬੋਲਣ ਦਿੰਦੇ, ਜਿਹੜੇ 20 ਬੰਦਿਆਂ ਦੇ 100-200 ਬੰਦੇ ਦੇ ਵਿੱਚ ਬੋਲਦੇ ਆ, 20-50 ਬੰਦਿਆਂ ਚ ਬੋਲਦੇ ਆ, ਉਹਨਾਂ ਨੂੰ ਇਹਨਾਂ ਨੇ ਕਦੋਂ ਬੋਲਣ ਦੇਣਾ ਜੇ ਅਸੀਂ ਨਹੀਂ ਸਟੈਂਡ ਲਵਾਂਗੇ ਤਾਂ ਸਾਡੇ ਬੱਚਿਆਂ ਨੂੰ ਮਤਲਬ ਇਹਨਾਂ ਨੇ ਗੁਲਾਮ ਬਣਾ ਕੇ ਰੱਖਣਾ ਆਪਦੇ। ਤਾਂ ਉਦੋਂ ਬਾਅਦ ਵੀ ਜਿੰਨੇ ਉਹਨਾਂ ਨੇ ਫੈਸਲੇ ਕੀਤੇ ਆ ਮਤਲਬ ਉਹਨਾਂ ਨੇ ਕੌਮ ਨੂੰ ਮੁੱਖ ਰੱਖ ਕੇ ਕੀਤੇ ਆ, ਜਿਹੜਾ ਅੰਮ੍ਰਿਤਸਰ ਵੀ ਕੀਤਾ ਸੀ ਵੀ ਕਿਸੇ ਆਮ ਬੰਦਿਆਂ ਦਾ ਨੁਕਸਾਨ ਨਾ ਹੋਵੇ ਆਪਣਿਆਂ ਦਾ, ਕੋਈ ਸ਼ੱਕ ਨਹੀਂ। ਦੀਵਾਨ ਤਾਂ ਆਸੇ ਪਾਸੇ ਵੀ ਲਾ ਲਾਂਗੇ ਤਾਂ ਉਹਨੂੰ ਇਹ ਮਤਲਬ ਇਹ ਉਹਨਾਂ ਦੀ ਕਮਜ਼ੋਰੀ ਸਮਝਦੇ ਆ ਵੀ ਇਹ ਮਤਲਬ ਜੇ ਉਹ ਕੌਮ ਨੂੰ ਮੁੱਖ ਰੱਖ ਕੇ ਜਾਂ ਆਪਣੇ ਪਿਛਲੀ ਜਨਰੇਸ਼ਨ ਬਾਰੇ ਸੋਚਦੀ ਆ ਜਾਂ ਦੂਜਿਆਂ ਬਾਰੇ ਸੋਚਣਾ, ਉਹਨੂੰ ਮਾੜਾ ਪਤਾ ਨਹੀਂ ਕਿਉਂ ਸਮਝਿਆ ਜਾਂਦਾ। ਮਤਲਬ ਹੈਗਾ ਤਾਂ ਹੋਣਾ ਇਹ ਚਾਹੀਦਾ ਵੀ ਜਿਹੜਾ ਕੌਮੀ ਲੀਡਰ ਆ ਉਹਦੇ ਵਿੱਚ ਇਹ ਹੋਣਾ ਚਾਹੀਦਾ ਵੀ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਮੁੱਖ ਟੀਚਾ ਉਹਦੇ ਵਾਸਤੇ ਨਿਸ਼ਾਨਾ ਇਹ ਹੋਣਾ ਚਾਹੀਦਾ। ਇੱਕ ਤਾਂ ਆਪਣੀ ਸਿੱਖੀ ਦੀ ਵਿਚਾਰਧਾਰਾ ਤੇ ਇੱਕ ਜਿਹੜਾ ਕੌਮੀ ਕਨਸੈਪਟ ਆਪਣਾ। ਬਿਲਕੁਲ, ਜਿਹੜੀ ਆਪਾਂ ਗੱਲ ਕਰਦੇ ਸੀ ਵੀ ਪੁਰਜੇ ਦਾ ਵਧੀਆ ਹੋਣਾ ਹਾਂਜੀ ਜਿੰਨਾ ਜ਼ਰੂਰੀ ਆ ਉਨਾ ਹੀ ਜ਼ਰੂਰੀ ਉਹਦਾ ਬਾਕੀ ਹਿੱਸਿਆਂ ਦੇ ਨਾਲ ਕਨੈਕਟ ਹੋਣਾ ਆ। ਹਾਂਜੀ, ਕਿਉਂਕਿ ਵਧੀਆ ਉਹਦੇ ਠੀਕ ਹੋਣ ਨੇ ਉਹਨੂੰ ਚਲਾਉਣਾ ਆ ਤੇ ਜਿਹੜੇ ਬਾਕੀ ਹਿੱਸਿਆਂ ਨਾਲ ਕਨੈਕਟ ਹੋਣਾ ਉਹਨੂੰ ਸਮੁੱਚਤਾ ਦੇਣੀ ਆ। ਹਾਂਜੀ ਹਾਂਜੀ, ਉਹ ਜਿਹੜਾ ਹੈਗਾ ਨਾ ਵੀ ਇੱਥੇ ਮੇਰਾ ਕੰਮ ਕਰਨ ਦਾ ਕੰਮ ਆ, ਇੱਥੇ ਮੇਰਾ ਚੁੱਪ ਰਹਿਣ ਦਾ ਕੰਮ ਆ। ਹਾਂਜੀ, ਮੈਂ ਕਹਿੰਦਾ ਗੱਡੀ ਦੇ ਵਿੱਚ ਨਾ ਇੱਕ ਨਿੱਕਾ ਜਿਹਾ ਹਿੱਸਾ, ਬਹੁਤ ਮਾਮੂਲੀ ਹਿੱਸਾ, ਇੱਕ ਸਾਈਡ ਦੇ ਉੱਤੇ ਛੋਟਾ ਜਿਹਾ ਬਲਬ ਆ, ਹਾਂਜੀ ਇੰਡੀਕੇਟਰ ਜਿਹਨੂੰ ਕਹਿੰਦੇ ਆ। ਤੁਸੀਂ ਨਾ ਕਦੇ ਗੱਡੀ ਚਲਾ ਕੇ ਦੇਖਿਓ ਵੀ ਤੁਸੀਂ ਇਹ ਸਪੋਜ਼ ਕਰ ਲਿਓ ਵੀ ਇੰਡੀਕੇਟਰ ਇਹਦਾ ਖਰਾਬ ਹੋ ਗਿਆ। ਹਾਂਜੀ, ਖਰਾਬ ਹੋ ਗਿਆ ਮਤਲਬ ਕਨੈਕਸ਼ਨ ਇਹਦਾ ਇੱਥੋਂ ਟੁੱਟ ਗਿਆ ਤੇ ਉਹ ਚੱਲੀ ਜਾ ਰਿਹਾ ਹੈ। ਹਾਂਜੀ, ਤੇ ਲੋਕਲ ਰੋਡ ਦੇ ਉੱਤੇ 5 ਕਿਲੋਮੀਟਰ ਜਾਂ 7 ਕਿਲੋਮੀਟਰ ਗੱਡੀ ਚਲਾਇਓ। ਹਾਂਜੀ, ਇਹ ਮੰਨ ਕੇ ਵੀ ਇੰਡੀਕੇਟਰ ਖਰਾਬ ਆ, ਹੁਣ ਉਹ ਚੱਲੀ ਜਾਵੇ, ਜਿੱਥੋਂ ਵੀ ਮੋੜ ਤੁਸੀਂ ਸੱਜੇ ਨੂੰ ਕੱਟੋ ਦੁਬਾਰਾ ਫੇਰ ਉਹਨੂੰ ਚਲਾ ਦਿਓ। ਤੇ ਰਾਹ 'ਚ ਦੇਖਿਓ 5 ਕਿਲੋਮੀਟਰ ਦੇ ਵਿੱਚ ਘੱਟੋ ਘੱਟ 10 ਵਾਰੀ ਖਤਰੇ ਹੋਊਗੇ ਐਕਸੀਡੈਂਟ ਹੋਣ ਦੇ। ਹਾਂਜੀ ਹਾਂਜੀ, ਕਿਉਂਕਿ ਜਿੱਥੇ ਵੀ ਤੁਸੀਂ ਲਿੰਕ ਰੋਡ ਤੇ ਪਹੁੰਚਣਾ, ਜਿਹੜਾ ਬੰਦਾ ਮੂਹਰੇ ਖੜਾ ਆ ਉਹਨ ਇਹ ਸੋਚ ਕੇ ਗੱਡੀ ਤੋੜਨ ਦੀ ਕੋਸ਼ਿਸ਼ ਕਰਨੀ ਆ ਵੀ ਤੂੰ ਮੁੜਨਾ ਆ ਹੁਣ। ਹਾਂਜੀ ਹਾਂਜੀ, ਉਹ ਜਾਨੀ ਇੰਨੀ ਨਿੱਕੀ ਜਿਹੀ ਗਲਤੀ ਜਿਹੜੀ ਆ ਉਹ ਕਿੰਨੇ ਖਤਰੇ ਪੈਦਾ ਕਰਦੀ ਆ। ਪਰ ਸਾਡੇ ਅੰਦਰ ਤਾਂ ਪਤਾ ਨਹੀਂ ਕਿੰਨਾ ਕੁ ਜਿਹੜਾ ਆ ਉਹ ਜਿਹੜੀ ਕਨੈਕਟੀਵਿਟੀ ਆ ਬਾਕੀਆਂ ਦੇ ਨਾਲ, ਜਿਹੜਾ ਬਾਕੀ ਹਿੱਸਿਆਂ ਨਾਲ ਕਨੈਕਸ਼ਨ ਆ ਸਾਡਾ, ਉਹ ਜਿਹੜਾ ਤੋੜ ਕੇ ਸਮੁੱਚਤਾ ਹੈ ਹੀ ਨਹੀਂ ਸਾਡੇ ਚ। ਜਾਨੀ ਸਮੁੱਚਤਾ ਦੀ ਘਾਟ ਕਰਕੇ ਹੀ ਆ ਮੈਨੂੰ ਲੱਗਦਾ ਜੀ। ਜਿਹਨੂੰ ਮਾੜਾ ਜਿਹਾ ਪਤਾ ਲੱਗ ਜਾਂਦਾ ਉਹ ਐਂ ਹੋ ਜਾਂਦਾ ਵੀ ਮੈਂ ਖੁਦ ਮੁਖਤਿਆਰ ਹੋ ਗਿਆ। ਹੁਣ ਵੀ ਆਪਦੇ ਫੈਸਲੇ ਆਪ ਕਰਨ ਤੋਂ ਬੰਦਾ ਇਹ ਅਰਥ ਲਈ ਜਾਂਦਾ ਵੀ ਹੁਣ ਮੈਂ ਮਰਜ਼ੀ ਨਾਲ ਹੀ ਚੱਲਣਾ। ਉਹ ਜਾਣੀ ਦੇਖਣਾ ਸਾਰਾ ਕੁਛ ਪੈਣਾ ਵੀ ਆਪਾਂ ਕਾਹਦੇ ਲਈ ਕਰ ਰਹੇ ਹਾਂ। ਉਹ ਚੀਜ਼ ਗਾਂਹ ਜਾਣੀ ਚਾਹੀਦੀ ਹੈ, ਨਾ ਕਿ ਆਪਣੀ ਪਰਸਨੈਲਿਟੀ ਕੋਈ ਖਾਸ ਹੈਗੀ ਉਹਦੇ ਵਿੱਚ। ਸਾਰੇ ਕੰਮ ਦੇ ਵਿੱਚ ਆਪਾਂ ਨੀ ਗੇ ਖਾਸ, ਉਹ ਤਾਂ ਜਿਹੜਾ ਨਿਸ਼ਾਨਾ ਉਹ ਹੈਗਾ ਖਾਸ ਹੈ। ਉਹਦੇ ਅਰਥ ਹੀ ਕੋਈ ਨਹੀਂ ਰਹਿਣੇ ਜੀ ਜਿੰਨਾ ਚਿਰ ਤੁਸੀਂ ਜਿਹੜੀ ਤੁਹਾਡੀ ਨਾ ਸਮੁੱਚਤਾ ਆ, ਸਮੁੱਚਤਾ ਤੋਂ ਬਿਨਾ ਕੋਈ ਅਰਥ ਨਹੀਂ ਕਿਸੇ ਚੀਜ਼। ਕੁਝ ਹੋ ਨਹੀਂ ਸਕਦਾ। ਮੈਂ ਥਰਸਡੇ ਨੂੰ ਵੀ ਗੱਲ ਕਰਦੇ ਸੀ ਨਾ, ਇਕੱਲੇ ਤੁਸੀਂ ਜਿੰਨੇ ਮਰਜ਼ੀ ਵਧੀਆ ਹੋਵੋ ਤੁਸੀਂ ਕੀ ਕਰ ਲੋਗੇ ਨਾ।
ਜਿੰਨੇ ਮਰਜ਼ੀ ਮੈਂ ਵਧੀਆ ਹੋ ਜਾਵਾਂ, ਜੇ ਕਨੈਕਸ਼ਨ ਦੂਜੇ ਨਾਲ ਜੁੜਦਾ ਹੀ ਨਹੀਂ ਹੈ, ਉਹ ਮਸ਼ੀਨ ਦੀ ਗੱਲ ਕਰੀਏ ਉਹਦੇ ਪਾਰਟਸ ਦੀ ਗੱਲ ਹੈ, ਆਪਣੀ ਹੈ, ਸਮਾਜ ਕੋਈ ਹੈ ਹੀ ਨਹੀਂ ਹੈ, ਕੀ ਕਰਨਾ ਵਧੀਆ ਹੋ ਕੇ ਆਪੇ ਇਕੱਲੇ ਬੰਦੇ ਨੇ। ਸਾਡੇ ਵੀ ਇੱਥੇ ਵਿਦਵਾਨ ਸਾਡਾ ਹੁੰਦਾ ਸੀ, ਉਹਨੇ ਇਸ ਚੀਜ਼ ਦੇ ਉੱਤੇ ਜ਼ੋਰ ਲਾਉਣਾ, ਮੁੜ ਮੁੜ ਕੇ ਜਦੋਂ ਵੀ ਗੱਲ ਆ ਜਾਣੀ ਨਾ ਉਹਨ ਕਹਿਣਾ ਵੀ ਨਹੀਂ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਸਿੱਖਾਂ ਦੇ ਅੰਦਰ ਇਹ ਖੁਦਮੁਖਤਿਆਰੀ ਸੀਗੀ ਤੇ ਅੰਗਰੇਜ਼ਾਂ ਨੇ ਜਾ ਕੇ ਫਿਰ ਉਹ ਮਾਰ ਦਿੱਤੀ। ਜਦ ਕਿ ਜਿਹੜਾ ਟੀਮ ਦਾ ਕਨਸੈਪਟ ਹੈ ਨਾ, ਮੈਨੂੰ ਇਹ ਲੱਗਦਾ ਆ ਵੀ ਉਹ ਇਹ ਜਿਹੜਾ ਟੀਮ ਦਾ ਕਨਸੈਪਟ ਆ ਇਹ ਗੁਰੂ ਸਾਹਿਬ ਵੇਲੇ ਸੀਗਾ। ਉਹਨਾਂ ਤੋਂ ਬਾਅਦ ਜਾਂਦਿਆਂ ਸਾਰ ਇਹ ਚੀਜ਼ ਖੁਦਮੁਖਤਿਆਰੀ ਦੇ ਨਾਂ ਦੇ ਉੱਤੇ ਜਿਹੜਾ ਨਿੱਜਿਆ ਉਹਨੂੰ ਭਾਰੂ ਕਰਨ ਲਈ ਤੇ ਮੌਤ ਦੀ ਜਿਹੜੀ ਸ਼ਹੀਦੀ ਦੀ ਗੱਲ ਆ ਮਰਨ ਮਾਰਨ ਦੀਆਂ ਜਿਹੜੀਆਂ ਗੱਲਾਂ ਵੀ ਅਸੀਂ ਤਾਂ ਜਾਂ ਮਰਾਂਗੇ ਜਾਂ ਮਾਰਾਂਗੇ, ਇਹ ਗੱਲਾਂ ਸਾਡੇ 'ਚ ਪਾ ਦਿੱਤੀਆਂ ਗਈਆਂ ਆ। ਜਿਹਨੇ ਹਰੀ ਸਿੰਘ ਨਲੂਏ ਵਰਗਿਆਂ ਨੂੰ, ਜਿਹੜੇ ਸਾਡੇ ਵਧੀਆ ਸਿੱਖ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹਨਾਂ ਦੇ ਅੰਦਰ ਇੱਕੋ ਹੀ ਚੀਜ਼ ਸੀ ਵੀ ਅਸੀਂ ਤਾਂ ਲੜ ਮਰਨਾ ਆ, ਜਾਣੀ ਭਿੜ ਜਾਣਾ ਅਸੀਂ ਤਾਂ। ਜਦ ਕਿ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਜਦੋਂ ਸਾਰਾ ਕੁਝ ਦਿਸ ਰਿਹਾ ਉਹਨਾਂ ਨੂੰ, ਇੰਨਾ ਕੁ ਉਸ ਵੇਲੇ ਵੀ ਇਹ ਨਹੀਂ ਹੋ ਰਿਹਾ ਵੀ ਖਾਲਸੇ ਨੇ ਇਹ ਰਾਜ ਬਣਾਇਆ ਆ, ਇਹਦੇ ਵਿੱਚ ਹੁਣ ਕੀ ਖਰਾਬੀ, ਮਤਲਬ ਕਿਹੜੇ ਸਲਾਹਕਾਰ ਕਿਉਂ ਨਹੀਂ ਮਹਾਰਾਜਾ ਸਾਡੀ ਗੱਲ ਪਹੁੰਚ ਕਿਉਂ ਨਹੀਂ ਰਹੀ। ਉਦੋਂ ਜਾਣੀ ਉਹ ਰਾਜ ਦੇ ਖੁੱਸਣ ਤੋਂ ਪਹਿਲਾਂ ਕੁਝ ਵੀ ਕੀਤਾ ਜਾ ਸਕਦਾ ਸੀ ਜੇ ਇਹ ਹੁੰਦਾ, ਪਰ ਉਹ ਉਸ ਟਾਈਮ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਗੱਲ ਐਨ ਜਿਹੜੀ ਆ ਬਾਬਾ ਦੀਪ ਸਿੰਘ ਦੀ ਵੀ ਅਸੀਂ ਗੱਲ ਕਰਦੇ ਹਾਂ ਵੀ ਇਹ ਕਿੱਥੋਂ ਆ ਗਿਆ ਸਾਡੇ 'ਚ ਵੀ ਅਸੀਂ ਜਾ ਕੇ ਮਰ ਜਾਣਾ ਆ ਜਾਂ ਫਿਰ ਆਜ਼ਾਦ ਕਰਾਉਣਾ ਉਹਨੂੰ। ਜਦ ਕਿ ਉਹ ਰਾਹ ਲੱਭਣਾ, ਸੋਚਣਾ, ਵਿਚਾਰਨਾ ਜਿਹੜਾ ਉਹਦੇ ਲਈ ਬੜਾ ਜ਼ਰੂਰੀ ਸੀ। ਅੱਜ ਵੀ ਹੁਣ ਅਸੀਂ ਕਹਿੰਦੇ ਆ ਵੀ ਜਾਂ ਅਸੀਂ ਮਰ ਜਾਣਾ ਜਾਂ ਫਿਰ ਮੂਵੀ ਬੰਦ ਕਰਾਉਣੀ ਆ। ਨਹੀਂ, ਨਿੱਜ ਸਵਾਰਥ ਨੂੰ ਖੁਦ ਮੁਖਤਿਆਰੀ ਦੇ ਅਰਥ ਜਿਹੜੇ ਦੇ ਦਿੱਤੇ ਗਏ ਆ, ਪਰ ਅਸਲ ਦੇ ਵਿੱਚ ਖੁਦ ਮੁਖਤਿਆਰੀ ਦੇ ਅਰਥ ਸੀਗੇ ਵੀ ਜਿੱਥੇ ਜ਼ਿੰਮੇਵਾਰੀ ਲੈਣੀ ਪੈਣੀ ਆ ਉੱਥੇ ਖਤਰੇ ਦੇ ਥੱਲੇ ਮਤਲਬ ਆਪ ਰਿਸਕ ਲੈਣਾ, ਜਿੱਥੇ ਬੰਦੇ ਨੇ ਫੈਸਲਾ ਕਰਕੇ ਜਿਹੜੀ ਜ਼ਿੰਮੇਵਾਰੀ ਲੈਣੀ ਪੈਣੀ ਉਹਦੇ ਥੱਲੇ ਮੋਢਾ ਲਾਉਣ ਤੋਂ ਅਰਥ ਹੈਗੇ ਖੁਦ ਮੁਖਤਿਆਰੀ ਦੇ। ਆਪਦੇ ਸਵਾਰਥ ਪੂਰੇ ਕਰਨ ਤੇ ਥੋੜਾ ਹੈਗਾ ਖੁਦ ਮੁਖਤਿਆਰੀ। ਖੁਦ ਮੁਖਤਿਆਰ ਤਾਂ ਹੈਗਾ ਹੀ ਹੈ, ਫਿਰ ਤਾਂ ਹਰੇਕ ਬੰਦਾ ਹੀ ਖੁਦ ਮੁਖਤਿਆਰ ਆਪਦੇ ਕੰਮ ਵੀ ਕਰਦਾ ਬੰਦਾ। ਜਦੋਂ ਕੌਮੀ ਕਨਸੈਪਟ ਦੀ ਗੱਲ ਚੱਲਦੀ ਜਾਂ ਸਮੁੱਚਤਾ ਦੀ ਕੌਮ ਦੇ ਸੰਬੰਧ 'ਚ ਗੱਲ ਚੱਲਦੀ ਹੈ, ਉੱਥੇ ਤਾਂ ਖੁਦ ਮੁਖਤਿਆਰੀ ਦੇ ਅਰਥ ਇਹੀ ਹੈ ਨਾ ਵੀ ਸਾਰੇ ਨੂੰ ਤੁਸੀਂ ਸੋਚ ਵਿਚਾਰ ਕੇ ਉੱਥੇ ਜਿਹੜੇ ਫੈਸਲੇ ਲੈਣੇ ਵੀ ਆਪਦੇ ਮੋਢਿਆਂ ਤੇ ਜ਼ਿੰਮੇਵਾਰੀ ਲੈ ਰਹੇ ਹੋ ਤੁਸੀਂ, ਫੈਸਲਾ ਲੈ ਕੇ ਉਹਦੇ ਤੋਂ ਅਰਥ ਆ ਖੁਦ ਮੁਖਤਿਆਰੀ ਦੇ। ਨਹੀਂ ਬਿਲਕੁਲ ਜੀ, ਮੈਨੂੰ ਏਦਾਂ ਲੱਗੀ ਜਾਂਦਾ ਆ ਵੀ ਤੁਸੀਂ ਨਾ ਦੇਖੋ ਜਿਹੜਾ ਸਾਡਾ ਆਪਣੇ ਆਪ ਦੇ ਵਿੱਚ ਕੱਲਿਆਂ ਦਾ ਵਧੀਆ ਹੋਣਾ ਆ ਉਹ ਇੰਨਾ ਇੰਪੋਰਟੈਂਟ ਨਹੀਂ ਹੈਗਾ ਜਿੰਨਾ ਸਾਡਾ ਜਿਸ ਥਾਂ ਤੇ ਅਸੀਂ ਹੈਗੇ ਆ, ਸਾਡਾ ਆਪਣੇ ਆਲੇ ਦੁਆਲੇ ਅੱਗੇ ਤੇ ਪਿਛਲੇ ਵਾਲਿਆਂ ਦੇ ਨਾਲ ਕਨੈਕਟ ਹੋ ਕੇ ਚੱਲਣਾ ਆ। ਠੀਕ ਹੈ। ਜਿੱਦਾਂ ਹੁਣ ਗੱਡੀ ਆ, ਇੱਕ ਗੱਡੀ ਦੇ ਵਿੱਚ ਜਿਹੜੇ ਬ੍ਰੇਕ ਪੈਡ ਆ ਨਾ, ਮੰਨ ਲਓ ਉਹ ਤੁਹਾਡੀ ਗੱਡੀ ਹੋਵੇ 2000 ਦੀ ਤੇ ਉਹ ਹੋਵੇ ਮੰਨ ਲਓ 800 ਸੀਸੀ ਜਾਂ 1000 ਸੀਸੀ, ਤੇ ਕੋਈ ਉਹਨੂੰ ਬ੍ਰੇਕਾਂ, ਉਹਦੇ ਟਾਇਰਾਂ ਨੂੰ ਬ੍ਰੇਕਾਂ ਉਹ ਲਾ ਦੇਵੇ ਜਿਹੜੀਆਂ ਲੈਂਬਰਗਿਨੀ ਦੀਆਂ ਬ੍ਰੇਕਾਂ ਆ, ਤੇ ਜਿਹੜੀ 5000 ਜਾਂ 6000 ਸੀਸੀ ਆ ਤੇ 300 ਕਿਲੋਮੀਟਰ ਤੇ ਜਾਣੇ ਵਾਲੀ ਆ, ਉਹਦੇ ਬ੍ਰੇਕ ਪੈਡ ਲਾ ਦੇਵੇ ਉਹਨੂੰ। ਪਰ ਜਿਹੜਾ ਗੱਡੀ ਦੇ ਵਿੱਚ ਬੈਠੇ ਡਰਾਈਵਰ ਦੇ ਪੈਰ ਦੇ ਥੱਲੇ ਜਿਹੜਾ ਹੈਗਾ ਨਾ, ਜਿੱਥੇ ਪੈਰ ਉਹ ਦੱਬ ਕੇ ਉਹਨੂੰ ਬ੍ਰੇਕ ਨੂੰ ਦੱਬਦਾ ਆ ਜਾਣੀ, ਉਹਦੇ ਨਾਲ ਤਾਰ ਨਾ ਜੁੜੀ ਹੋਵੇ ਉਹਦੀ। ਹੁਣ ਇੱਕ ਉਹ ਗੱਡੀ ਆ ਜਿਹੜੀ 1000 ਸੀਸੀ ਦੀ ਛੋਟੀ ਗੱਡੀ ਆ, ਉਹਦੀ ਤਾਰ ਬਿਲਕੁਲ ਜੁੜੀ ਹੋਆ ਪਰ ਬ੍ਰੇਕਾਂ ਉਹਦੀਆਂ ਘਸੀਆਂ ਆ ਥੋੜ ਜਿਹੀਆਂ। ਹੁਣ ਤੁਸੀਂ ਦੱਸੋ ਵੀ ਗੱਡੀ ਚੱਲਦੀ ਚ ਕੰਮ ਕਿਹੜੀ ਕਰੂਗੀ? ਹੁਣ ਜਾਣੀ ਅਸੀਂ ਜਦੋਂ ਅਸੀਂ ਬਹੁਤ ਜ਼ਿਆਦਾ ਗਿਆਨ ਲੈ ਲੈਂਦੇ ਆ ਨਾ, ਤੇ ਅਸੀਂ ਕਹਿੰਦੇ ਆ ਵੀ ਨਹੀਂ ਜੀ ਅਸੀਂ ਇਹਨੂੰ ਨਹੀਂ ਮੰਨਦੇ, ਇਹਨੂੰ ਨਹੀਂ, ਮੈਂ ਉਹ ਸਾਰਾ ਕੁਝ ਕਰਕੇ ਵੀ ਅਸੀਂ ਵਧੀਆ ਹੋਣਾ। ਹੁਣ ਉਹ ਸਾਡਾ, ਮੈਂ ਕਹਿੰਦਾ ਠੀਕ ਆ, ਸਾਡਾ ਬ੍ਰੇਕ ਦਾ ਠੀਕ ਹੋਣਾ ਬਹੁਤ ਜ਼ਰੂਰੀ, ਘਸੀਓ ਨਾ ਹੋਵੇ, ਪੈਡ ਠੀਕ ਹੋਣ, ਪਰ ਉਹਦਾ ਕਨੈਕਸ਼ਨ ਜਿਹੜਾ ਹੈ ਨਾ ਉਹ ਜ਼ਿਆਦਾ ਹੀ ਜ਼ਰੂਰੀ ਆ ਜਾਣੀ। ਕਿਉਂਕਿ ਕਨੈਕਸ਼ਨ ਤੋਂ ਹੀ ਤੁਹਾਨੂੰ ਪਤਾ ਲੱਗਣਾ ਵੀ ਹੁਣ ਬ੍ਰੇਕ ਦੇ ਉੱਤੇ ਕੰਮ ਹੋਣੇ ਵਾਲਾ, ਉਹਦੇ ਪੈਡ ਬਦਲਣੇ ਵਾਲੇ ਆ। ਨਵੀਆਂ ਬ੍ਰੇਕਾਂ ਪਈਆਂ ਨੇ ਦੁਕਾਨ 'ਚ, ਉਹਦਾ ਕੀ ਕਰਾਂਗੇ ਆਪਾਂ? ਉਹਦਾ ਠੀਕ ਆ। ਉਹ ਸਾਡਾ ਜਾਣੀ ਜਿਹੜਾ ਕੌਮੀ ਕਨਸੈਪਟ ਆ ਸਾਡਾ ਜੀ, ਉਹਦੇ ਉੱਤੇ ਤਾਂ ਇੰਨਾ ਕੁ ਸਾਨੂੰ ਜ਼ੋਰ ਲਾਉਣਾ ਚਾਹੀਦਾ ਨਾ।
ਬੜਾ ਜ਼ਰੂਰੀ। ਚਲੋ ਆਪਣੇ ਯਾਦਵਿੰਦਰ ਸਿੰਘ, ਸਾਡਾ ਬ੍ਰੇਕ ਦਾ ਟਾਈਮ ਹੋਇਆ ਆ। ਠੀਕ ਹੈ ਜੀ। ਤੇ ਉਹ ਤੋਂ ਬ੍ਰੇਕ ਤੋਂ ਬਾਅਦ ਅਸੀਂ ਸੋਚਦੇ ਸੀਗੇ ਅੱਜ ਇਹ ਸਮਾਂ, ਚਲੋ ਮੈਂ ਕਰਕੇ ਦੇਖਦਾ ਜੇ ਹਰਦੇਵ ਸਿੰਘ ਜੰਮੂ ਹੁਣਾਂ ਨਾਲ ਗੱਲ ਕਰਕੇ ਦੇਖਣੀ ਆ ਅਸੀਂ। ਠੀਕ ਹੈ ਜੀ। ਤੇ ਵੱਡੇ ਵਿਦਵਾਨ, ਹਾਂਜੀ, ਉਹ ਦੇਖ ਲੈਣੇ ਹੋ ਜਿਹੜੀ ਗੱਲ ਦਇਆਨੰਦ ਵਾਲੀ, ਉਹਨਾਂ ਨੇ ਗੱਲਾਂ ਤਾਂ ਪਹਿਲਾਂ ਵੀ ਕਾਫੀ ਹੋਈਆਂ ਸੀਗੀਆਂ ਤਾਂ, ਪਰ ਉਹਦੇ ਬਾਰੇ ਥੋੜੇ ਜਿਹੇ ਵਿਚਾਰ ਕਰਕੇ ਦੇਖ ਲੈਣੇ ਉਹਨਾਂ ਨਾਲ, ਜੇ ਸਾਡੀ ਠੀਕ ਠਾਕ ਹੋ ਗਈ ਗੱਲ ਤਾਂ। ਉਹਨਾਂ ਨੇ ਪਿਛਲੀ ਵਾਰੀ ਗੱਲ ਕੀਤੀ ਸੀ ਨਾ, ਉਹ ਦੇਹ ਗੁਰੂ ਦੇ ਸੰਬੰਧ ਦੇ ਵਿੱਚ ਵੀ ਪਰਸਨੈਲਿਟੀ ਦੇ ਵਿੱਚ 6 ਚੀਜ਼ਾਂ ਹੁੰਦੀਆਂ, ਉਹਦਾ ਮੇਕਅਪ, ਉਹਦਾ ਪਰਸੋਨਾ ਤੇ ਉਹ ਹੋਰ ਕਈ ਕੁਛ। ਉਹ ਕਰ ਲਾਂਗੇ ਆਪਾਂ ਜੇ ਸਾਡੀ ਚੱਲੀ ਤੇ ਫਿਰ ਗਾਹਾਂ ਵੀ ਉਹ ਵੀਡੀਓ ਲੱਭ ਕੇ ਏਦਾਂ ਕਰਕੇ ਉਹਨਾਂ ਨੂੰ ਪੁੱਛ ਲਾਂਗੇ ਉਹਦੇ ਬਾਰੇ, ਕਿਉਂ ਮੇਰੇ ਕੋਲ ਇੰਨਾ ਹੈ ਨਹੀਂ। ਤੇ ਉਹ ਜਾਂ ਏਦਾਂ ਕਰਿਓ ਕਿਸੇ ਵੇਲੇ ਕੋਈ ਜਣਾ ਉਹਨੂੰ ਸੁਣ ਕੇ, ਜਿਹੜੀ ਮੇਰੇ ਖਿਆਲ ਉਹ ਵੀਡੀਓ ਦੇ ਵਿੱਚ ਕਈਆਂ ਨਾ ਗੱਲਾਂ ਜਿਹੜੀ ਤੁਸੀਂ ਕਹਿੰਦੇ ਆ। ਹਾਂਜੀ, ਉਹ ਪ੍ਰਭਦੀਪ ਦੇ ਪ੍ਰੋਗਰਾਮ 'ਚ ਉਹਨਾਂ ਦਾ ਫੋਨ ਆਇਆ ਸੀਗਾ, ਉਹਦੇ ਬਾਰੇ ਉੱਥੇ ਉਹਨਾਂ ਨੇ ਗੁਰੂ ਦੇ ਹੱਕ ਉਹਨੂੰ ਕੋਸ਼ਿਸ਼ ਕਰਦੇ ਹੋ ਕੋਈ ਜਣਾ ਜੇ ਕਰਕੇ ਉਹ 'ਚੋਂ ਥੋੜਾ ਜਿਹਾ ਪੁਆਇੰਟ ਲਿਖ ਕੇ ਗਾਹਾਂ, ਜੇ ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਹੋਈ ਪਈ ਅਸੀਂ ਦੁਬਾਰਾ ਫਿਰ ਗੱਲ ਕਰਨੀ, ਕਿਉਂਕਿ ਜਿਹੜੀਆਂ ਉਹ ਗੱਲਾਂ ਕਰਦੇ ਆ ਹਾਂਜੀ ਨਾ ਇਹ ਇਦਾਂ ਆ ਵੀ ਹਰਦੇਵ ਸਿੰਘ ਜੰਮੂ ਹੁਣੀ 10ਵੇਂ ਗ੍ਰੰਥੀ ਨਹੀਂ ਹੈਗੇ। ਠੀਕ ਹੈ ਜੀ। ਉਦਾਂ ਵੀ ਇਹ ਜਿਹੜੇ ਮੋਹਰੇ ਜਾਗਰੂਕੀ ਜਿਹੜੀ ਤਤ ਗੁਰਮਤ ਪਰਿਵਾਰ ਆ ਉਹਨਾਂ ਦੇ ਨਾਲੋਂ ਆਇਓ ਆ, ਆਪਣੇ ਪੰਜੌਰ ਹੁਣਾਂ ਦੇ ਨਾਲੋਂ। ਉਹ ਵੀ ਬੰਦੇ ਸਾਰੇ ਵਿਦਵਾਨ ਆ, ਉਹ ਵੀ ਹੈਗੇ ਤਾਂ ਵੀ ਜੇ ਏਦਾਂ ਜਿਹੜੀ ਆਪਾਂ ਕੌਮੀ ਕਨਸੈਪਟ ਤੇ ਗੱਲ ਕਰਦੇ ਸੀ ਨਾ, ਉਹਨਾਂ ਨੇ ਵੀ ਇਹਦੇ ਬਾਰੇ, ਤੁਸੀਂ ਆਰਟੀਕਲ ਪੜ੍ਹਿਆ ਸੀ, ਉਹਨਾਂ ਨੇ ਕੀ ਕੀਤਾ ਸੀਗਾ ਇਹਦੇ ਬਾਰੇ ਵੀ, ਜਿਹੜਾ ਆਪਣਾ ਸਟੇਟ ਦੀ ਗੱਲ ਕਰਦੇ ਆ, ਸਟੇਟ ਦੇ ਵਿੱਚ ਨਹੀਂ ਮੰਨ ਸਕਦੇ ਆਪਾਂ ਇਹਨੂੰ, ਆਪਾਂ ਤਾਂ ਸਾਰੇ ਜਗਤ ਵਾਸਤੇ ਹੀ ਆ। ਉਹਨਾਂ ਨੇ ਸਾਰੇ ਹੀ ਬੰਦੇ ਸਿਆਣੇ ਆ, ਜਾਣੀ ਇਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਰਸਨੈਲਿਟੀ ਦੇ ਵਿੱਚ 6 ਚੀਜ਼ਾਂ ਹੁੰਦੀਆਂ। ਜਦੋਂ ਉਹਨਾਂ ਨੇ ਦੇਵ ਗੁਰੂ ਦੇ ਹੱਕ 'ਚ ਦਿੱਤੀਆਂ ਸੀ ਦਲੀਲਾਂ, ਤਾਂ ਉਹ ਵੀ ਉਹਨਾਂ ਦੀ ਸੁਣਨ ਵਾਲੀ ਹੈਗੀ। ਉਹ ਨਹੀਂ ਠੀਕ ਆ, ਫਿਰ ਉਹ ਆਪਾਂ ਉਹਦੇ ਲਈ ਏਦਾਂ ਕਰਾਂਗੇ ਗਾਹਾਂ, ਜੇ ਮੇਰੇ ਕੋਲ ਸਮਝੇ ਜਾਣੀ ਗੱਲ ਸਾਡੀ ਗਾਹਾਂ ਤੁਰੀ ਤਾਂ ਫਿਰ ਆਪਾਂ ਏਦਾਂ ਕਰਿਓ, ਉਹਨੂੰ ਸੁਣ ਕੇ ਮੜ ਜਾ ਪੁਆਇੰਟ ਉਹਦੇ 2-4 ਜਿਹੜੇ ਹੋਏ ਉਹ ਲਿਖ ਕੇ ਕਰਕੇ, ਤਾਂ ਫਿਰ ਉਹਨੂੰ ਆਪਾਂ ਇਹਨਾਂ ਦੇ ਨਾਲ ਦੇਖ ਲਵਾਂਗੇ ਗੱਲ ਕਰਕੇ ਗਾਹਾਂ। ਠੀਕ ਹੈ ਜੀ। ਚਲੋ ਠੀਕ ਹੈ ਜੀ, ਅਸੀਂ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਬੇਨਤੀ ਆ ਸਰੋਤਿਆਂ ਨੂੰ ਵੀ ਬ੍ਰੇਕਾਂ 3 ਹੋਣੀਆਂ ਆਪਣੀਆਂ, 3 ਬ੍ਰੇਕਾਂ ਜ਼ਰੂਰੀ ਆ ਲੈਣੀਆਂ, ਕਿਉਂਕਿ ਜਿਹੜਾ ਰਾਤ ਦਾ ਸਮਾਗਮ ਹੋਇਆ ਭਾਈ ਰਣਜੀਤ ਸਿੰਘ ਹੋਰਾਂ ਦਾ, ਉਹਦੇ ਵਿੱਚ ਜਿੱਥੇ ਕਿ ਉਹਨੇ ਕਵਿਤਾ ਪੜ੍ਹੀ ਆ, ਉਹ ਤੋਂ ਪਹਿਲਾਂ ਥੋੜ੍ਹੀਆਂ ਜਿਹੀਆਂ ਗੱਲਾਂ ਹੋਈਆਂ, ਤੇ ਉਹ ਜਿਹੜੀ ਇੱਕ ਕਵਿਤਾ ਆ ਕਵੀਸ਼ਰੀ ਜਿਹੜੀ ਢਾਡੀ ਵਾਰਾਂ ਵਾਂਗ ਪੜ੍ਹੀ ਆ, ਤੇ ਕੁਛ ਉਹ ਤੋਂ ਬਾਅਦ ਦੇ 10 ਮਿੰਟ ਤੇ 3 ਹੀ ਉਹ ਜਾਣੀ ਹੈਗਾ 20-25 ਮਿੰਟ ਆ, 25 ਮਿੰਟ ਦਾ ਆ, ਉਹ ਸ਼ਾਇਦ ਵੱਧ ਦਾ ਹੋਵੇ। ਤੇ ਉਹਨੂੰ ਆਪਾਂ 3 ਬ੍ਰੇਕਾਂ ਦੇ ਵਿੱਚ ਏਦਾਂ 10-10 ਜਿੰਨੇ ਮਿੰਟ ਹੋਏ ਕਰਕੇ ਉਹ ਆਪਾਂ ਚਲਾਉਣਾ ਆ। ਠੀਕ ਹੈ ਜੀ। ਤੇ ਹੁਣ ਬੇਨਤੀ ਆ ਬ੍ਰੇਕ ਹੋਣੀ ਆ, ਬ੍ਰੇਕ ਦੇ ਦੌਰਾਨ ਉਹ ਜਿਹੜਾ ਪਹਿਲਾ ਹਿੱਸਾ ਸੁਣ ਕੇ ਤੇ ਉਹ ਤੋਂ ਬਾਅਦ ਫਿਰ ਆਪਾਂ ਅਗਲਾ ਜਿਹੜੀ ਕਵਿਤਾ ਹੈ ਦੂਜੀ ਬ੍ਰੇਕ ਦੇ ਵਿੱਚ ਲਾਵਾਂਗੇ ਤੇ ਫਿਰ ਗੱਲ ਕਰਾਂਗੇ ਤੁਹਾਡੇ।